ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇੱਥੇ ਆਪਾਂ ਵਾਰਡ ਅਟੈਂਡੈਂਟ ਦੇ ਵਾਸਤੇ ਇੱਕ ਨਵੀਂ ਸੀਰੀਜ਼ ਸਟਾਰਟ ਕੀਤੀ ਸੀਗੀ। ਸੈਕੰਡ ਪਾਰਟ ਸਿਲੇਬਸ ਦਾ ਜਿਹੜਾ ਹੈਗਾ ਕਿ ਹਸਪੀਟਲ ਬੇਸਡ ਕੇਅਰ ਅਤੇ ਹੋਮ ਬੇਸਡ ਕੇਅਰ ਵਾਲਾ। ਹੁਣ ਤੱਕ ਜਿੰਨੀਆਂ ਵੀ ਵੀਡੀਓ ਆ ਚੁੱਕੀਆਂ ਸਾਰੀਆਂ ਹੀ ਇੰਪੋਰਟੈਂਟ ਨੇ। ਅਤੇ ਜਿਹੜੀ ਲਾਸਟ ਵੀਡੀਓ ਆਪਾਂ ਪਾਈ ਸੀਗੀ ਕਾਫੀ ਮਹੱਤਵਪੂਰਨ ਸੀਗੀ ਅਤੇ ਉਸਨੂੰ ਕਾਫੀ ਦੋਸਤਾਂ ਨੇ ਪਿਆਰ ਦਿੱਤਾ। ਮੈਂ ਸਭ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ, ਕਿਉਂਕਿ ਖੁਸ਼ੀ ਇਸ ਕਰਕੇ ਨਹੀਂ ਹੋਈ ਕਿ ਵਿਊਜ਼ ਬਹੁਤ ਜ਼ਿਆਦਾ ਵੱਧ ਗਏ। ਖੁਸ਼ੀ ਇਸ ਕਰਕੇ ਹੋਈ ਹੈ ਕਿ ਸਟੂਡੈਂਟ ਸਹੀ ਡਾਇਰੈਕਸ਼ਨ 'ਚ ਜਾ ਰਹੇ ਹੈ। ਇੱਕ ਟੀਚਰ ਵਾਸਤੇ ਸਭ ਤੋਂ ਵੱਡਾ ਰਿਗਾਰਡ ਉਹਦੇ ਸਟੂਡੈਂਟ ਹੀ ਹੁੰਦੇ ਆ। ਜਦੋਂ ਸਟੂਡੈਂਟ ਨੂੰ ਇਹ ਪਛਾਣ ਕਰਨੀ ਆ ਜਾਵੇ ਕਿ ਕਿਹੜਾ ਕੰਟੈਂਟ ਉਹਨੂੰ ਪੇਪਰ ਦੇ ਵਿੱਚ ਹੈਲਪਫੁਲ ਹੋਊਗਾ, ਕਿਹੜਾ ਨਹੀਂ ਹੋਊਗਾ, ਮੈਨੂੰ ਲੱਗਦਾ ਵੀ ਉਸ ਤੋਂ ਵੱਡੇ ਵਿਊਜ਼ ਉਹਦੇ ਵਾਸਤੇ, ਉਸ ਟੀਚਰ ਵਾਸਤੇ ਮੈਟਰ ਨਹੀਂ ਕਰਦੇ, ਜਿੰਨਾ ਕਿ ਉਸ ਬੱਚੇ ਦਾ ਗੋਲ ਉਹਨੂੰ ਅਚੀਵ ਕਰਨ ਦੇ ਵਿੱਚ ਹੈਲਪ ਹੋਵੇ ਮੇਰੇ ਹਿਸਾਬ ਨਾਲ। ਠੀਕ ਹੈ ਜੀ। ਤਾਂ ਇਸ ਕਰਕੇ ਮੈਨੂੰ ਕਾਫੀ ਖੁਸ਼ੀ ਹੋਈ ਕਿ ਮਤਲਬ ਕਿ ਬੱਚਿਆਂ ਨੇ ਹੁਣ ਉਹ ਚੀਜ਼ ਨੂੰ ਪਛਾਣਨਾ ਸਟਾਰਟ ਕਰਤਾ। ਸੌਰੀ, ਥੋੜ੍ਹੀ ਜਿਹੀ ਅੱਜ ਗਲੇ ਦੀ ਪ੍ਰੋਬਲਮ, ਮੈਂ ਥੋੜ੍ਹਾ ਜਿਹਾ ਐਡਜਸਟ ਕਰ ਲਿਓ। ਇਸ ਕਰਕੇ ਗਲੇ ਦੀ ਪ੍ਰੋਬਲਮ ਹੋਣ ਕਰਕੇ ਹੀ ਨਾ ਵੀਡੀਓ ਦੂਸਰੀ ਵਾਰ ਰਿਕਾਰਡ ਹੋਣ ਜਾ ਰਹੀ ਹੈ। ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਸਹੀ ਵਧੀਆ ਕੁਆਲਿਟੀ ਦੇ ਵਿੱਚ ਵੀਡੀਓ ਪ੍ਰੋਵਾਈਡ ਕੀਤੀ ਜਾਵੇ। ਚਲੋ, ਅਤੇ ਜੇ ਹੁਣ ਮੈਂ ਗੱਲ ਕਰਾਂ, ਜਿਹੜੀ ਅੱਜ ਦੀ ਵੀਡੀਓ ਹੈਗੀ ਹੈ ਇਹ ਇੰਨੀ ਮਹੱਤਵਪੂਰਨ ਹੈਗੀ ਹੈ ਕਿ ਜੇ ਮੰਨ ਲਓ ਮੈਂ ਪੇਪਰ ਦੇਣ ਜਾਵਾਂ ਤੁਹਾਡੀ ਜਗ੍ਹਾ 'ਤੇ, ਜਾਂ ਮੈਂ ਮੰਨ ਲਾਂ ਕਿ ਮੈਂ ਪੇਪਰ ਕਲੀਅਰ ਕਰਨਾ, ਤਾਂ ਮੈਂ ਇਸ ਵੀਡੀਓ ਨੂੰ ਰੱਖੂੰਗਾ ਰੈਂਕਿੰਗ 2 'ਤੇ। ਠੀਕ ਹੈ। ਹੁਣ ਤੱਕ ਜਿੰਨੀਆਂ ਵੀ ਵੀਡੀਓ ਆਈਆਂ ਇਸ ਸਿਲੇਬਸ ਦੀਆਂ ਮੈਂ ਇਹਨੂੰ 2 ਨੰਬਰ 'ਤੇ ਰੱਖੂੰਗਾ। ਹੁਣ ਤੁਸੀਂ ਪੁੱਛੋਗੇ ਕਿ 1 ਨੰਬਰ 'ਤੇ ਕਿਹੜੀ ਆ। 1 ਨੰਬਰ 'ਤੇ ਜੇ ਮੈਂ ਸੋਚਾਂ ਤਾਂ ਵੀਡੀਓ ਹੈਗੀ ਆ ਫਸਟ ਏਡ ਵਾਲੀ, ਹੈ ਨਾ, ਜਿਹਨੂੰ ਮੁੱਢਲੀ ਸਹਾਇਤਾ ਕਿੱਟ ਮੈਂ ਤੁਹਾਨੂੰ ਕਰਵਾਈ ਸੀਗੀ, ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੀ ਆਪਾਂ ਕਰਦੇ ਹਾਂ, ਹੈ ਨਾ, ਬੇਸਿਕ ਕਿੱਟ ਦੇ ਵਿੱਚ ਕੀ ਯੂਜ਼ ਕਰਦੇ ਹਾਂ, ਕਿਵੇਂ ਆਪਾਂ ਯੂਜ਼ ਕਰ ਸਕਦੇ ਹਾਂ। ਬਾਕੀ ਵੈਸੇ ਹੈ ਸਾਰੀਆਂ ਹੀ ਇੰਪੋਰਟੈਂਟ ਹੈਗੀਆਂ, ਮਤਲਬ ਕਿ ਆਪਾਂ ਜੇ ਇਹਨਾਂ ਵਿੱਚੋਂ ਮਹੱਤਵਪੂਰਨ ਕੱਢਣੀ ਹੋਵੇ ਰੈਂਕਿੰਗ ਵਾਈਜ਼ ਤਾਂ ਇਹ 2nd ਨੰਬਰ 'ਤੇ ਹੈ। ਤਾਂ ਇਹਦੇ ਵਿੱਚੋਂ ਮੈਨੂੰ ਗਰੰਟੀ ਹੈ, ਕਿ ਗਰੰਟੀ ਕਹਿ ਸਕਦੇ ਹਾਂ ਜਾਂ ਆਪਾਂ ਇੱਕ ਉਮੀਦ ਕਹਿ ਸਕਦੇ ਹਾਂ ਕਿ ਇਹਦੇ ਵਿੱਚੋਂ ਘੱਟੋ ਘੱਟ 3 ਜਾਂ 4 ਕੁਐਸਚਨ ਬਣਨ ਦੀ ਮੈਨੂੰ ਪੂਰੀ ਉਮੀਦ ਹੈ, ਕਿਉਂਕਿ ਜਿਹੜੀ ਇਹ ਵੀਡੀਓ ਹੈਗੀ ਹੈ ਇਹ ਬਿਲਕੁਲ ਬੇਸਿਕ 'ਤੇ ਹੈ। ਠੀਕ ਹੈ। ਅਤੇ ਮੈਂ ਪਹਿਲੇ ਦਿਨ ਤੋਂ ਹੀ ਤੁਹਾਨੂੰ ਸਮਝਾ ਰਿਹਾ ਜਾਂ ਸਮਝਾਉਣਾ ਚਾਹੁੰਦਾ ਕਿ ਵਾਰਡ ਅਟੈਂਡਰ ਦੇ ਵਿੱਚ ਤੁਸੀਂ ਬਿਲਕੁਲ ਬੇਸਿਕ ਤਿਆਰੀ ਕਰਨੀ ਹੈ, ਚਾਹੇ ਤੁਸੀਂ ਜੀਕੇ ਦੀ ਵੀ ਕਰ ਰਹੇ ਹੋ, ਪੰਜਾਬ ਜੀਕੇ ਪੜ੍ਹ ਰਹੇ ਹੋ ਜਾਂ ਕੁਛ ਵੀ ਪੜ੍ਹ ਰਹੇ ਹੋ। ਹੁਣ ਗੱਲ ਇਹ ਹੈ, ਵੈਸੇ ਤਾਂ ਮੈਂ ਟਾਈਮ ਟੂ ਟਾਈਮ ਗਾਈਡ ਕਰ ਰਿਹਾ ਤੁਹਾਨੂੰ, ਆਪਣੇ ਟੈਲੀਗ੍ਰਾਮ ਦੇ ਉੱਪਰ ਵੀ, ਵਟਸਐਪ ਦੇ ਉੱਪਰ ਵੀ, ਹਰ ਇੱਕ ਬੱਚੇ ਨੂੰ ਰਿਪਲਾਈ ਕਰ ਰਿਹਾ ਮੈਂ, ਚਾਹੇ ਉਹ ਲੇਟ ਕਰਾਂ। ਪਰ ਫਿਰ ਵੀ ਸਿਲੇਬਸ ਦੇ ਇੰਨੇ ਜ਼ਿਆਦਾ ਮੈਸੇਜ ਆ ਰਹੇ ਆ, ਸਿਲੇਬਸ ਐਂਡ ਬੁੱਕ ਦੇ ਵਾਸਤੇ ਤਾਂ ਕਾਫੀ ਸਟੂਡੈਂਟ ਸਮਝ ਗਏ ਕਿ ਮੈਂ ਕੀ ਕਹਿਣਾ ਚਾਹੁੰਦਾ, ਕਿ ਬੁੱਕ ਕਿੰਨੀਆਂ ਕੁ ਹੈਲਪਫੁਲ ਹੈਗੀਆਂ ਕਿ ਐਗਜ਼ਾਮ ਵਾਸਤੇ ਜਾਂ ਨਹੀਂ ਹੈਗੀਆਂ। ਸਿਲੇਬਸ ਪੁੱਛੀ ਜਾ ਰਿਹਾ ਕਿ ਕਰੰਟ ਅਫੇਅਰ ਹੈਗਾ, ਜਾਂ ਕੰਪਿਊਟਰ ਹੈਗਾ, ਜਾਂ ਮੈਥ ਹੈਗਾ, ਰੀਜ਼ਨਿੰਗ ਹੈਗਾ। ਤਾਂ ਦੇਖੋ ਭਾਈ, ਲੈਟਰ ਪੈਡ ਜਿਹੜਾ ਹੁੰਦਾ ਇੱਕ ਕਿਸੇ ਵੀ ਯੂਨੀਵਰਸਿਟੀ ਦਾ, ਉਹਦੇ ਕੀ ਹੁੰਦੀ ਆ, ਅਥੋਰਟਾਈਜ਼ ਡਾਕੂਮੈਂਟ ਹੁੰਦਾ। ਉਹਦੇ ਉੱਪਰ ਉਹਨਾਂ ਨੇ ਸਪੈਸ਼ਲ ਲਿਖ ਕੇ ਪਾਇਆ ਬਾਬਾ ਫਰੀਦ ਵਾਲਿਆਂ ਨੇ ਕਿ ਪੇਪਰ ਦੇ ਵਿੱਚ 2 ਸਬਜੈਕਟ ਆਉਣਗੇ। ਪਹਿਲਾ ਸਬਜੈਕਟ ਨੰਬਰ 1 ਹੈਗਾ ਤੁਹਾਡਾ ਜੀਕੇ। ਠੀਕ ਹੈ। ਤਾਂ ਜੀਕੇ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ, ਜਰਨਲ ਸਾਇੰਸ ਆਊਗੀ ਤੁਹਾਡੀ, ਠੀਕ ਹੈ, ਤੁਹਾਡੀ ਪੰਜਾਬ ਜੀਕੇ ਹੋਗੀ, ਇੰਡੀਅਨ ਜੀਕੇ ਹੋਗੀ, ਸਭ ਕੁਝ ਹੀ ਆ ਜਾਊਗਾ ਜੀਕੇ। ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਪੰਜਾਬ ਜੀਕੇ ਜ਼ਿਆਦਾ ਪੜ੍ਹਿਓ ਇਹਦੇ ਵਿੱਚ, ਬਿਲਕੁਲ ਬੇਸਿਕ। ਅਤੇ 2nd ਨੰਬਰ 'ਤੇ ਉਹਨਾਂ ਨੇ ਪਾਇਆ ਭਾਈ ਹੋਮ ਬੇਸਡ ਕੇਅਰ ਅਤੇ ਹਸਪੀਟਲ ਬੇਸਡ ਕੇਅਰ, ਜਿਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਬਹੁਤ ਘੱਟ ਲੋਕ ਆ, ਬਹੁਤ ਘੱਟ ਟੀਚਰ ਆ ਜਿਹੜੇ ਕਰਵਾ ਰਹੇ ਆ ਇਹ ਸਿਲੇਬਸ। ਇਸ ਕਰਕੇ ਹੀ ਦੇਖੋ ਇਹ ਇਨੀਸ਼ੀਏਟਿਵ ਮੈਂ ਲਿਆ ਸੀਗਾ, ਕਿਉਂਕਿ ਬੱਚਿਆਂ ਦੇ ਕਾਫੀ ਮੈਸੇਜ ਆ ਰਹੇ ਸੀਗੇ ਕਿ ਸਰ ਸਾਨੂੰ ਸਾਡੀ ਹੈਲਪ ਕਰੋ, ਇਹਦੇ ਵਾਸਤੇ ਸਾਨੂੰ ਗਾਈਡ ਕਰੋ। ਤਾਂ ਕੋਸ਼ਿਸ਼ ਹੈ ਕਿ ਚਲੋ ਤੁਹਾਨੂੰ ਵਧੀਆ ਪ੍ਰੋਵਾਈਡ ਕੀਤਾ ਜਾਵੇ। ਬੇਸਿਕਲੀ ਮੈਂ ਇੱਕ ਸਾਇੰਸ ਟੀਚਰ ਤਾਂ ਨਹੀਂ ਹੈਗਾ ਗਾ, ਪਰ ਆਪਦੇ ਵੱਲੋਂ 100% ਦੇਣ ਦੀ ਕੋਸ਼ਿਸ਼ ਕਰ ਰਿਹਾ। ਤਾਂ ਆਈ ਹੋਪ ਤੁਹਾਨੂੰ ਇਹ ਅੱਗੇ ਜਾ ਕੇ ਤੁਹਾਨੂੰ ਹੈਲਪਫੁਲ ਹੋਊਗਾ ਪੇਪਰ ਦੇ ਵਿੱਚ, ਜੋ ਕੰਟੈਂਟ ਮੈਂ ਤੁਹਾਨੂੰ ਪ੍ਰੋਵਾਈਡ ਕਰ ਰਿਹਾ। ਅਤੇ ਇਸ ਤੋਂ ਬਾਅਦ ਆਪਾਂ ਹੁਣ ਚਲੋ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ, ਕਿਉਂਕਿ ਅੱਜ ਦੀ ਵੀਡੀਓ ਵੈਸੇ ਵੀ ਲੰਬੀ ਹੋ ਸਕਦੀ ਹੈ, ਕਿਉਂਕਿ ਕਾਫੀ ਸਲਾਈਡਸ ਹੈਗੀਆਂ, 50+ ਸਲਾਈਡ ਹੈਗੀਆਂ ਵੀਡੀਓ ਦੇ ਵਿੱਚ। ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਜਿਵੇਂ ਮੈਂ ਹਰ ਵਾਰ ਕਹਿਣਾ, ਜਾਂ 2 ਵਾਰੀ ਇਹਨੂੰ ਰਿਪੀਟ ਕਰਿਓ, ਕਿਉਂਕਿ ਇਹ ਤਾਂ ਮੋਸਟ ਇੰਪੋਰਟੈਂਟ ਵੀਡੀਓ ਹੈ ਮੇਰੇ ਵੱਲੋਂ। ਇਹਦੇ ਵਿੱਚ ਕੀ ਹੈ, ਲਾਸਟ ਦੇ ਵਿੱਚ ਕੁਐਸਚਨ ਵੀ ਪੁੱਛਿਆ ਗਿਆ, ਬਾਕੀ ਇਹਦੇ ਵਿੱਚ ਮੈਂ ਮੈਕਸੀਮਮ ਕੁਐਸਚਨ ਪਾਉਣ ਦੀ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਜ਼ਿਆਦਾ ਸਮਝ ਆ ਸਕੇ। ਹੁਣ ਆਪਾਂ ਗੱਲ ਕਰਦੇ ਹਾਂ ਵਾਈਟਲ ਸਾਈਨ। ਵਾਈਟਲ ਸਾਈਨ ਹੁੰਦੇ ਕੀ ਆ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਆ ਮਹੱਤਵਪੂਰਨ ਚਿੰਨ੍ਹ ਕਹਿ ਦਿੰਦੇ ਆ। ਹੁਣ ਆਪਾਂ ਕੀ ਦੇਖਦੇ ਹਾਂ, ਤੁਸੀਂ ਮੰਨ ਲਓ ਤੁਹਾਡੇ ਘਰ ਦੇ ਵਿੱਚ, ਜਾਂ ਤੁਸੀਂ ਆਮ ਨੇੜੇ ਤੇੜੇ ਤੁਸੀਂ ਆਪਦੇ ਆਂਢੀਆਂ ਗੁਆਂਢੀਆਂ ਦੇ ਦੇਖਿਆ ਹੋਊਗਾ, ਜਦੋਂ ਕਿਸੇ ਨੂੰ ਬੁਖਾਰ ਹੋ ਜਾਂਦਾ ਹੈ ਤਾਂ ਆਪਾਂ ਕੀ ਕਰਦੇ ਹਾਂ, ਉਹਨੂੰ ਘੰਟੇ ਬਾਅਦ ਜਾਂ 2 ਘੰਟੇ ਬਾਅਦ ਉਹਦਾ ਬੁਖਾਰ ਚੈੱਕ ਕਰਦੇ ਰਹਿੰਦੇ ਹਾਂ ਥਰਮੋਮੀਟਰ ਦੇ ਨਾਲ। ਪਿਛਲੀ ਵੀਡੀਓ ਕਰਾਈ ਸੀ ਨਾ ਮੈਂ ਇੰਸਟਰੂਮੈਂਟ ਦੇ ਉੱਪਰ, ਤਾਂ ਥਰਮਾਮੀਟਰ ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਹਰ ਇੱਕ ਘਰ ਦੇ ਵਿੱਚ ਤੁਹਾਨੂੰ ਮਿਲ ਜੂਗੀ।
ਚਾਹੇ ਉਹ ਇਹ ਨਹੀਂ ਮੈਟਰ ਕਰਦਾ ਕਿ ਥਰਮਾਮੀਟਰ ਕਿੱਦਾਂ ਦਾ ਹੈ, ਪਾਰੇ ਵਾਲਾ ਹੈ, ਮਰਕਰੀ ਵਾਲਾ ਹੈ, ਜਾਂ ਤੁਹਾਡਾ ਉਹ ਹੈ ਡਿਜੀਟਲ ਹੈ, ਮਤਲਬ ਕਿ ਬੁਖਾਰ ਨੂੰ ਮਾਪਣ ਦੇ ਕੰਮ ਆਉਂਦਾ ਥਰਮਾਮੀਟਰ। ਤਾਂ ਆਪਾਂ ਵਾਰ-ਵਾਰ ਉਹਨੂੰ ਬੁਖਾਰ ਨੂੰ ਨਾਪਦੇ ਰਹਿੰਦੇ ਹਾਂ। ਉਹ ਮਾਪਣ ਦਾ ਆਪਣਾ ਕੰਮ ਕਿਉਂ ਕਰਦੇ ਹਾਂ ਆਪਾਂ? ਕਿਉਂਕਿ ਇੱਕ ਆਈਡੀਆ ਲਗਾਇਆ ਜਾਵੇ ਕਿ ਆਪਣੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਜਾਂ ਆਪਣੀ ਸਿਹਤ ਹੋਰ ਗੰਭੀਰ ਹੋ ਰਹੀ ਹੈ। ਜੇ ਤਾਂ ਆਪਣੀ ਬੁਖਾਰ ਨਹੀਂ ਹਟ ਰਿਹਾ ਤਾਂ ਆਪਾਂ ਕੀ ਕਰਦੇ ਹਾਂ, ਡਾਕਟਰ ਨਾਲ ਕੰਸਲਟ ਕਰਦੇ ਹਾਂ, ਡਾਕਟਰ ਦੀ ਸਹਾਇਤਾ ਲੈਂਦੇ ਹਾਂ। ਤਾਂ ਇਹੀ ਹੈ ਵਾਈਟਲ ਸਾਈਨ ਮੈਜ਼ਰਮੈਂਟ ਕੀ ਚੀਜ਼ ਹੈ, ਕਿ ਜਿਹੜੀ ਮੁੱਢਲੀ ਆਪਣਾ ਚੈੱਕਅਪ ਕਰਦੇ ਹਾਂ ਘਰ ਦੇ ਵਿੱਚ, ਚਾਹੇ ਕਰ ਲਓ ਚਾਹੇ ਕਿਸੇ ਹਸਪੀਟਲ ਦੇ ਵਿੱਚ ਕਰ ਲਓ, ਜਿਹੜੀ ਕਿ ਆਪਣੀ ਬੋਡੀ ਦੇ ਜਿੰਨੇ ਵੀ ਸਾਇੰਸ ਹੈਗੇ ਨੇ, ਜਿਹਨੂੰ ਆਪਾਂ ਲੱਛਣ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਕਿ ਉਹਨਾਂ ਦਾ ਮਾਪਦੰਡ ਕਰਨਾ ਕਿ ਮੇਰੀ ਹਾਰਟ ਬੀਟ ਵਗੈਰਾ ਸਹੀ ਚੱਲ ਰਹੀ ਹੈ, ਮੇਰੀ ਨਬਜ਼ ਠੀਕ ਧੜਕ ਰਹੀ ਹੈ, ਮੇਰਾ BP ਠੀਕ ਹੈ, ਮੇਰਾ ਸਿਰ ਦਰਦ ਤਾਂ ਨਹੀਂ ਹੋ ਰਿਹਾ, ਮੈਨੂੰ ਉਲਟੀ ਤਾਂ ਨਹੀਂ ਆ ਰਹੀ। ਇਹ ਸਾਰਾ ਕੁਛ ਕਿਹਦੇ ਵਿੱਚ ਆ ਜਾਊਗਾ? ਵਾਈਟਲ ਸਾਈਨ ਮੈਜ਼ਰਮੈਂਟ ਦੇ ਵਿੱਚ ਆ ਜਾਊਗਾ। ਅਤੇ ਇਹਨਾਂ ਦੀ ਟਾਈਪ ਆ ਜਾਊਗੀ, ਇਹਨਾਂ ਦੀ ਪਲਸ ਰੇਟ ਆ ਜਾਊਗੀ, ਨੋਰਮਲ ਰੇਂਜ ਕੀ ਹੁੰਦੀ ਆ, ਸਾਰਾ ਕੁਛ ਪੜਾਂਗੇ ਆਪਾਂ ਕੱਲਾ ਕੱਲਾ। ਠੀਕ ਹੈ, ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਵੀਡੀਓ ਲੰਬੀ ਜ਼ਰੂਰ ਹੋ ਸਕਦੀ ਹੈ। ਪਹਿਲਾਂ ਆਪਾਂ ਪੜ੍ਹਦੇ ਹਾਂ ਕਿ ਵਾਈਟਲ ਸਾਈਨ ਹੁੰਦੇ ਕੀ ਆ, ਪੰਜਾਬੀ ਦੇ ਵਿੱਚ ਹੀ ਪੜਾਂਗੇ। ਨਾਲ ਮੈਂ ਇੰਗਲਿਸ਼ ਤਾਂ ਪਾਇਆ ਹੋਇਆ ਕਿ ਆਪਾਂ ਸਾਰਿਆਂ ਬੱਚਿਆਂ ਨੂੰ ਲੈ ਕੇ ਚੱਲਣਾ। ਫਿਲਹਾਲ ਚਾਹੇ ਪੇਪਰ ਕੱਲਾ ਪੰਜਾਬੀ 'ਚ ਆਵੇ ਚਾਹੇ ਕੱਲਾ ਅੰਗਰੇਜ਼ੀ 'ਚ ਆਵੇ, ਆਪਣਾ ਕੰਮ ਕੀ ਆ, ਨੌਲੇਜ ਗੇਨ ਕਰਨਾ। ਜੇ ਆਪਣੇ ਦਿਮਾਗ 'ਚ ਉਹ ਗੱਲ ਬੈਠੀ ਹੋਊਗੀ, ਪੇਪਰ ਕਿਸੇ ਵੀ ਲੈਂਗੁਏਜ ਦੇ ਵਿੱਚ ਆ ਜਾਵੇ, ਆਪਾਂ ਉਹਦਾ ਆਨਸਰ ਸਹੀ ਕਰਕੇ ਆਵਾਂਗੇ। ਠੀਕ ਹੈ, ਹੁਣ ਕੀ ਆ, ਕਹਿੰਦਾ ਵੀ ਮਹੱਤਵਪੂਰਨ ਚਿੰਨ੍ਹਾਂ ਦਾ ਮਾਪ। ਹੁਣ ਜਿਹੜਾ ਵਾਈਟਲ ਸਾਈਨ ਮੈਜ਼ਰਮੈਂਟ ਕੀ ਹੁੰਦਾ? ਮਹੱਤਵਪੂਰਨ ਚਿੰਨ੍ਹਾਂ ਦਾ ਮਾਪ ਕਿਹਾ ਜਾਂਦਾ ਪੰਜਾਬੀ ਦੇ ਵਿੱਚ। ਹੁਣ ਇਹ ਆਪਾਂ ਕਰਦੇ ਕਿਉਂ ਆ? ਕਿਉਂਕਿ ਜਿਹੜੀ ਆਪਣੀ ਮਨੋਵਿਗਿਆਨਿਕ ਸਥਿਤੀ ਹੁੰਦੀ ਹੈ, ਜਿਹੜਾ ਆਪਣਾ ਦਿਮਾਗ ਦੀ ਸਥਿਤੀ ਕਹਿ ਲਓ, ਕਿ ਆਪਾਂ ਬਿਮਾਰ ਹੈਗੇ ਆ ਨਹੀਂ ਹੈਗੇ, ਜਾਂ ਆਪਣੀ ਬੋਡੀ ਦੇ ਵਿੱਚ ਜਿਹੜੇ ਆਪਣੇ ਪਾਰਟਸ ਹੈਗੇ ਆ, ਔਰਗਨ ਹੈਗੇ ਆ, ਸਹੀ ਕੰਮ ਕਰ ਰਹੇ ਆ ਜਾਂ ਨਹੀਂ ਕਰ ਰਹੇ, ਉਹਦਾ ਆਪਾਂ ਕੀ ਕਰਦੇ ਰਹਿੰਦੇ ਹਾਂ, ਟਾਈਮ ਟੂ ਟਾਈਮ ਕੀ ਕਰਦੇ ਰਹਿੰਦੇ ਹਾਂ, ਚੈੱਕਅਪ ਕਰਦੇ ਰਹਿੰਦੇ ਹਾਂ। ਠੀਕ ਹੈ, ਤਾਂ ਇਹਦੇ ਵਿੱਚ ਜਿਹੜੇ ਮੁੱਖ ਆ ਜਾਂਦੇ ਆ ਹੈਗੇ, ਉਹ ਹੈਗੇ ਆ ਤਾਪਮਾਨ ਹੋ ਗਿਆ, ਜਿਹਨੂੰ ਟੈਂਪਰੇਚਰ ਕਹਿ ਦਿੰਦੇ ਹੋ ਤੁਸੀਂ, ਪਲਸ ਰੇਟ ਹੋ ਗਈ ਤੁਹਾਡੀ, ਸਾਹ ਦੀ ਦਰ ਹੋ ਗਈ, ਠੀਕ ਆ, ਬਲੱਡ ਪ੍ਰੈਸ਼ਰ ਹੋ ਗਿਆ। ਹੁਣ ਇੱਥੋਂ ਵੀ ਕੁਐਸਚਨ ਪੁੱਛਿਆ ਗਿਆ, ਤੁਹਾਨੂੰ ਮੈਂ ਇੰਗਲਿਸ਼ ਦੇ ਵਿੱਚ ਇੱਕ ਵਾਰੀ ਕਰਵਾਉਣਾ। ਕੁਐਸਚਨ ਕੀ ਪੁੱਛਿਆ ਜਾਂਦਾ? TPR। ਕਹਿੰਦਾ ਕਿ TPR ਕੀ ਚੀਜ਼ ਹੁੰਦੀ ਆ, ਤੇ ਨਾਲ BP ਵੀ ਪੁੱਛ ਸਕਦੇ ਆ, ਜਿਹਨੂੰ ਕਹਿ ਦਿੰਦੇ ਆ ਬਲੱਡ ਪ੍ਰੈਸ਼ਰ। ਤਾਂ TPR ਕੀ ਹੁੰਦਾ? ਬੇਸਿਕਲੀ TPR, ਜਿਹਨੂੰ ਵਾਈਟਲ ਸਾਈਨ ਦੇ ਵਿੱਚ ਇੰਪੋਰਟੈਂਟ ਮੰਨਿਆ ਗਿਆ ਹੈ। ਵਾਈਟਲ ਸਾਈਨ ਦਾ ਮਤਲਬ ਕੀ ਹੁੰਦਾ? TPR ਹੁੰਦਾ ਹੈ। T ਫॉर ਟੈਂਪਰੇਚਰ, P ਫॉर ਪਲਸ ਰੇਟ, ਤੇ R ਫॉर ਕੀ ਆ? ਰੈਸਪੀਰੇਟਰੀ ਰੇਟ। ਠੀਕ ਹੈ, ਜਿਵੇਂ ਜਿਹਨੂੰ ਸਾਹ ਸਿਸਟਮ ਕਹਿ ਦਿੰਦੇ ਆ। ਹੁਣ ਕੀ ਹੁੰਦਾ ਕਿ ਇਹਦੇ ਵਿੱਚ ਮੈਕਸੀਮਮ 6 ਆਉਂਦੇ ਆ ਤੇ 4 ਵੀ ਆਉਂਦੇ ਆ, ਤੇ ਆਪਾਂ ਵਾਰਡ ਅਟੈਂਡੈਂਟ ਦੇ ਵਾਸਤੇ ਕਰ ਰਹੇ ਹਾਂ ਬਿਲਕੁਲ ਬੇਸਿਕ ਤਿਆਰੀ, ਇਸ ਕਰਕੇ ਆਪਾਂ ਸਿਰਫ 4 ਪੜਾਂਗੇ। 6 ਦੋ ਹੋਰ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ, ਇੰਨਾ ਡੀਪਲੀ ਜਾਣ ਦੀ ਜ਼ਰੂਰਤ ਨਹੀਂ ਹੈਗੀ। ਤੇ ਆਪਾਂ 4 ਪੜਾਂਗੇ, 4ਾਂ ਦੀ ਅੱਗੇ ਟਾਈਪ ਪੜਾਂਗੇ, ਉਹਨਾਂ ਦੀ ਰੇਂਜ ਪੜਾਂਗੇ, ਉਹਨਾਂ ਦੇ ਲੱਛਣ ਪੜਾਂਗੇ। ਠੀਕ ਹੈ, ਤਾਂ ਕੁਐਸਚਨ ਤੁਸੀਂ ਧਿਆਨ ਰੱਖਣਾ, ਸਭ ਤੋਂ ਬੇਸਿਕ ਪਹਿਲਾ ਜਿਹੜਾ ਕੁਐਸਚਨ ਬਣੂਗਾ ਉਹ ਬਣੂਗਾ TPR ਸਟੈਂਡਸ ਫॉर। ਮਤਲਬ ਕੀ ਕਹਿੰਦਾ ਪੰਜਾਬੀ ਦੇ ਵਿੱਚ ਜੇ ਕੁਐਸਚਨ ਆਇਆ ਤਾਂ ਕਹੂਗਾ ਕਿ TPR ਤੋਂ ਕੀ ਭਾਵ ਹੈ? ਤਾਂ ਕੀ ਭਾਵ ਹੈ ਭਾਈ TPR ਤੋਂ? ਤੁਹਾਨੂੰ ਪਤਾ T ਫॉर ਕੀ ਆ? ਟੈਂਪਰੇਚਰ, P ਫॉर ਕੀ ਆ? ਪਲਸ, R ਫॉर ਕੀ ਆ? ਰੈਸਪੀਰੇਸ਼ਨ ਸਿਸਟਮ, ਜਿਹਨੂੰ ਸਾਹ ਸਿਸਟਮ ਕਹਿ ਦਿੰਦੇ ਆ। ਤਾਂ ਤੁਸੀਂ ਉੱਥੇ ਭੁੱਲਣਾ ਨਹੀਂਗਾ, ਇਹਦੇ ਸਪੈਲਿੰਗ ਵੀ ਯਾਦ ਰੱਖਣੇ ਆ। ਠੀਕ ਹੈ, ਕਿ ਲਾਸਟ ਵਾਲੀ ਦੇਖੋ, ਬਾਕੀ ਤਾਂ ਆ ਵੀ ਠੀਕ ਦਿੱਤਾ ਹੋਇਆ, ਤਾਂ ਇੱਥੇ ਲਾਸਟ ਵਾਲਾ ਚੇਂਜ ਕਰਤਾ। ਤਾਂ ਬਹੁਤ ਕਲੋਜ਼ ਆਪਸ਼ਨ ਹੋਣਗੀਆਂ, ਆਪਣੀਆਂ ਦਿਮਾਗ ਖੋਲ੍ਹ ਕੇ, ਦਿਮਾਗ ਦੀਆਂ ਬੱਤੀਆਂ ਜਗਾ ਕੇ ਜਾਣਾ ਪੇਪਰ ਦੇਣ। ਇਹ ਨਾ ਹੋਵੇ ਕਿ ਜਿਹੜਾ ਸਹੀ ਕੁਐਸਚਨ ਆਉਂਦਾ ਹੋਵੇ ਤੁਹਾਨੂੰ ਉਹੀ ਗਲਤ ਕਰਕੇ ਆ ਜਾਓ, ਕਿਉਂਕਿ ਰੈਂਕ ਦਾ ਫਰਕ ਉਦੋਂ ਹੀ ਪਊਗਾ ਜਦੋਂ ਕੋਈ ਸੌਖਾ ਕੁਐਸਚਨ ਕੀ ਕਰ ਦਾਂਗੇ ਆਪਾਂ, ਗਲਤ ਕਰ ਦਾਂਗੇ, ਆਪਾਂ 100-200 ਰੈਂਕ ਥੱਲੇ ਚਲੇ ਜਾਵਾਂਗੇ। ਤਾਂ ਧਿਆਨ ਰੱਖਣਾ, ਦਿਮਾਗ ਜਗਾ ਕੇ ਜਾਣਾ। ਇਹ ਨਾ ਹੋਵੇ ਕਿ ਤੁਸੀਂ ਪੜ੍ਹਦੇ ਡੀਪਲੀ ਪਏ ਹੋ ਤੇ ਬੇਸਿਕ ਵੀ ਭੁੱਲ ਜਾਓ। ਤਾਂ ਬੇਸਿਕ ਹੀ ਪੜ੍ਹੋ ਜਿੰਨਾ ਪੜ੍ਹ ਸਕਦੇ ਹੋ। ਹੁਣ ਨੈਕਸਟ ਕੀ ਕਹਿੰਦਾ ਪਰਪਸ ਕੀ ਆ, ਆਪਾਂ ਕਾਹ ਤੋਂ ਮਾਪਦੇ ਆ ਇਹਨਾਂ ਨੂੰ? ਜਿਹੜੇ ਆਪਣੇ ਵਾਈਟਲ ਸਾਈਨ ਹੁੰਦੇ ਆ ਉਹਨਾਂ ਨੂੰ ਆਪਾਂ ਨਾਪਦੇ ਕਿਉਂ ਆ? ਕਹਿੰਦਾ ਵੀ ਜਿਵੇਂ ਮੰਨ ਲਓ ਮਰੀਜ਼ ਦੀ ਸਥਿਤੀ ਬਾਰੇ ਬੇਸ ਲਾਈਨ ਡਾਟਾ ਪ੍ਰਾਪਤ ਕਰਨ ਵਾਸਤੇ। ਬੇਸ ਲਾਈਨ ਕੀ ਹੁੰਦੀ ਆ? ਬੇਸ ਲਾਈਨ ਡਾਟਾ ਕੀ ਹੁੰਦਾ? ਮੰਨ ਲਓ ਕਿ ਜੋ ਬੁਖਾਰ ਦੀ ਨੋਰਮਲ ਰੇਂਜ ਹੁੰਦੀ ਹੈ 37 ਡਿਗਰੀ ਸੈਲਸੀਅਸ, ਇਹਨੂੰ ਕਹਿ ਦਿੰਦੇ ਬੇਸ ਲਾਈਨ। ਮੰਨ ਲਓ ਆਪਾਂ ਥਰਮਾਮੀਟਰ ਨਾਲ ਕਿਉਂ ਮਾਪਦੇ ਆ? ਕਿ ਆਪਾਂ ਚੈੱਕ ਕਰਨਾ ਚਾਹੁੰਦੇ ਹਾਂ ਉਸ ਬੰਦੇ ਨੂੰ ਬੁਖਾਰ ਹੈਗਾ ਜਾਂ ਨਹੀਂ ਹੈਗਾ ਗਾ। ਆਪਾਂ ਕਿੱਥੋਂ ਮੇਜਰ ਕਰਦੇ ਹਾਂ? ਇਹਦੇ ਤੋਂ ਚੈੱਕ ਕਰਦੇ ਹਾਂ ਨਾ। ਜੇ ਇਹ ਤੋਂ ਵੱਧ ਹੋਇਆ ਤਾਂ ਕੀ ਹੋਊਗਾ? ਬੁਖਾਰ ਹੋਊਗਾ। ਜੇ ਨਹੀਂ ਵੱਧ ਹੋਊਗਾ ਕੀ ਹੋਊਗਾ? ਨੋਰਮਲ ਹੋਊਗਾ। ਤਾਂ ਉਹਨੂੰ ਕਹਿ ਦਿੰਦੇ ਇੱਕ ਬੇਸ ਲਾਈਨ। ਤਾਂ ਆਪਾਂ ਉਹ ਕਿਉਂ ਪ੍ਰਾਪਤ ਕਰਦੇ ਹਾਂ, ਕਿਉਂ ਮਾਪਦੇ ਹਾਂ? ਕਿ ਆਪਾਂ ਮਰੀਜ਼ ਦੀ ਸਥਿਤੀ ਜਾਣ ਸਕੀਏ ਕਿ ਉਹਦੀ ਹਾਲਤ ਠੀਕ ਹੋ ਰਹੀ ਹੈ ਜਾਂ ਦਿਨ ਬ ਦਿਨ ਕੀ ਹੋ ਰਹੀ ਹੈ, ਵਿਗੜ ਰਹੀ ਹੈ, ਗੰਭੀਰ ਹੋ ਰਹੀ ਹੈ। ਤਾਂ ਆਪਾਂ ਇਹ ਕਿਉਂ ਕਰਦੇ ਹਾਂ? ਇਲਾਜ ਦੇ ਮਕਸਦ ਲਈ। ਮੰਨ ਲਓ ਜੇ ਉਹਦੀ ਤਬੀਅਤ ਖਰਾਬ ਹੋ ਰਹੀ ਹੈ, ਆਪਾਂ ਉਹਨੂੰ ਕਿੱਥੇ ਲੈ ਕੇ ਜਾਵਾਂਗੇ? ਡਾਕਟਰ ਕੋਲੇ, ਕਿ ਫਰਦਰ ਇਹਦਾ ਇਲਾਜ ਕਰੋ ਕੋਈ, ਕਿਉਂਕਿ ਇਹ ਠੀਕ ਨਹੀਂ ਹੋ ਰਿਹਾ। ਓਕੇ, ਤਾਂ ਪਤਾ ਚੱਲ ਗਿਆ ਕਿ ਪਰਪਸ ਕੀ ਆ। ਮੈਨੂੰ ਲੱਗ ਰਿਹਾ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ ਚੰਗੀ ਤਰ੍ਹਾਂ ਕਿ ਵਾਈਟਲ ਸਾਈਨ ਹੁੰਦੇ ਕੀ ਆ, ਆਪਾਂ ਕਿਉਂ ਉਹਨੂੰ ਮਾਪਦੇ ਹਾਂ।
ਹੁਣ ਉਹਨਾਂ ਨੂੰ ਮਾਪਣ ਵਾਸਤੇ ਵੱਖਰੇ ਵੱਖਰੇ ਯੰਤਰ ਹੈਗੇ ਆ, ਉਪਕਰਨ ਹੈਗੇ ਆ ਜਿਹੜੇ ਮੈਂ ਤੁਹਾਨੂੰ ਕਰਾਏ ਸੀਗੇ, ਇੰਸਟਰੂਮੈਂਟ ਵਗੈਰਾ ਜਿਹਨੂੰ ਇਕਵਿਪਮੈਂਟ ਵੀ ਕਹਿ ਦਿੰਦੇ ਆ। ਤਾਂ ਇੱਕ ਹੁੰਦੀ ਆ ਆਪਣੀ ਵਾਈਟਲ ਸਾਈਨ ਟਰੇ ਹੁੰਦੀ ਆ। ਉਹ ਜਿਵੇਂ ਮੰਨ ਲਓ ਤੁਸੀਂ ਜੇ ਹਸਪਤਾਲਾਂ ਦੇ ਵਿੱਚ ਗਏ ਹੋ, PGI ਹੋ ਗਿਆ, ਰਜਿੰਦਰਾ ਹੋ ਗਿਆ, ਜਾਂ ਜਿਹੜੇ ਸਰਕਾਰੀ ਹਸਪਤਾਲ, ਉੱਥੇ ਕੀ ਹੁੰਦਾ, ਹਰ ਇੱਕ ਮਰੀਜ਼ ਦੇ ਬੈੱਡ ਦੇ ਨਾਲ ਇੱਕ ਨਾ ਗੱਤਾ ਟੰਗਿਆ ਹੁੰਦਾ। ਉਹ ਗੱਤੇ ਦੇ ਉੱਪਰ ਕੀ ਇੱਕ ਪੇਪਰ ਲੱਗਾ ਹੁੰਦਾ। ਉਹ ਪੇਪਰ ਦੇ ਵਿੱਚ ਕੀ ਹੁੰਦੀ ਆ, ਬੇਸਿਕ ਇਨਫੋਰਮੇਸ਼ਨ ਹੁੰਦੀ ਆ ਕਿ ਇਹ ਬੰਦੇ ਦਾ BP ਟਾਈਮ ਟੂ ਟਾਈਮ ਚੈੱਕ ਹੋ ਕੇ, ਮਤਲਬ ਸਵੇਰੇ ਚੈੱਕ ਕੀਤਾ, ਫਿਰ 2 ਘੰਟੇ ਬਾਅਦ ਚੈੱਕ ਕੀਤਾ, ਸ਼ਾਮ ਨੂੰ ਚੈੱਕ ਕੀਤਾ, ਦੁਪਹਿਰ ਨੂੰ ਚੈੱਕ ਕੀਤਾ, ਉਹ ਲਿਖਿਆ ਹੁੰਦਾ। ਉਹਦਾ ਟੈਂਪਰੇਚਰ ਲਿਖਿਆ ਹੁੰਦਾ, ਉਹਦੀ ਪਲਸ ਰੇਟ ਲਿਖੀ ਹੁੰਦੀ ਹੈ। ਉਹਨੂੰ ਕਹਿ ਦਿੰਦੇ ਆ ਵਾਈਟਲ ਸਾਈਨ ਟਰੇ। ਠੀਕ ਹੈ, ਇਹ ਬੇਸਿਕ ਜਿਹੜੀ ਚੀਜ਼ਾਂ ਹੁੰਦੀਆਂ ਉਹ ਤਾਂ ਚੈੱਕ ਕਰਦੇ ਹੀ ਰਹਿੰਦੇ ਆਪਾਂ ਮਰੀਜ਼ ਵਾਸਤੇ ਜਿਹੜਾ ਉੱਥੇ ਐਡਮਿਟ ਹੋਇਆ ਹੋਊਗਾ। ਨਾਲ ਹੈਗਾ ਸਟੈਥੋਸਕੋਪ, ਜਿਹੜਾ ਤੁਹਾਨੂੰ ਮੈਂ ਕਰਾਇਆ ਸੀਗਾ ਆਪਣੀਆਂ ਲੰਘ ਦੀ ਧੜਕਣ ਵਗੈਰਾ ਮਾਪਣ ਵਾਸਤੇ, ਹੈ ਨਾ, ਦਿਲ ਦੀ ਧੜਕਣ ਮਾਪਣ ਵਾਸਤੇ ਵਰਤਿਆ ਜਾਂਦਾ। ਸਫਾਈਗਨੋਮੀਟਰ ਜਿਹੜਾ ਆਪਣਾ ਬਲੱਡ ਪ੍ਰੈਸ਼ਰ ਮੈਜ਼ਰ ਕਰਦਾ। ਥਰਮਾਮੀਟਰ ਜਿਹੜਾ ਆਪਣਾ ਕੀ ਟੈਂਪਰੇਚਰ ਮੈਜ਼ਰ ਕਰਦਾ। ਸਾਰਾ ਪੜ੍ਹ ਲਿਓ। ਮਤਲਬ ਕਿ ਇਹਨਾਂ ਨੂੰ ਮੈਜ਼ਰ ਕਰਨ ਵਾਸਤੇ ਵੀ ਕੀ ਹੁੰਦੇ ਆਪਣੇ ਕੋਲੇ ਉਪਕਰਨ ਹੁੰਦੇ ਆ, ਇਕਵਿਪਮੈਂਟ ਹੁੰਦੇ ਆ। ਓਕੇ ਜੀ, ਸਾਰੀ ਗੱਲ ਸਮਝ ਆ ਗਈ ਵੀ ਵਾਈਟਲ ਸਾਈਨ ਹੁੰਦੇ ਕੀ ਆ, ਕਿਉਂ ਮੈਜ਼ਰ ਕਰਦੇ ਆ, ਤੇ ਇਹਨਾਂ ਨੂੰ ਮੈਜ਼ਰ ਕਰਨ ਵਾਸਤੇ ਕਿਹੜੇ ਕਿਹੜੇ ਆਪਣੇ ਕੋਲੇ ਸਾਧਨ ਹੁੰਦੇ ਆ। ਹੁਣ ਗੱਲ ਕਰਦੇ ਆ ਵੀ ਇਹਨੂੰ ਆਪਣਾ ਇਹਦਾ ਕਰਨ ਦਾ ਮਤਲਬ ਟਾਈਮ ਕੀ ਆ, ਕਦੋਂ ਆਪਾਂ ਕਰ ਸਕਦੇ ਆ। ਜਿਹੜੇ ਵਾਈਟਲ ਸਾਈਨ ਹੁੰਦੇ ਆ ਇਹਨੂੰ ਆਪਾਂ ਕਦੋਂ ਮੈਜ਼ਰ ਕਰ ਸਕਦੇ ਆ, ਮੁਲਾਂਕਣ ਕਦੋਂ ਕਰ ਸਕਦੇ ਆ ਆਪਾਂ ਇਹਨਾਂ ਦਾ। ਸਭ ਤੋਂ ਪਹਿਲਾਂ ਕਹਿੰਦਾ ਵੀ ਜਦੋਂ ਵੀ ਆਪਾਂ ਦਾਖਲ ਹੋ ਗਏ, ਦਾਖਲਾ ਮਤਲਬ ਕਿ ਜੇ ਮੰਨ ਲਓ ਕੋਈ ਇੱਕ ਮਰੀਜ਼ ਹੈ ਜਿਹੜਾ ਘਰ ਦੇ ਵਿੱਚ ਠੀਕ ਨਹੀਂ ਹੋ ਰਿਹਾ, ਉਹਦਾ ਬੁਖਾਰ, ਤਾਂ ਹੋ ਸਕਦਾ ਕਿ ਉਹਨੂੰ ਅੱਗੇ ਜਾ ਕੇ ਇੱਕ ਟਾਈਫਾਈਡ ਬਣ ਗਿਆ ਹੋਵੇ ਜਾਂ ਕੋਈ ਹੋਰ ਬੁਖਾਰ ਹੋ ਗਿਆ ਹੋਵੇ। ਤਾਂ ਉਹਦਾ ਮਤਲਬ ਕਿ ਬੁਖਾਰ ਵਿਗੜ ਰਿਹਾ, ਤਾਂ ਆਪਾਂ ਉਹਨੂੰ ਕੀ ਕਰਾਂਗੇ, ਐਡਮਿਟ ਕਰ ਦਾਂਗੇ ਹਸਪਤਾਲ ਦੇ ਵਿੱਚ। ਠੀਕ ਹੈ, ਤਾਂ ਜਦੋਂ ਵੀ ਮਤਲਬ ਉਹਨੂੰ ਦਾਖਲ ਕੀਤਾ ਤਾਂ ਉਹਦੀ ਆਪਾਂ ਬੇਸਲਾਈਨ ਤਰੀਕ ਪਤਾ ਕਰਨੀ ਆ। ਮਤਲਬ ਕਿ ਆਪਾਂ ਪਤਾ ਕਰਨਾ ਕਿ ਕਦੋਂ ਤੋਂ ਉਹਨੂੰ ਬੁਖਾਰ ਚੜ੍ਹ ਰਿਹਾ, ਠੀਕ ਹੈ, ਕਿਹੜੇ ਦਿਨ ਤੋਂ ਚੜ੍ਹ ਰਿਹਾ। ਤਾਂ ਉਹ ਡਾਟਾ ਪ੍ਰਾਪਤ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ, ਵਾਈਟਲ ਸਾਈਨ ਮੈਜ਼ਰ ਕਰਦੇ ਹਾਂ। ਉਸ ਤੋਂ ਬਾਅਦ ਕਹਿੰਦਾ ਵੀ ਜਦੋਂ ਮੰਨ ਲਓ ਘਰ ਦੇ ਵਿੱਚ ਇੱਕ ਬੰਦਾ ਹੈ, ਬਿਲਕੁਲ ਠੀਕ ਠਾਕ ਸੀਗਾ, ਇੱਕਦਮ ਉਹਨੂੰ ਕੋਈ ਪ੍ਰੋਬਲਮ ਹੋ ਗਈ, ਉਹਦੇ ਛਾਤੀ 'ਚ ਦਰਦ ਹੋਣ ਲੱਗ ਗਿਆ ਜਾਂ ਉਹ ਬੇਹੋਸ਼ ਹੋ ਗਿਆ। ਠੀਕ ਹੈ, ਤਾਂ ਉਦੋਂ ਆਪਾਂ ਕੀ ਕਰਾਂਗੇ, ਜਲਦੀ ਜਲਦੀ ਚੈੱਕ ਕਰਾਂਗੇ ਇਹਦੀ ਪਲਸ ਠੀਕ ਚੱਲਦੀ ਪਈ ਹੈ, ਇਹਦੇ 'ਚ ਕੀ ਪ੍ਰੋਬਲਮ ਹੋ ਗਈ, ਕਾਹਤੋਂ ਬੇਹੋਸ਼ ਹੋਇਆ ਇਹ, ਹੈ ਨਾ। ਉਹਦੇ ਵਾਸਤੇ ਕੀ ਕਰਾਂਗੇ, ਆਪਾਂ ਵਾਈਟਲ ਸਾਈਨ ਨੂੰ ਕੀ ਕਰਾਂਗੇ, ਮੈਜ਼ਰ ਕਰਾਂਗੇ। ਠੀਕ ਹੈ ਜੀ। ਥਰਡ ਆਪਾਂ ਕਰਾਂਗੇ, ਜਦੋਂ ਮੰਨ ਲਓ ਕਿਸੇ ਡਾਕਟਰ ਨੇ ਕਹਿਤਾ ਆਪਾਂ ਨੂੰ ਬਈ ਇੱਕ ਬੰਦੇ ਦਾ BP ਕੀ ਕਰ ਰਿਹਾ, ਫਲਕਚੁਏਟ ਕਰ ਰਿਹਾ, ਕਦੇ ਵੱਧ ਰਿਹਾ ਕਦੇ ਘਟ ਰਿਹਾ, ਤਾਂ ਡਾਕਟਰਾਂ ਦਾ ਵੈਸੇ ਤਾਂ ਬਿਲਕੁਲ ਠੀਕ ਹੈ, ਚਲੋ ਫਿਰ ਵੀ ਤੁਸੀਂ ਘਰ ਜਾ ਕੇ ਕੀ ਕਰਿਓ, ਇਹਦਾ ਘੰਟੇ ਘੰਟੇ ਬਾਅਦ BP ਵਗੈਰਾ ਚੈੱਕ ਕਰਦੇ ਰਹੋ, ਇਹਦਾ ਪਲਸ ਰੇਟ ਚੈੱਕ ਕਰਦੇ ਰਹੋ। ਤਾਂ ਕਰਕੇ ਆਪਾਂ ਡਾਕਟਰ ਦੇ ਅਨੁਸਾਰ ਵੀ ਕੀ ਕਰ ਸਕਦੇ, ਇਹਨਾਂ ਨੂੰ ਮੈਜ਼ਰ ਕਰ ਸਕਦੇ ਹਾਂ। ਅਗਲਾ ਹੈਗਾ ਵੀ ਜੇ ਮੰਨ ਲਓ ਕਈ ਬੰਦਿਆਂ ਨੂੰ ਕੀ ਹੁੰਦਾ ਵੀ BP ਦੀ ਦਵਾਈ ਲੈਣ ਤੋਂ ਪਹਿਲਾਂ ਜਾਂ ਬਾਅਦ 'ਚ ਆਪਾਂ ਚੈੱਕ ਕਰਦੇ ਹਾਂ ਵੀ ਦਵਾਈ ਲੈਣ ਤੋਂ ਪਹਿਲਾਂ ਕਿੰਨਾ BP ਸੀਗਾ, ਹੁਣ ਦਵਾਈ ਲੈ ਲਈ ਘੰਟੇ ਬਾਅਦ ਕਿੰਨਾ BP ਹੋ ਗਿਆ। ਮਤਲਬ ਕੋਈ ਇੰਸਟਰਕਸ਼ਨ ਦਿੱਤੀ ਆਪਾਂ ਨੂੰ ਕਿ ਦਵਾਈ ਲੈਣ ਤੋਂ ਪਹਿਲਾਂ ਵੀ ਚੈੱਕ ਕਰਨਾ, ਦਵਾਈ ਲੈਣ ਤੋਂ ਬਾਅਦ ਵੀ ਚੈੱਕ ਕਰਨਾ। ਤਾਂ ਕਈਆਂ ਨੂੰ ਕੀ ਹੁੰਦਾ ਦਵਾਈ ਤੋਂ ਪ੍ਰੋਬਲਮ ਹੋ ਸਕਦੀ ਆ, ਠੀਕ ਹੈ, ਰਿਐਕਸ਼ਨ ਵਗੈਰਾ ਹੋ ਜਾਂਦਾ, ਉਸ ਕਰਕੇ ਆਪਾਂ ਦਵਾਈ ਤੋਂ ਪਹਿਲਾਂ ਵੀ ਕਰ ਸਕਦੇ ਹਾਂ, ਬਾਅਦ ਵੀ ਕਰ ਸਕਦੇ ਹਾਂ। ਕਈ ਹੁੰਦਾ ਸਰਜਰੀ ਤੋਂ ਪਹਿਲਾਂ। ਹੁਣ ਜਨਰਲ ਜਿੰਨੀਆਂ ਵੀ ਸਰਜਰੀਆਂ ਹੁੰਦੀਆਂ ਉਹਦੇ ਵਿੱਚ ਕੀ ਹੁੰਦਾ, ਸਾਰਾ ਕੁਝ ਮੈਜ਼ਰ ਕੀਤਾ ਜਾਂਦਾ, ਬਲੱਡ ਪ੍ਰੈਸ਼ਰ, ਪਲਸ ਰੇਟ, ਹਾਰਟ ਬੀਟ, ਸਭ ਕੁਝ ਕੀਤਾ ਜਾਂਦਾ ਕਿ ਸਭ ਕੁਝ ਨਾਰਮਲ ਚੱਲ ਰਿਹਾ। ਇਹਦੀ ਬੈਸਟ ਐਗਜ਼ਾਮਪਲ ਹੈਗੀ, ਤੁਸੀਂ ਸਾਰੇ ਦੰਦਾਂ ਵਾਲੇ ਡਾਕਟਰ ਕੋਲ ਗਏ ਹੋਵੋਗੇ, ਮੰਨ ਲਓ ਆਪਣੇ ਦੰਦ ਦੇ ਵਿੱਚ ਕਿਸੇ 'ਚ ਪ੍ਰੋਬਲਮ ਸੀਗੀ, ਡਾਕਟਰ ਕਹਿੰਦਾ ਵੀ ਦੰਦ ਕੱਢਣਾ ਪਊਗਾ, ਤਾਂ ਡਾਕਟਰ ਕਦੇ ਵੀ ਦੰਦ ਨਹੀਂ ਕੱਢਦਾ ਜਿਹਨੂੰ BP ਦੀ ਪ੍ਰੋਬਲਮ ਹੈ। ਉਹ ਪਹਿਲਾਂ BP ਚੈੱਕ ਕਰੂਗਾ, ਜੇ BP ਨਾਰਮਲ ਹੋਊਗਾ ਤਾਂ ਹੀ ਦੰਦ ਕੱਢੂਗਾ। ਉਹ ਕਿਉਂ ਨਹੀਂ ਕੱਢਦਾ, ਕਿਉਂਕਿ ਜਦੋਂ ਦੰਦ ਪੱਟਦੇ ਆ ਨਾ, ਜਿਹੜਾ ਖੂਨ ਦਾ ਵਹਾਅ ਹੁੰਦਾ, ਜੇ BP ਵੱਧ ਹੋਊਗਾ ਤਾਂ ਕੀ ਹੋਊਗਾ, ਉਹ ਰੁਕਣਾ ਨਹੀਂਗਾ। ਜਦੋਂ ਉੱਥੇ ਮਤਲਬ ਦੰਦ ਪੱਟਿਆ ਗਿਆ ਉਹਦੀ ਜਗ੍ਹਾ 'ਤੇ ਕੀ ਹੋਊਗਾ, ਖੂਨ ਤਾਂ ਨਿਕਲੂਗਾ ਨਾ ਬਾਹਰ, ਉਸ ਖੂਨ ਨੂੰ ਰੋਕਣ ਵਾਸਤੇ ਕੀ ਹੋ ਜਾਊਗਾ, ਉਹ ਅਸਮਰਥ ਹੋ ਜਾਊਗਾ, ਮਤਲਬ ਉਹਨੂੰ ਰੋਕ ਨਹੀਂ ਪਾਊਗਾ ਡਾਕਟਰ। ਇਸ ਕਰਕੇ BP ਕੀ ਹੋਊਗਾ, ਨਾਰਮਲ ਰੱਖੂਗਾ, ਤਾਂ ਜਾ ਕੇ ਦੰਦ ਕੱਢੂਗਾ ਤੁਹਾਡਾ। ਠੀਕ ਹੈ, ਸਮਝ ਗਏ ਹੋਵੋਗੇ। ਸਰਜਰੀ ਤੋਂ ਪਹਿਲਾਂ ਵੀ ਇਹਨੂੰ ਕੀ ਕਰਦੇ ਆ, ਚੈੱਕ ਕਰਦੇ ਆ। ਜਾਂ ਕਦੋਂ ਚੈੱਕ ਕਰਦੇ ਆ, ਮੰਨ ਲਓ ਤੁਹਾਨੂੰ ਕੋਈ ਹੋਰ ਪ੍ਰੋਬਲਮ ਹੋ ਗਈ, ਤੁਸੀਂ ਐਡਮਿਟ ਹੋ ਗਏ, ਨਰਸਿੰਗ ਦਖਲ ਤੋਂ ਪਹਿਲਾਂ ਮੰਨ ਲਓ ਤੁਸੀਂ ਡਾਕਟਰ ਕੋਲ ਗਏ ਨਹੀਂ, ਤੁਸੀਂ ਘਰੇ ਕੀ ਕੀਤਾ, ਸਭ ਕੁਝ ਚੈੱਕ ਕਰ ਲਿਆ, ਜਾਂ ਕੋਈ ਹੋਰ ਜਿਵੇਂ ਵੀ ਹਸਪੀਟਲ ਵਾਲੇ ਕਹਿਣਗੇ ਉਸ ਦੇ ਅਕੋਰਡਿੰਗ ਚੈੱਕ ਹੁੰਦਾ ਰਹੂਗਾ। ਆਈ ਹੋਪ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਊਗਾ, ਵਾਈਟਲ ਸਾਈਨ ਹੁੰਦੇ ਕੀ ਆ, ਕਾਹਤੋਂ ਮੈਜ਼ਰ ਕਰਦੇ ਆ, ਤੇ ਕਿਵੇਂ ਕਿਵੇਂ ਮੈਜ਼ਰ ਕਰ ਸਕਦੇ ਆ। ਠੀਕ ਆ ਜੀ। ਇੱਥੋਂ ਹੁੰਦੀ ਆਪਣੀ ਮੇਨ ਵੀਡੀਓ ਸਟਾਰਟ ਕਿ ਕਿਹੜੇ ਕਿਹੜੇ ਹੁੰਦੇ ਆ। ਆਪਾਂ ਹੁਣ ਟੈਂਪਰੇਚਰ ਬਾਰੇ ਪੜ੍ਹਾਂਗੇ, ਜਿਹਨੂੰ ਤਾਪਮਾਨ ਕਹਿ ਦਿੰਦੇ ਆ। ਟੈਂਪਰੇਚਰ ਦੀਆਂ ਟਾਈਪਸ ਪੜ੍ਹਾਂਗੇ, ਨਾਰਮਲ ਟੈਂਪਰੇਚਰ ਕਿੰਨਾ ਹੁੰਦਾ, ਕਿਹੜੇ ਕਿਹੜੇ ਕੁਐਸਚਨ ਇਹ ਤੋਂ ਬਣ ਸਕਦੇ ਆ। ਤਾਂ ਵੀਡੀਓ ਨੂੰ ਤੁਸੀਂ, ਮੈਂ ਤੁਹਾਨੂੰ ਕਹਿਣਾ ਨਹੀਂ, ਪਰ ਤੁਸੀਂ ਆਪਣੇ ਆਪ ਹੀ ਇਹਨੂੰ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰ ਹੀ ਦੇਣੇ ਆ, ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਣੀ ਕੰਟੈਂਟ ਆਫ ਕੁਆਲਿਟੀ ਕੀ ਆ, ਬਹੁਤ ਵਧੀਆ ਹੈ, ਅਤੇ ਬਹੁਤ ਜ਼ਿਆਦਾ ਆਪਾਂ ਇੱਥੇ ਮਿਹਨਤ ਕਰ ਰਹੇ ਹਾਂ। ਮੈਨੂੰ ਪੂਰੀ ਗਰੰਟੀ ਹੈ ਕਿ ਇਹ ਤੁਹਾਨੂੰ ਪੇਪਰ ਦੇ ਵਿੱਚ ਜਾ ਕੇ ਜ਼ਰੂਰ ਹੈਲਪਫੁਲ ਹੋਊਗੀ ਵੀਡੀਓ। ਇਹਨੂੰ ਐਂਡ ਤੱਕ ਜ਼ਰੂਰ ਦੇਖਿਓ ਭਾਈ, ਅਤੇ 2 ਵਾਰ ਘੱਟੋ ਘੱਟ ਰਿਪੀਟ ਕਰ ਲਿਓ। ਹੁਣ ਆਪਾਂ ਗੱਲ ਕਰਦੇ ਹਾਂ, ਕਹਿੰਦਾ ਤਾਪਮਾਨ, ਜਿਹਨੂੰ ਟੈਂਪਰੇਚਰ ਕਹਿ ਦਿੰਦੇ ਆ, ਹੁੰਦਾ ਕੀ ਹੈ। ਨੋਰਮਲੀ ਇੱਕ ਚੀਜ਼ ਸਾਰਿਆਂ ਨੇ ਸੁਣੀ ਹੋਊਗੀ ਕਿ ਰੂਮ ਟੈਂਪਰੇਚਰ, ਹੈ ਨਾ, ਕਮਰੇ ਦਾ ਤਾਪਮਾਨ ਜਿਹਨੂੰ ਕਹਿ ਦਿੰਦੇ ਬੇਸਿਕਲੀ। ਰੂਮ ਟੈਂਪਰੇਚਰ ਕਿੰਨਾ ਹੁੰਦਾ,
ਉਹ ਬੇਸਿਕਲੀ ਕਿੰਨਾ ਹੁੰਦਾ, ਉਹਦੀ ਰੇਂਜ ਕਿੰਨੀ ਰੱਖੀ ਗਈ ਹੈ, ਸਟੈਂਡਰਡ 25 ਡਿਗਰੀ ਸੈਲਸੀਅਸ ਰੱਖੀ ਗਈ ਹੈ। ਤਾਂ ਟੈਂਪਰੇਚਰ ਕੀ ਹੁੰਦਾ ਕਿ ਬੇਸਿਕਲੀ ਆਪਣੇ ਜਿਹੜਾ ਸਰੀਰ ਹੁੰਦਾ ਹੈ ਉਹਦੇ ਵਿੱਚ ਜਿਹੜੀ ਗਰਮੀ ਹੁੰਦੀ ਹੈ ਜਾਂ ਠੰਡਕ ਹੁੰਦੀ ਆ ਉਹਨੂੰ ਦਰਸਾਉਂਦਾ ਹੈ। ਮੰਨ ਲਓ ਕਿਸੇ ਬੰਦੇ ਨੂੰ ਸਰੀਰ ਬਹੁਤ ਗਰਮ ਹੋ ਗਿਆ, ਉਹਦਾ ਮਤਲਬ ਕੀ ਆ, ਉਹਨੂੰ ਫੀਵਰ ਹੋ ਸਕਦਾ ਹੈ। ਜਾਂ ਕਿਸੇ ਨੂੰ ਬਹੁਤ ਘਟ ਗਿਆ, ਬੀਪੀ ਵਗੈਰਾ ਘਟ ਗਿਆ, ਤਾਂ ਉਹਦੀ ਬੋਡੀ ਠੰਡੀ ਹੋਣੀ ਸ਼ੁਰੂ ਹੋ ਜਾਂਦੀ ਆ। ਹੋ ਸਕਦਾ ਕਿ ਉਹਨੂੰ ਬਹੁਤ ਜ਼ਿਆਦਾ ਠੰਡ ਲੱਗਣੀ ਸ਼ੁਰੂ ਹੋ ਜੇ, ਉਹਦਾ ਮਤਲਬ ਕੀ, ਉਹਦਾ ਬੀਪੀ ਕੀ ਹੋ ਰਿਹਾ, ਡਾਊਨ ਹੋ ਰਿਹਾ। ਤਾਂ ਤਾਪਮਾਨ ਕੀ ਹੈ, ਇੱਕ ਸਰੀਰ ਦੀ ਮਾਤਰਾ ਹੈ ਜੋ ਕਿ ਗਰਮ ਅਤੇ ਠੰਡੇ ਨੂੰ ਦਰਸਾਉਂਦੀ ਹੈ ਆਪਣੀ ਬੋਡੀ ਦੇ ਵਿੱਚ। ਆਈ ਹੋਪ ਬਿਲਕੁਲ ਕਲੀਅਰ ਹੋ ਗਿਆ ਹੋਊਗਾ ਤੁਹਾਨੂੰ ਟੈਂਪਰੇਚਰ ਹੁੰਦਾ ਕੀ ਹੈ। ਹੁਣ ਉਸ ਤੋਂ ਬਾਅਦ ਕੀ ਹੈ, ਕਹਿੰਦਾ ਜਿਹੜਾ ਮਨੁੱਖੀ ਸਰੀਰ ਦਾ ਸਧਾਰਨ ਤਾਪਮਾਨ ਹੈ ਕਿੰਨਾ ਹੋ ਸਕਦਾ ਹੈ। ਜੇ ਸੈਲਸੀਅਸ 'ਚ ਗੱਲ ਕਰੀਏ ਤਾਂ ਕਿੰਨਾ ਹੋਊਗਾ, 37 ਡਿਗਰੀ ਸੈਲਸੀਅਸ ਹੋਊਗਾ। ਜੇ ਫਾਰਨਹਾਈਟ 'ਚ ਗੱਲ ਕਰੀਏ ਤਾਂ ਕਿੰਨਾ ਹੋ ਸਕਦਾ, 98.6 ਹੋ ਸਕਦਾ ਹੈ। ਤਾਂ ਤੁਸੀਂ ਬੇਸਿਕਲੀ ਉਹਨੂੰ ਸੈਲਸੀਅਸ 'ਚ ਯਾਦ ਰੱਖ ਲਿਓ, ਇਹ ਵੀ ਨਾਲ ਯਾਦ ਰੱਖਣਾ ਤਾਂ ਰੱਖ ਸਕਦੇ ਹੋ ਤੁਸੀਂ, 98.6 ਡਿਗਰੀ। ਹੁਣ ਨੈਕਸਟ ਦੇਖਦੇ ਹਾਂ ਕੁਐਸਚਨ ਆਇਆ ਕਿਵੇਂ ਹੋਇਆ ਹੈ। ਕਹਿੰਦਾ ਟੈਂਪਰੇਚਰ ਇਜ਼ ਦਾ, ਮਤਲਬ ਕੀ ਪੁੱਛ ਰਿਹਾ, ਕਹਿੰਦਾ ਤਾਪਮਾਨ ਕੀ ਹੈ। ਤਾਂ ਤੁਹਾਨੂੰ ਮੈਂ ਦੱਸਿਆ ਟੈਂਪਰੇਚਰ ਹੈ ਕੀ ਹੈ, ਮੇਜਰਮੈਂਟ ਆਫ ਕੋਰ ਬੋਡੀ ਟੈਂਪਰੇਚਰ, ਮਤਲਬ ਕਿ ਜਿਹੜੀ ਆਪਣੀ ਚਮੜੀ ਆ ਜਾਂ ਸਤਹ ਕਹਿ ਸਕਦੇ ਹਾਂ ਸਰੀਰ ਦੀ, ਉਹਦੇ 'ਤੇ ਜਿਹੜੀ ਹੀਟ ਪੈਦਾ ਹੁੰਦੀ ਹੈ ਉਹਨੂੰ ਕੀ ਕਹਿ ਦਿੰਦੇ ਆਪਾਂ, ਇੱਕ ਤਰ੍ਹਾਂ ਦਾ ਤਾਪਮਾਨ ਕਹਿ ਦਿੰਦੇ ਹਾਂ। ਓਕੇ ਜੀ, ਨੈਕਸਟ ਕਰਦੇ ਹਾਂ ਆਪਾਂ। ਹੁਣ ਕਹਿੰਦਾ ਵੀ ਜਿਹੜੇ ਟੈਂਪਰੇਚਰ ਹੁੰਦਾ ਹੈ, ਤਾਪਮਾਨ ਹੁੰਦਾ, ਉਹ ਕਿੰਨੀ ਤਰ੍ਹਾਂ ਦਾ ਹੁੰਦਾ। ਬੇਸਿਕਲੀ ਇਹ ਦੋ ਕਿਸਮਾਂ ਦਾ ਹੁੰਦਾ। ਕਿਹੜਾ ਹੁੰਦਾ, ਪਹਿਲਾ ਹੁੰਦਾ ਭਾਈ ਇਹਨੂੰ ਕ੍ਰਿਟੀਕਲ ਟੈਂਪਰੇਚਰ ਵੀ ਕਹਿ ਦਿੰਦੇ ਆ, TC, ਉਲਟ ਹੈ TC ਬੋਲਦੇ ਇਹਨੂੰ, ਕ੍ਰਿਟੀਕਲ ਟੈਂਪਰੇਚਰ। ਤਾਂ ਕੁਐਸਚਨ ਇੱਥੋਂ ਵੀ ਆ ਸਕਦਾ, ਵਾਟ ਇਜ਼ TC, ਤਾਂ ਇਹਨੂੰ ਕਹਿੰਦੇ ਆ ਕ੍ਰਿਟੀਕਲ ਟੈਂਪਰੇਚਰ ਕਹਿ ਦਿੰਦੇ ਆ, ਜਾਂ ਇਹਨੂੰ ਕੀ ਕਹਿ ਦਿੰਦੇ ਆ, ਕੇਸ ਟੈਂਪਰੇਚਰ ਵੀ ਕਹਿ ਦਿੰਦੇ ਆ। ਠੀਕ ਹੈ, ਯਾਦ ਰੱਖਿਓ ਕੇਸ ਔਰ ਕ੍ਰਿਟੀਕਲ ਦੋਨੇ ਇਹਦੇ ਨਾਮ ਹੈਗੇ ਆ। ਇਹ ਕੀ ਹੁੰਦਾ, ਹੁਣ ਦੇਖੋ ਜਿਹੜਾ TC ਹੁੰਦਾ ਨਾ, ਇਹ ਕੀ ਕਹਿੰਦਾ ਵੀ ਜਿਹੜਾ ਸਰੀਰ ਦਾ ਕੋਰ ਤਾਪਮਾਨ ਹੁੰਦਾ ਉਹਦੇ ਵਜੋਂ ਵੀ ਜਾਣਿਆ ਜਾਂਦਾ ਹੈ। ਤਾਂ ਦੂਜਾ ਨਾਮ ਕੀ ਇਹਦਾ, ਕ੍ਰਿਟੀਕਲ ਟੈਂਪਰੇਚਰ ਦਾ ਦੂਜਾ ਨਾਮ ਕੀ ਹੈ, ਕੋਰ ਟੈਂਪਰੇਚਰ ਹੈ। ਜਿਹਦੇ ਵਿੱਚ ਕੀ ਹੁੰਦਾ, ਕੋਰ ਦਾ ਮਤਲਬ ਕੀ ਹੁੰਦਾ, ਅੰਦਰੂਨੀ ਮਤਲਬ ਕਿ ਸਰੀਰ ਦੀ ਬਾਹਰਲੀ ਚਮੜੀ ਦਾ ਤਾਪਮਾਨ ਨਹੀਂ ਹੋਊਗਾ, ਸਰੀਰ ਦੇ ਅੰਦਰਲੇ ਜਿਹੜੇ ਅੰਗ ਨੇ, ਔਰਗਨ ਨੇ, ਉਹਨਾਂ ਦਾ ਤਾਪਮਾਨ ਹੋਊਗਾ। ਜਿਵੇਂ ਕਿ ਜਿਗਰ, ਠੀਕ ਹੈ, ਜਿਗਰ ਕੀ ਹੁੰਦਾ, ਸਰੀਰ ਦੇ ਵਿੱਚ ਬਹੁਤ ਡੂੰਘਾ ਹੁੰਦਾ ਹੈ, ਤਾਂ ਉਹਦਾ ਤਾਪਮਾਨ ਜੇ ਆਪਾਂ ਮਾਪਾਂਗੇ ਉਹਨੂੰ ਕੀ ਕਹਿ ਦਾਂਗੇ, ਕ੍ਰਿਟੀਕਲ ਟੈਂਪਰੇਚਰ ਕਹਿ ਦਾਂਗੇ। ਤੇ ਹੁੰਦਾ ਕਿੰਨਾ, ਬੇਸਿਕਲੀ ਕਹਿੰਦਾ ਵੀ ਨਿਰੰਤਰ ਰਹਿੰਦਾ, ਮਤਲਬ ਇੱਕ ਸਮਾਨ ਰਹਿੰਦਾ 37 ਡਿਗਰੀ ਸੈਲਸੀਅਸ। ਤੇ ਇਹਨੂੰ ਮਾਪਣ ਵਾਸਤੇ ਕਿਹਦੀ ਵਰਤੋਂ ਕੀਤੀ ਜਾਂਦੀ ਆ, ਥਰਮਾਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ। ਸਾਰਾ ਕੁਝ ਸਮਝ ਆ ਗਿਆ ਹੋਊਗਾ। ਕ੍ਰਿਟੀਕਲ ਟੈਂਪਰੇਚਰ ਹੁੰਦਾ ਕੀ ਹੈ, ਸਰੀਰ ਦੇ ਅੰਦਰੂਨੀ ਅੰਗਾਂ ਦੇ ਵਾਸਤੇ। ਤਾਂ ਕੁਐਸਚਨ ਇੱਥੋਂ ਵੀ ਪੁੱਛਿਆ ਜਾ ਸਕਦਾ ਕਿ ਜਿਹੜਾ ਹਿਊਮਨ ਆਰਗਨ ਨੂੰ ਮੈਜ਼ਰ ਕਰਨ ਵਾਸਤੇ ਕਿਹੜਾ ਟੈਂਪਰੇਚਰ ਹੈ, ਜਾਂ ਉਹ ਟੈਂਪਰੇਚਰ ਦੀ ਟਾਈਪ ਕਿਹੜੀ ਆ, ਤਾਂ ਉਹ ਹੈਗੀ ਆ ਕ੍ਰਿਟੀਕਲ ਟੈਂਪਰੇਚਰ, ਕੇਸ ਟੈਂਪਰੇਚਰ। ਨੈਕਸਟ ਕਰਦੇ ਹਾਂ ਆਪਾਂ ਸਰਫੇਸ ਟੈਂਪਰੇਚਰ। ਨਾਮ ਤੋਂ ਹੀ ਕਲੀਅਰ ਹੈ, ਜਿਹੜਾ ਆਮ ਆਪਾਂ ਮਾਪਦੇ ਹਾਂ, ਜਿਹਨੂੰ ਕਹਿ ਦਿੰਦੇ ਆ ਸਤਹ ਦਾ ਤਾਪਮਾਨ ਜਾਂ ਚਮੜੀ ਦਾ ਤਾਪਮਾਨ ਕਹਿ ਦਿੰਦੇ ਆ। ਤਾਂ ਕਹਿੰਦਾ ਵੀ ਚਮੜੀ ਦਾ ਜਿਹੜਾ ਤਾਪਮਾਨ ਹੁੰਦਾ ਸਰੀਰ ਦੀ ਬਾਹਰਲੀ ਸਤਹ ਦਾ, ਤਾਂ ਉਹਨੂੰ ਕੀ ਕਹਿ ਦਿੰਦੇ ਆ, ਸਰਫੇਸ ਟੈਂਪਰੇਚਰ ਕਹਿ ਦਿੰਦੇ ਆ। ਠੀਕ ਹੈ, ਇਹ ਕੀ ਕਰਦਾ, ਆਪਣਾ ਡਿਪੈਂਡ ਕਰਦਾ, ਵਾਤਾਵਰਨ 'ਤੇ ਵੀ ਡਿਪੈਂਡ ਕਰਦਾ ਹੈ। ਹੋ ਸਕਦਾ ਕਈਆਂ ਨੂੰ ਗਰਮੀ ਦੇ ਵਿੱਚ ਜ਼ਿਆਦਾ ਗਰਮੀ ਲੱਗਦੀ ਹੋਵੇ ਤਾਂ ਉਹਨਾਂ ਨੂੰ ਫੀਵਰ ਵਗੈਰਾ ਹੋ ਜਾਂਦਾ ਜਲਦੀ, ਜਾਂ ਕਿਸੇ ਨੂੰ ਠੰਡ ਜ਼ਿਆਦਾ ਲੱਗਦੀ ਹੈ ਤਾਂ ਉਹਦਾ BP ਵਗੈਰਾ ਬੁਖਾਰ ਵਗੈਰਾ ਘਟ ਵੀ ਸਕਦਾ ਟੈਂਪਰੇਚਰ ਬੋਡੀ ਦਾ। ਤਾਂ ਡਿਪੈਂਡ ਕਰਦਾ ਕਿਹਦੇ ਉੱਪਰ, ਇਨਵਾਇਰਮੈਂਟ ਦੇ ਉੱਪਰ ਵੀ ਡਿਪੈਂਡ ਕਰਦਾ ਆਪਣੇ। ਤਾਂ ਇਹਦੀ ਰੇਂਜ ਹੁੰਦੀ ਆ 20 ਤੋਂ ਲੈ ਕੇ 40 ਡਿਗਰੀ ਸੈਲਸੀਅਸ। ਠੀਕ ਹੈ, ਤਾਂ ਇਹ ਸਰੀਰ ਦੇ ਅੰਦਰਲੇ ਅੰਗਾਂ ਦੇ ਵਾਸਤੇ ਨਹੀਂ ਹੁੰਦਾ ਗਾ, ਇਹ ਕਿਹਦੇ ਵਾਸਤੇ ਹੁੰਦਾ, ਬਾਹਰਲੀ ਚਮੜੀ ਵਾਸਤੇ, ਜਿਹਨੂੰ ਕਹਿ ਦਿੰਦੇ ਆ ਸਰਫੇਸ ਟੈਂਪਰੇਚਰ। ਠੀਕ ਹੈ ਜੀ, ਕਲੀਅਰ ਹੋ ਗਿਆ ਹੋਊਗਾ ਤੁਹਾਨੂੰ ਇਹ ਵੀ। ਤਾਂ ਦੋ ਹੀ ਸੀਗੇ ਬੋਡੀ ਟੈਂਪਰੇਚਰ, ਠੀਕ ਹੈ, ਕ੍ਰਿਟੀਕਲ ਤੇ ਸਤਹ, ਜਿਹਨੂੰ ਕਹਿ ਦਿੰਦੇ ਆ ਸਰਫੇਸ। ਹੁਣ ਕੀ ਕਹਿੰਦਾ ਵੀ ਜਿਹੜਾ ਗੱਲਾਂ ਆਪਾਂ ਯਾਦ ਰੱਖਣੀਆਂ ਨੇ, ਜਿਹੜੀ ਆਹ ਸਲਾਈਡ ਆ ਇਹ ਬਹੁਤ ਇੰਪੋਰਟੈਂਟ ਹੈ। ਇਹਦੇ ਵਿੱਚ ਆਪਾਂ ਕੀ ਯਾਦ ਰੱਖਣਾ, ਇੱਕ ਤਾਂ ਤੁਹਾਨੂੰ ਮੈਂ ਦੱਸਤਾ ਰੇਂਜ ਕਿੰਨੀ ਆ, 37 ਡਿਗਰੀ ਸੈਲਸੀਅਸ ਤੋਂ ਲੈ ਕੇ 98.6 ਫਾਰਨਹਾਈਟ ਹੈ। ਠੀਕ ਹੈ, ਸੈਕਿੰਡ ਕੀ ਕਹਿੰਦਾ, ਬੁਖਾਰ ਦਾ ਜਿਹੜਾ ਬੁਖਾਰ ਹੁੰਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਬੰਦੇ ਨੂੰ ਬੁਖਾਰ ਹੋ ਗਿਆ, ਪੰਜਾਬੀ 'ਚ ਆਪਾਂ ਬੁਖਾਰ ਕਹਿ ਦਿੰਦੇ ਹਾਂ, ਪਰ ਇੰਗਲਿਸ਼ ਦੇ ਵਿੱਚ ਉਹਨੂੰ ਆਪਾਂ ਫੀਵਰ ਕਹਿ ਦਿੰਦੇ ਹਾਂ। ਠੀਕ ਹੈ, ਜਿਹੜਾ ਫੀਵਰ ਹੁੰਦਾ ਉਹਦਾ ਮਤਲਬ ਕੀ ਹੁੰਦਾ ਕਿ ਜਿਹੜੀ ਆ ਰੇਂਜ ਹੈ, ਰੇਂਜ ਦਿੱਤੀ ਹੋਈ ਆ 100 ਡਿਗਰੀ ਫਾਰਨਹਾਈਟ, ਇਹ ਤੋਂ ਉੱਪਰ ਚਲਾ ਜਾਊਗਾ ਤਾਂ ਆਪਾਂ ਕੀ ਕਹਿੰਦੇ ਹਾਂ ਵੀ ਭਾਈ ਬੰਦੇ ਨੂੰ ਕੀ ਹੋ ਗਿਆ, ਫੀਵਰ ਹੋ ਗਿਆ ਭਾਈ, ਬੁਖਾਰ ਹੋ ਗਿਆ। ਤਾਂ ਕਈ ਬੰਦੇ ਇੱਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਦਾ ਤਾਪਮਾਨ 96.8 ਤੋਂ ਘੱਟ ਜਾਂਦਾ ਹੈ, ਤਾਂ ਉਹਨਾਂ ਨੂੰ ਕੀ ਕਹਿ ਦਿੰਦੇ ਆ, ਹਾਈਪੋਥਰੀਮੀਆ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ, ਹਾਈਪੋਥਰੀਮੀਆ ਕਹਿ ਦਿੰਦੇ ਆ। ਠੀਕ ਹੈ, ਤਾਂ ਦੋਨੇ ਵਰਡ ਯਾਦ ਰੱਖਣੇ ਆ। ਵੱਧ ਤਾਪਮਾਨ ਵਾਸਤੇ ਕੀ ਕਹਿ ਦਿੰਦੇ ਆ, ਬੁਖਾਰ, ਫੀਵਰ, ਤੇ ਘੱਟ ਵਾਸਤੇ ਕੀ ਕਹਿ ਦਿੰਦੇ ਆ, ਹਾਈਪੋਥਰੀਮੀਆ। ਤਾਂ ਯਾਦ ਰੱਖਿਓ ਇਹਨੂੰ। ਤਾਂ ਹੁਣ ਬੁਖਾਰ ਦੇ ਵਿੱਚ ਵੀ ਇਹਦੇ ਅੱਗੇ ਟਾਈਪਸ ਹੈਗੀਆਂ। ਜਿਹੜਾ ਬੁਖਾਰ ਜਿਹਨੂੰ ਆਪਾਂ ਉੱਚ ਤਾਪਮਾਨ ਕਹਿ ਦਿੰਦੇ ਆ, ਇਹਦੇ ਵਿੱਚ ਪਹਿਲੀ ਜਿਹੜੀ ਟਾਈਪ ਹੈਗੀ ਆ ਉਹ ਹੈਗੀ ਆ ਪਾਈਰੈਕਸੀਆ ਬੁਖਾਰ। ਪਾਈਰੈਕਸੀਆ ਬੁਖਾਰ ਕੀ ਹੁੰਦਾ, ਕਹਿੰਦਾ ਵੀ ਜਿਹੜਾ ਸਰੀਰ ਦਾ ਤਾਪਮਾਨ ਹੁੰਦਾ ਨਾ, ਆਮ ਰੇਂਜ ਤੋਂ ਬਹੁਤ ਉੱਪਰ ਚਲਾ ਜਾਂਦਾ ਹੈ, ਬਹੁਤ ਉੱਪਰ। ਜਿਵੇਂ ਆਹ ਜਿਹੜੀ ਰੇਂਜ ਦਿੱਤੀ ਹੋਈ ਹੈ, ਠੀਕ ਹੈ, ਇਵੇਂ ਚਲਾ ਜਾਂਦਾ, ਜਿਵੇਂ 100.4 ਤੋਂ ਲੈ ਕੇ ਕਿੰਨੇ ਚਲਾ ਜਾਂਦਾ, 105.8 ਤੱਕ ਚਲਾ ਜਾਂਦਾ। ਮਤਲਬ ਕਿ ਆਮ ਨਾਲੋਂ ਕੀ ਕਹਿੰਦਾ, ਵੱਧ ਜਾਂਦਾ ਹੈ।
ਕਿਉਂਕਿ ਆਮ ਰੇਂਜ ਕਿੰਨੀ ਹੁੰਦੀ ਆ ਪਈ ਆ ਥੋੜੀ 36 ਤੋਂ ਲੈ ਕੇ 38 ਡਿਗਰੀ ਸੈਲਸੀਅਸ, ਤਾਂ ਇਹ ਕੀ ਹੁੰਦਾ 38 ਤੋਂ ਲੈ ਕੇ 41 ਤੱਕ ਚਲਾ ਜਾਂਦਾ ਹੈ, ਮਤਲਬ ਕਿ ਵੱਧ ਜਾਂਦਾ, ਜਿੰਨੀ ਨਾਰਮਲ ਰੇਂਜ ਹੁੰਦੀ ਆ ਉਸ ਤੋਂ ਉੱਪਰ ਚਲਾ ਜਾਂਦਾ ਹੈ। ਉਹਨੂੰ ਕੀ ਕਹਿ ਦਿੰਦੇ ਆ, ਪਾਈਰੈਕਸੀਆ ਬੁਖਾਰ ਕਹਿ ਦਿੰਦੇ ਆ। ਸੈਕੰਡ ਹੈਗਾ ਹਾਈਪਰ ਪਾਈਰੈਕਸੀਆ। ਦੇਖੋ ਨਾਮ ਤੋਂ ਹੀ ਕਲੀਅਰ ਆ, ਹਾਈਪਰ ਦਾ ਮਤਲਬ ਕੀ ਹੁੰਦਾ, ਆਪਾਂ ਕਹਿ ਦਿੰਦੇ ਹਾਂ ਯਾਰ ਇਹ ਬੜਾ ਬੰਦਾ ਹਾਈਪਰ ਹੋ ਜਾਂਦਾ ਹੈ। ਹਾਈਪਰ ਦਾ ਮਤਲਬ ਕੀ ਹੁੰਦਾ, ਇੱਕਦਮ ਗੁੱਸੇ 'ਚ ਆ ਜਾਣਾ, ਤਾਂ ਹਾਈਪਰ ਦਾ ਮਤਲਬ ਕੀ ਹੁੰਦਾ, ਅਪ ਹੋ ਜਾਣਾ, ਅਪ, ਠੀਕ ਹੈ। ਤਾਂ ਪਾਈਰੈਕਸੀਆ ਬੁਖਾਰ ਕੀ ਹੈ ਕਿ ਨਾਰਮਲ ਦੇ ਨਾਲੋਂ ਉੱਪਰ ਹੋ ਗਿਆ। ਤਾਂ ਹਾਈਪਰ ਪਾਈਰੈਕਸੀਆ ਕੀ ਹੋ ਗਿਆ, ਬਹੁਤ ਤੇਜ਼ ਬੁਖਾਰ, ਮਤਲਬ ਕਿ ਨਾਰਮਲ ਦੇ ਨਾਲੋਂ ਇੱਕ ਬੁਖਾਰ ਹੁੰਦਾ, ਬੁਖਾਰ ਤੋਂ ਵੀ ਉੱਪਰ ਬੁਖਾਰ ਹੋ ਗਿਆ। ਤਾਂ ਜਿਵੇਂ ਮੰਨ ਲਓ 45 ਡਿਗਰੀ ਸੈਲਸੀਅਸ ਤੋਂ ਵੀ ਵੱਧ ਗਿਆ, 42 ਡਿਗਰੀ ਸੈਲਸੀਅਸ ਤੋਂ ਵੀ ਵੱਧ ਗਿਆ, ਜਿਹਦੇ ਵਿੱਚ ਕੀ ਹੈ ਡੈਥ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ ਆ। ਤਾਂ ਹਾਈਪਰ ਪਾਈਰੈਕਸੀਆ ਨਾਰਮਲੀ ਨਹੀਂ ਹੁੰਦਾ ਗਾ, ਜੇ ਕਿਸੇ ਨੂੰ ਕੋਈ ਹੋਰ ਬਿਮਾਰੀ ਆ ਉਸ ਬਿਮਾਰੀ ਦੇ ਲੱਛਣਾਂ ਕਰਕੇ ਹੋ ਸਕਦਾ। ਅਦਰਵਾਈਜ਼ ਸਿੰਪਲ ਬੁਖਾਰ ਕਿਹੜਾ ਹੁੰਦਾ, ਜਿਹਨੂੰ ਫੀਵਰ ਕਹਿ ਦਿੰਦੇ ਆ ਜਾਂ ਕਹਿ ਦਿੰਦੇ ਆ ਪਾਈਰੈਕਸੀਆ ਬੁਖਾਰ ਕਹਿ ਦਿੰਦੇ ਆ। ਓਕੇ ਜੀ, ਇਹ ਕਲੀਅਰ ਹੈ। ਹੁਣ ਗੱਲ ਕਰਦੇ ਹਾਂ ਘੱਟ ਵਾਲੇ ਦੀ। ਘੱਟ ਵਾਲੇ ਦੇ ਵਿੱਚ ਵੀ ਚਾਂਸ ਹੁੰਦੇ ਆ ਮੌਤ ਹੋਣ ਦੇ, ਜਿਹਨੂੰ ਕਹਿ ਦਿੰਦੇ ਆ ਹਾਈਪੋਥੀਰੀਮੀਆ ਦੇ ਵਿੱਚ ਕੀ ਹੁੰਦਾ, ਜਿਹੜਾ ਤਾਪਮਾਨ ਹੁੰਦਾ ਉਹ ਬੜਾ ਘੱਟ ਜਾਂਦਾ ਹੈ, ਠੀਕ ਹੈ। ਨਾਰਮਲ ਤਾਂ ਇਹ ਹੁੰਦਾ ਵੀ 34 ਤੋਂ 35 ਤੱਕ ਹੋਵੇ, ਲੇਕਿਨ 34 ਤੋਂ ਵੀ ਜੇ ਘੱਟ ਜਾਵੇ ਤਾਂ ਫਿਰ ਕੀ ਬਣ ਜੂਗੀ, ਉਹਦੀ ਡੈਥ ਹੋਣ ਦੇ ਚਾਂਸ ਹੋ ਸਕਦੇ ਆ, ਮੌਤ ਹੋਣ ਦੇ ਚਾਂਸ ਹੋ ਸਕਦੇ ਆ। ਤਾਂ ਓਕੇ, ਇਸ ਸਲਾਈਡ ਨੂੰ ਘੱਟੋ ਘੱਟ ਤੁਸੀਂ ਕੰਮ ਕੀ ਕਰਨਾ, ਇੱਕ ਵੀਡੀਓ ਤਾਂ ਰਿਪੀਟ ਕਰਨੀ ਆ 2 ਵਾਰ, ਬਾਕੀ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਵਾਰ-ਵਾਰ ਵੀਡੀਓ ਰਿਪੀਟ ਕਰਨ ਦਾ, ਤਾਂ ਇੱਥੇ ਵੀਡੀਓ ਨੂੰ ਪਾਊਜ਼ ਕਰ ਲਿਓ। ਬਾਕੀ ਤੁਹਾਨੂੰ ਮੈਂ PDF ਵੀ ਭੇਜੂੰਗਾ, ਠੀਕ ਹੈ। ਇਹ ਚੀਜ਼ਾਂ ਨੋਟ ਕਰ ਲਿਓ, ਜਿਹੜੀਆਂ ਮੇਨ ਚੀਜ਼ਾਂ ਜਿਹੜੀਆਂ ਮੈਂ ਰੈੱਡ ਦੇ ਵਿੱਚ ਲਿਖੀਆਂ ਹੋਈਆਂ। ਵੈਸੇ ਤਾਂ ਸਾਰੀ ਵੀਡੀਓ ਹੀ ਮੇਨ ਹੈ, ਪਰ ਬਹੁਤ ਜ਼ਿਆਦਾ ਜੇ ਤੁਸੀਂ ਮੇਨ ਲੈ ਕੇ ਜਾਣਾ ਤਾਂ ਤੁਸੀਂ ਇਹਦੀ ਟਾਈਪਸ ਹੋ ਗਈਆਂ, ਨਾਰਮਲ ਰੇਂਜ ਹੋ ਗਈ, ਕਿਹਦੇ ਵਿੱਚ ਡੈਥ ਹੋ ਸਕਦੀ ਹੈ, ਕਿਹਦੇ ਵਿੱਚ ਨਹੀਂ ਹੋ ਸਕਦੀ, ਤਾਂ ਤੁਸੀਂ ਇਹ ਚੀਜ਼ਾਂ ਯਾਦ ਰੱਖਣੀਆਂ, ਕਿਉਂਕਿ ਇਹ ਬਿਲਕੁਲ ਬੇਸਿਕ ਚੀਜ਼ਾਂ ਨੇ, ਇਹ ਵਾਰ ਟੈਂਡਰ ਦੇ ਵਿੱਚ ਪੁੱਛੀਆਂ ਜਾ ਹੀ ਸਕਦੀਆਂ ਨੇ, ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਆਪਾਂ, ਕੁਐਸਚਨ ਕਿਵੇਂ ਬਣਿਆ ਹੋਇਆ। ਦੇਖੋ ਕਹਿੰਦਾ ਪਾਈਰੈਕਸੀਆ ਕੀ ਹੈ, ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਪਾਈਰੈਕਸੀਆ ਕੀ ਹੈ, ਇੱਕ ਫੀਵਰ ਹੈ, ਫੀਵਰ ਦਾ ਦੂਸਰਾ ਨਾਮ ਹੀ ਕੀ ਹੈ, ਪਾਈਰੈਕਸੀਆ। ਤਾਂ ਤੁਹਾਨੂੰ ਮੈਂ ਦੱਸਤਾ। ਹਾਈਪਰ ਪਾਈਰੈਕਸੀਆ ਕੀ ਹੈ, ਬਹੁਤ ਜ਼ਿਆਦਾ ਬੁਖਾਰ, ਠੀਕ ਹੈ। ਤਾਂ ਕਲੀਅਰ ਹਰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਆ, ਪੇਪਰ ਦੇ ਵਿੱਚ ਕਿਤੇ ਵੀ ਘੁਮਾ ਕੇ ਕੁਐਸਚਨ ਪੁੱਛਿਆ ਜਾ ਸਕਦਾ ਹੈ। ਹੁਣ ਇਹਦੀਆਂ ਟਾਈਪਸ ਪੜ੍ਹ ਲੈਂਦੇ ਹਾਂ, ਬੁਖਾਰ ਦੀਆਂ ਕਿਸਮਾਂ ਪੜ੍ਹ ਲੈਂਦੇ ਹਾਂ ਵੀ ਕਿਹੜੇ ਬੁਖਾਰ ਹੋ ਸਕਦੇ ਆਪਾਂ ਨੂੰ, ਠੀਕ ਹੈ। ਵੈਸੇ ਤਾਂ ਨਹੀਂ ਆਉਂਦਾ ਗਾ, ਪਰ ਫਿਰ ਵੀ ਆਪਾਂ ਕੋਈ ਚੀਜ਼ ਛੱਡ ਕੇ ਨਹੀਂ ਜਾਣੀ, ਆਪਾਂ ਆਪਦੀ 101% ਤਿਆਰੀ ਕਰਕੇ ਜਾਣੀ ਆ। ਪਹਿਲਾ ਹੈਗਾ ਭਾਈ ਇੰਟਰਮਿਟੈਂਟ ਬੁਖਾਰ, ਠੀਕ ਹੈ, ਜਿਹਨੂੰ ਇੰਟਰਮਿਟੈਂਟ ਫੀਵਰ ਕਹਿ ਦਿੰਦੇ ਆ। ਜਿਹਦਾ ਪੰਜਾਬੀ 'ਚ ਗੱਲ ਕਰੀਏ ਤਾਂ ਪੰਜਾਬੀ 'ਚ ਇਹਦੀ ਗੱਲ ਮਤਲਬ ਕਿ ਟਰਾਂਸਲੇਸ਼ਨ ਬਣਦੀ ਹੈ ਕਿ ਰੁਕ ਕੇ ਬੁਖਾਰ, ਠੀਕ ਹੈ। ਰੁਕ ਕੇ ਜਦੋਂ ਬੁਖਾਰ ਹੁੰਦਾ ਹੈ, ਇਹਦੇ ਵਿੱਚ ਕੀ ਹੁੰਦਾ ਹੈ ਵੀ ਜਿਵੇਂ ਮੰਨ ਲਓ ਇੱਕ ਬੰਦਾ ਨਾਰਮਲ ਬੈਠਾ ਹੈ, ਤਾਂ ਇੱਕੋ ਦਮ ਉਹਦਾ ਕੀ ਹੋ ਗਿਆ, ਟੈਂਪਰੇਚਰ ਬਹੁਤ ਅਪ ਹੋ ਗਿਆ, ਉਹਨੂੰ ਬੁਖਾਰ ਹੋ ਗਿਆ, ਤਾਂ ਅਗਲੇ 2 ਘੰਟਿਆਂ ਬਾਅਦ ਕੀ ਹੋ ਗਿਆ, ਬਹੁਤ ਡਾਊਨ ਹੋ ਗਿਆ, ਮਤਲਬ ਕਿ ਇੱਕ ਟਾਈਮ ਪੀਰੀਅਡ ਦੇ ਬਾਅਦ ਵੱਧ ਵੀ ਸਕਦਾ ਹੈ, ਘੱਟ ਵੀ ਸਕਦਾ ਹੈ। ਤਾਂ ਉਹ ਕੀ ਹੁੰਦਾ, ਇੰਟਰਮਿਟੈਂਟ ਬੁਖਾਰ ਹੁੰਦਾ। ਇਹ ਮਤਲਬ ਆਮ ਨਹੀਂ ਹੁੰਦਾ ਗਾ, ਕਿਸੇ ਇਨਫੈਕਸ਼ਨ ਕਰਕੇ ਹੋ ਸਕਦਾ, ਕਿਸੇ ਛੂਤ ਦੀ ਬਿਮਾਰੀ ਕਰਕੇ ਹੋ ਸਕਦਾ ਹੈ, ਠੀਕ ਹੈ। ਪਹਿਲਾਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਸੈਕੰਡ ਹੈਗਾ ਰਿਮੀਟੈਂਟ ਬੁਖਾਰ, ਠੀਕ ਹੈ, ਜਿਹਨੂੰ ਰਿਮੀਟੈਂਟ ਫੀਵਰ ਕਹਿ ਦਿੰਦੇ ਆ, ਜਾਂ ਜਿਹਨੂੰ ਕਹਿ ਦਿੰਦੇ ਆ ਲਗਾਤਾਰ ਬੁਖਾਰ ਪੰਜਾਬੀ ਦੇ ਵਿੱਚ। ਹੁਣ ਲਗਾਤਾਰ ਬੁਖਾਰ ਕੀ ਹੁੰਦਾ, ਜਿਵੇਂ ਮੰਨ ਲਓ ਕਈ ਵਾਰ ਕੀ ਹੁੰਦਾ ਆਪਾਂ ਨੂੰ ਵੀ ਦਿਨ ਬ ਦਿਨ ਬੁਖਾਰ ਚੜ੍ਹੀ ਜਾਂਦਾ ਹੈ, ਤਾਂ ਇਹ ਕਹਿੰਦਾ ਵੀ ਇਹ ਉਹ ਬੁਖਾਰ ਦੀ ਕਿਸਮ ਹੈ ਜਿਹਦੇ ਵਿੱਚ ਕੀ ਹੁੰਦਾ, ਤਾਪਮਾਨ ਬੇਸਲਾਈਨ ਨੂੰ ਨਹੀਂ ਛੂੰਹਦਾ ਗਾ, ਨਾਰਮਲ ਰੇਂਜ 'ਚ ਆਉਂਦਾ ਹੀ ਨਹੀਂ ਗਾ, ਹਮੇਸ਼ਾ ਕੀ ਰਹਿੰਦਾ, ਨਾਰਮਲ ਰੇਂਜ ਦੇ ਨਾਲੋਂ ਅਪ ਰਹਿੰਦਾ ਪੂਰੇ ਦਿਨ। 24 ਘੰਟਿਆਂ ਦੇ ਵਿੱਚ ਆਪਾਂ ਮੈਜ਼ਰ ਕਰਦੇ ਨਾ ਕਿਸੇ ਵੀ ਚੀਜ਼ ਨੂੰ, ਤਾਂ 24 ਘੰਟੇ ਕੀ ਰਹਿੰਦਾ, ਟੈਂਪਰੇਚਰ ਨਾਰਮਲ ਦੇ ਨਾਲੋਂ ਕੀ ਰਹਿੰਦਾ, ਅਪ ਰਹਿੰਦਾ। ਅਤੇ ਕਹਿੰਦਾ ਤਾਪਮਾਨ ਦੇ ਵਿੱਚ ਰੋਜ਼ਾਨਾ ਕੀ ਆ ਜਾਂਦੀ ਹੈ, ਤਬਦੀਲੀ ਆਉਂਦੀ ਆ। ਮੰਨ ਲਓ ਜੇ ਅੱਜ ਮੇਰਾ ਬੁਖਾਰ ਸੀਗਾ 101 ਪੁਆਇੰਟ ਕੁਛ ਸੀਗਾ, ਤਾਂ ਅਗਲੇ ਦਿਨ ਕੀ ਹੋ ਜਾਊਗਾ, 102 ਹੋ ਜਾਊਗਾ, ਸਿੱਧਾ ਹੀ 1 ਡਿਗਰੀ ਸੈਲਸੀਅਸ ਵੱਧਦਾ ਘਟਦਾ ਰਹੂਗਾ। ਓਕੇ, ਸਮਝ ਗਏ ਹੋਵੋਗੇ ਤੁਸੀਂ ਕਿ ਲਗਾਤਾਰ ਬੁਖਾਰ ਹੋਣਾ ਅਤੇ ਹਰ 24 ਘੰਟੇ ਬਾਅਦ ਕੀ ਹੈ ਨਾ, ਵੱਧਦੇ ਰਹਿਣਾ, ਉਹਨੂੰ ਕਹਿ ਦਿੰਦੇ ਆ ਰਿਮੀਟੈਂਟ ਬੁਖਾਰ, ਜਿਹੜਾ ਲਗਾਤਾਰ ਬੁਖਾਰ ਹੁੰਦਾ ਹੀ ਰਹਿੰਦਾ ਆਪਾਂ ਨੂੰ। ਨੈਕਸਟ ਹੈਗਾ ਆਪਣੇ ਕੋਲੇ ਰੈਲੀਪਸਿੰਗ ਬੁਖਾਰ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਵੀ ਇਹ ਦੁਬਾਰਾ ਆਉਣ ਵਾਲੀ ਬਿਮਾਰੀ ਆ, ਦੁਬਾਰਾ ਆਉਣ ਵਾਲੀ। ਹੁਣ ਤੁਹਾਨੂੰ ਪੰਜਾਬੀ 'ਚ ਦੱਸ ਦਿੰਦਾ, ਜਿਹਨੂੰ ਕਹਿ ਦਿੰਦੇ ਤੇਈਆ ਤਾਪ ਹੋ ਗਿਆ, ਤੇਈਆ ਤਾਪ। ਹੁਣ ਜੇ ਨਹੀਂ ਪਤਾ ਤੇਈਆ ਤਾਪ, ਕੋਈ ਚੱਕਰ ਨਹੀਂ। ਤੇਈਆ ਤਾਪ ਹੁੰਦਾ ਜਿਹੜਾ 3 ਦਿਨ ਬਾਅਦ ਚੜ੍ਹਦਾ ਰਹਿੰਦਾ, ਜਿਵੇਂ ਅੱਜ ਚੜ੍ਹ ਗਿਆ, 3 ਦਿਨ ਬਾਅਦ ਫਿਰ ਚੜ੍ਹ ਜੂਗਾ, 3 ਦਿਨ ਬਾਅਦ ਫਿਰ ਚੜ੍ਹ ਜੂਗਾ। ਤਾਂ ਇੱਕ ਕੀ ਆ, ਇੱਕ ਉੱਦਾਂ ਦੀ ਬਿਮਾਰੀ ਆ ਜਿਹੜੀ ਕਿ ਕੁਛ ਦਿਨਾਂ ਬਾਅਦ ਆ ਜਾਊਗੀ, ਕੁਛ ਦਿਨਾਂ ਬਾਅਦ ਕੀ ਹੋ ਜਾਵਾਂਗੇ ਆਪਾਂ, ਫਿਰ ਨਾਰਮਲ ਹੋ ਜਾਵਾਂਗੇ। ਇਹਦਾ ਹੋਣ ਦਾ ਕਾਰਨ ਕੀ ਆ, ਇਹਦੇ ਵੀ ਹੋਣ ਦਾ ਕਾਰਨ ਹੁੰਦਾ ਜਿਵੇਂ ਇਨਫੈਕਸ਼ਨ ਹੀ ਹੁੰਦੀ ਇੱਕ ਤਰ੍ਹਾਂ ਦੀ, ਜਿਹਨੂੰ ਕਹਿ ਦਿੰਦੇ ਪੰਜਾਬੀ ਦੇ ਵਿੱਚ ਜੂਆਂ ਹੋ ਗਈਆਂ, ਜਾਂ ਆਪਣੀ ਗੰਦਗੀ ਹੋ ਗਈ ਕੋਈ, ਜਿਹਦੇ ਨਾਲ ਕੀ ਹੋਊਗਾ, ਬੇਸਿਕਲੀ ਬਹੁਤ ਜ਼ਿਆਦਾ ਸਿਰ ਦਰਦ ਹੋਊਗਾ, ਮਨ ਕੱਚਾ ਹੋਊਗਾ, ਅਤੇ ਆਪਾਂ ਨੂੰ ਉਲਟੀਆਂ ਵੀ ਰਹਿੰਦੀਆਂ 3 ਤੋਂ ਲੈ ਕੇ 5 ਦਿਨ ਤੱਕ, ਠੀਕ ਹੈ। ਤਾਂ ਇਸ ਤਰ੍ਹਾਂ ਦੇ ਬੁਖਾਰ ਨੂੰ ਕੀ ਕਹਿ ਦਿੰਦੇ ਆ, ਰੀਲੇਪੈਕਸਿੰਗ ਬੁਖਾਰ ਕਹਿ ਦਿੰਦੇ ਆ। ਲਾਸਟ ਵਾਲਾ ਹੈਗਾ ਭਾਈ ਕੌਂਸਟੈਂਟ ਬੁਖਾਰ ਕਹਿ ਦਿੰਦੇ ਆ, ਜਿਹਨੂੰ ਕੰਟੀਨਿਊਸ ਬੁਖਾਰ ਕਹਿ ਦਿੰਦੇ ਆ।
ਤਾਂ ਕੌਂਸਟੈਂਟ ਦਾ ਨਾਮ ਤੋਂ ਹੀ ਕਲੀਅਰ, ਜਿਹਨੂੰ ਕਹਿ ਦਿੰਦੇ ਨਿਰੰਤਰ ਬੁਖਾਰ। ਇਹਦੇ ਵਿੱਚ ਕੀ ਹੁੰਦਾ, ਕਹਿੰਦਾ ਸਰੀਰ ਦਾ ਤਾਪਮਾਨ ਘੱਟੋ ਘੱਟ ਉਤਰਾਅ ਚੜਾਅ ਕਰਦਾ ਰਹਿੰਦਾ, ਪਰ ਹਮੇਸ਼ਾ ਆਮ ਤੋਂ ਉੱਪਰ ਰਹਿੰਦਾ ਹੈ। ਕੀ ਆ, ਵਾਧਾ ਘਟਦਾ ਤਾਂ ਰਹਿੰਦਾ ਹੈ, ਲੇਕਿਨ ਬੇਸਲਾਈਨ ਤੋਂ ਕੀ ਰਹੂਗਾ, ਹਮੇਸ਼ਾ ਉੱਪਰ ਰਹੂਗਾ। ਉਹਨੂੰ ਕਹਿ ਦਾਂਗੇ ਕੌਂਸਟੈਂਟ ਬੁਖਾਰ। ਤਾਂ ਤੁਹਾਨੂੰ ਬੁਖਾਰ ਦੀਆਂ ਕਿਸਮਾਂ ਵੀ ਸਮਝ ਆ ਗਈਆਂ ਹੋਣਗੀਆਂ, 4 ਕਿਸਮਾਂ ਸੀਗੀਆਂ, ਐਗਜ਼ਾਮਪਲ ਵੀ ਦੱਸਤੀ, ਯਾਦ ਰੱਖਿਓ ਇਹਨੂੰ, ਕੋਈ ਵੀ ਪੁੱਛ ਸਕਦਾ ਹੈ। ਹੁਣ ਕਹਿੰਦਾ ਵੀ ਕਿਹੜੇ ਕਿਹੜੇ ਫੈਕਟਰ ਇਫੈਕਟ ਕਰਦੇ ਆ ਵੀ ਟੈਂਪਰੇਚਰ ਬੋਡੀ ਦਾ ਵੀ ਵੱਧ ਘੱਟ ਹੋਊਗਾ। ਇੱਕ ਤਾਂ ਉਮਰ ਕਰਦੀ ਆ, ਕਿਉਂਕਿ ਜਵਾਨਾਂ ਦੇ ਵਿੱਚ ਜਿਹੜੇ ਜਵਾਨ ਲੋਕ ਨੇ, ਨੌਜਵਾਨ ਨੇ, ਜਿਵੇਂ ਤੁਸੀਂ ਹੋ, ਤਾਂ ਉਹਨਾਂ ਵਿੱਚ ਜੋਸ਼ ਹੁੰਦਾ, ਉਹਨਾਂ ਦਾ ਬੋਡੀ ਟੈਂਪਰੇਚਰ ਕੀ ਹੋਊਗਾ, ਵਧੀਆ ਹੋਊਗਾ, ਬਿਲਕੁਲ ਨੋਰਮਲ ਰੇਂਜ 'ਚ ਚੱਲਦਾ ਹੋਊਗਾ। ਜਿਹੜੇ ਵਿਚਾਰੇ ਬੁੱਢੇ ਹੋਣਗੇ ਮੇਰੇ ਵਰਗੇ, ਉਹਨਾਂ ਦਾ ਕੀ ਹੋਊਗਾ, ਬੁਖਾਰ ਮਤਲਬ ਕਿ ਨੋਰਮਲ ਜਲਦੀ ਬੁਖਾਰ ਹੋ ਜਾਂਦਾ ਉਹਨਾਂ ਨੂੰ, ਕਿਉਂਕਿ ਉਹਨਾਂ ਦੀ ਬੋਡੀ ਦੇ ਵਿੱਚ ਜਿਹੜੀ ਰੋਗਾਂ ਨਾਲ ਲੜਨ ਦੀ ਸ਼ਕਤੀ ਕੀ ਹੁੰਦੀ ਹੈ, ਬਹੁਤ ਘੱਟ ਹੁੰਦੀ ਹੈ। ਉਹਦੇ ਕਰਕੇ ਕੀ ਹੋ ਜਾਊਗਾ, ਉਹਨਾਂ ਨੂੰ ਬੁਖਾਰ ਜਲਦੀ ਵਗੈਰਾ ਹੋ ਜਾਂਦਾ ਹੈ। ਜਾਂ ਨਿੱਕੇ ਨਿਆਣੇ ਬੱਚੇ ਹੁੰਦੇ ਆ, ਉਹਨਾਂ ਨੂੰ ਬੁਖਾਰ ਬਹੁਤ ਜਲਦੀ ਹੋ ਜਾਂਦਾ, ਜਿਵੇਂ ਸਰਦੀ ਆ ਰਹੀ ਆ, ਉਹਨਾਂ ਨੂੰ ਪਹਿਲਾਂ ਹੀ ਬੁਖਾਰ ਚੜ੍ਹਨਾ ਸਟਾਰਟ ਹੋ ਜਾਊਗਾ। ਠੀਕ ਹੈ, ਆਪਣੀ ਜਿਹੜੀ ਇਮਿਊਨਿਟੀ ਸਿਸਟਮ ਹੁੰਦਾ ਉਹ 'ਤੇ ਡਿਪੈਂਡ ਕਰਦਾ ਹੈ। ਸੈਕਿੰਡ ਹੈਗਾ, ਕਹਿੰਦਾ ਦਿਮਾਗੀ ਭਿੰਨਤਾਵਾਂ 'ਤੇ। ਦਿਮਾਗੀ ਵੇਰੀਏਸ਼ਨ ਕੀ ਹੁੰਦੀਆਂ ਨੇ, ਕਿ ਆਪਣੇ ਦਿਮਾਗ 'ਚ ਕੀ ਚੱਲ ਰਿਹਾ ਹੈ, ਕੋਈ ਟੈਨਸ਼ਨ ਚੱਲ ਰਹੀ ਹੈ ਤਾਂ ਬੁਖਾਰ ਹੋ ਸਕਦਾ ਹੈ। ਆਪਾਂ ਨੂੰ ਬਹੁਤ ਜ਼ਿਆਦਾ ਸਟ੍ਰੈਸ ਹੋ ਗਿਆ, ਆਪਣੀ ਬੋਡੀ ਕੀ ਕਰੂਗੀ, ਬਹੁਤ ਥੱਕੀ ਥੱਕੀ ਮਹਿਸੂਸ ਕਰੂਗੀ, ਉਹਦੇ ਕਰਕੇ ਆਪਾਂ ਕਹਿ ਦਿੰਦੇ ਯਾਰ ਅੱਜ ਲੱਗਦਾ ਵੀ ਸਰੀਰ ਦੇ ਨਾ ਹੱਡ ਟੁੱਟ ਰਹੇ ਆ, ਬੁਖਾਰ ਲੱਗਦਾ ਅੱਜ, ਹੈ ਨਾ, ਕਿਉਂਕਿ ਆਪਾਂ ਥੱਕ ਜਾਂਦੇ ਹਾਂ, ਕਿਉਂਕਿ ਦਿਮਾਗੀ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਆ। ਤਾਂ ਵੇਰੀਏਸ਼ਨ 'ਤੇ ਡਿਪੈਂਡ ਕਰਦਾ ਆਪਣਾ। ਨੈਕਸਟ ਕਸਰਤ 'ਤੇ ਡਿਪੈਂਡ ਕਰਦਾ, ਆਪਣੀ ਐਕਸਰਸਾਈਜ਼ ਆਪਾਂ ਕਿਹੋ ਜਿਹੀ ਕਰ ਰਹੇ ਹਾਂ, ਆਪਣੇ ਹਾਰਮੋਨਸ 'ਤੇ ਡਿਪੈਂਡ ਕਰਦਾ, ਸਟ੍ਰੈਸ 'ਤੇ ਡਿਪੈਂਡ ਕਰਦਾ, ਇਨਵਾਇਰਮੈਂਟ 'ਤੇ ਡਿਪੈਂਡ ਕਰਦਾ। ਇਨਵਾਇਰਮੈਂਟ 'ਤੇ ਕਿਉਂ ਡਿਪੈਂਡ ਕਰਦਾ, ਜਿਵੇਂ ਸਰਦੀ ਗਰਮੀ ਆਉਂਦੀ ਰਹਿੰਦੀ ਹੈ, ਜਾਂ ਆਪਾਂ ਜਿਹੜੀ ਏਅਰ ਲੈ ਰਹੇ ਹਾਂ ਉਹ ਕਿੰਨੀ ਕੁ ਵਧੀਆ ਹੈਗੀ ਆ, ਉਸ ਦੇ ਵਿੱਚ ਪੋਲਿਊਸ਼ਨ ਕਿੰਨਾ ਕੁ ਮਾਤਰਾ ਦੇ ਵਿੱਚ ਹੈਗਾ, ਤਾਂ ਉਸ 'ਤੇ ਵੀ ਡਿਪੈਂਡ ਕਰ ਸਕਦਾ ਹੈ। ਤਾਂ ਪੁੱਛਿਆ ਨਹੀਂ ਜਾ ਸਕਦਾ, ਜਸਟ ਤੁਹਾਨੂੰ ਪਤਾ ਹੋਣਾ ਚਾਹੀਦਾ, ਕੀ ਪਤਾ ਕਿੱਥੋਂ ਕੁਐਸਚਨ ਘੁਮਾ ਕੇ ਪੁੱਛ ਲਵੇ। ਤਾਂ ਇਹ ਸਾਰੀਆਂ ਚੀਜ਼ਾਂ ਕੀ ਇਫੈਕਟ ਕਰਦੀਆਂ ਨੇ, ਆਪਣੇ ਬੋਡੀ ਟੈਂਪਰੇਚਰ ਨੂੰ ਇਫੈਕਟ ਕਰਦੀਆਂ ਨੇ। ਹੁਣ ਜਿਹੜੀ ਪੇਪਰ ਦੇ ਵਿੱਚ ਚੀਜ਼ ਪੁੱਛੀ ਜਾਊਗੀ ਮੇਰੇ ਹਿਸਾਬ ਨਾਲ, ਜੇ ਤਾਂ ਕਿਸੇ ਵਧੀਆ ਬੰਦੇ ਨੇ, ਦਿਮਾਗ ਲਾਉਣ ਵਾਲੇ ਬੰਦੇ ਨੇ ਪੇਪਰ ਪਾਇਆ, ਫਿਰ ਤਾਂ ਪੁੱਛੂਗਾ ਇਹੋ ਜਿਹੇ ਕੁਐਸਚਨ। ਅਤੇ ਜੇ ਕਿਸੇ ਨੇ ਸ਼ੇਰਵਾਨੀ ਪੁੱਛ ਲਈ ਵੀ ਸ਼ੇਰਵਾਨੀ ਪਾਉਂਦਾ ਹੈ ਕਿ ਲਹਿੰਗਾ ਪਾਉਂਦੀ ਹੈ ਨਰਸ, ਫਿਰ ਤਾਂ ਭਾਈ ਉੱਦਾਂ ਦੇ ਕੁਐਸਚਨ ਆ ਸਕਦੇ ਆ। ਕੁਛ ਵੀ ਹੋ ਸਕਦਾ, ਦੁਨੀਆ ਹੈ, ਪਾਉਣ ਵਾਲਾ ਵੀ ਕੀ ਪਤਾ ਇਹੋ ਜਿਹਾ ਹੋ ਸਕਦਾ। ਅਤੇ ਜੇ ਤਾਂ ਕੋਈ ਟੀਚਰ ਹੋਇਆ ਵਧੀਆ ਲੈਵਲ ਦਾ, ਉਹ ਕੁਐਸਚਨ ਪਾਊਗਾ ਇਸ 4 ਚੀਜ਼ਾਂ 'ਤੇ। ਕਹਿੰਦਾ ਵੀ ਕਿਹੜੀ ਕਿਹੜੀ ਸਾਈਟ ਆ, ਮਤਲਬ ਕਿ ਆਪਣੇ ਸਰੀਰ ਦੀ ਕਿਹੜੀ ਕਿਹੜੀ ਜਗ੍ਹਾ ਜਿਹਦੋਂ ਆਪਾਂ ਬੋਡੀ ਦਾ ਤਾਪਮਾਨ ਕੀ ਕਰ ਸਕਦੇ ਹਾਂ, ਮਾਪ ਸਕਦੇ ਹਾਂ। ਤਾਂ 4-5 ਟਾਈਪ ਹੈਗੀਆਂ ਨੇ, ਜਿਵੇਂ ਔਰਲ ਹੋ ਗਿਆ, ਰੈਕਟਲ ਹੋ ਗਿਆ, ਐਗਜ਼ਲਰੀ ਹੋ ਗਈ, ਟਾਈਪੇਨੀਆ ਹੋ ਗਿਆ। ਤਾਂ ਇਹ ਮਾਪਣ ਦਾ ਯੰਤਰ ਤੁਹਾਨੂੰ ਪਤਾ ਹੀ ਹੈ, ਜਿਹਨੂੰ ਕਹਿ ਦਿੰਦੇ ਥਰਮਾਮੀਟਰ। ਇਹ ਮੈਂ ਕਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਇਸ ਤੋਂ ਪਹਿਲਾਂ ਵੀਡੀਓ ਆ ਚੁੱਕੀ ਹੈ। ਜਿਹਨੇ ਨਹੀਂ ਵੇਖੀ, ਉਹ ਡਿਸਕ੍ਰਿਪਸ਼ਨ ਦੇ ਵਿੱਚ ਆਪਣੀ ਸੀਰੀਜ਼ ਦਾ ਲਿੰਕ ਪਿਆ, ਸਾਰੀਆਂ ਵੀਡੀਓ ਜਾ ਕੇ ਉੱਥੇ ਦੇਖ ਲਓ। ਹੁਣ ਆਪਾਂ ਕੱਲੀ ਕੱਲੀ ਪੜ੍ਹਦੇ ਹਾਂ, ਔਰ ਕੱਲੀ ਕੱਲੀ ਨੂੰ ਦਿਮਾਗ 'ਤੇ ਬਿਠਾਉਣਾ ਤੁਸੀਂ ਇਸ ਗੱਲ ਨੂੰ। ਪਹਿਲਾ ਹੈਗਾ ਭਾਈ ਔਰਲ ਟੈਂਪਰੇਚਰ, ਨਾਮ ਤੋਂ ਹੀ ਕਲੀਅਰ ਹੈ। ਔਰਲ ਕੀ ਹੁੰਦਾ, ਆਪਣਾ ਮੂੰਹ, ਜਿਹਨੂੰ ਆਪਾਂ ਮੂੰਹ ਕਹਿ ਦਿੰਦੇ ਹਾਂ। ਇਹ ਜ਼ਿਆਦਾਤਰ ਨੋਰਮਲੀ ਡਾਕਟਰ ਇਹੀ ਚੈੱਕ ਕਰਦੇ ਆ, ਜਿਹਦੇ ਵਿੱਚ ਕੀ ਹੁੰਦਾ ਕਿ ਜੀਭ ਦੇ ਥੱਲੇ ਆਪਾਂ ਕੀ ਲਗਾ ਦਿੰਦੇ ਹਾਂ, ਥਰਮਾਮੀਟਰ ਲਗਾ ਦਿੰਦੇ ਹਾਂ, ਅਤੇ ਉਹਨੂੰ 2 ਜਾਂ 3 ਮਿੰਟ ਵਾਸਤੇ ਜਾਂ 3 ਤੋਂ 4 ਮਿੰਟ ਵਾਸਤੇ ਲਾ ਕੇ ਰੱਖਦੇ ਹਾਂ, ਜਿਹਦੇ ਨਾਲ ਕੀ ਹੁੰਦਾ ਆਪਣਾ ਬੋਡੀ ਦਾ ਟੈਂਪਰੇਚਰ ਆਪਾਂ ਮੇਜਰ ਕਰ ਸਕਦੇ ਹਾਂ। ਅਤੇ ਸਭ ਤੋਂ ਸੌਖਾ ਢੰਗ ਹੁੰਦਾ, ਬਸ ਇਹ ਯਾਦ ਰੱਖਣਾ, ਇਹ ਲਾਈਨ ਇੰਨੀ ਇੰਪੋਰਟੈਂਟ ਹੈ ਨਾ, ਕਿ ਇਹ ਪੁੱਛ ਸਕਦਾ ਕਿ ਸਭ ਤੋਂ ਸੌਖਾ ਢੰਗ ਕਿਹੜਾ ਹੈ ਆਪਣੇ ਬੋਡੀ ਦਾ ਤਾਪਮਾਨ ਮਾਪਣ ਵਾਸਤੇ, ਤਾਂ ਉਹ ਹੈਗਾ ਔਰਲ ਟੈਂਪਰੇਚਰ। ਠੀਕ ਹੈ, ਇਹਦੇ ਵਿੱਚ ਕੀ ਆ ਜਾਂਦਾ, ਆਪਣੇ 4 ਸਾਲ ਤੋਂ ਉੱਪਰ ਜਾਂ 5 ਸਾਲ ਤੋਂ ਉੱਪਰ ਜਾਂ 10 ਸਾਲ ਤੋਂ ਉੱਪਰ ਵਾਲੇ ਬੱਚੇ ਆ ਜਾਂਦੇ ਆ, ਜਿਹਦੇ ਵਿੱਚ ਆਪਾਂ ਵੀ ਆ ਜਾਂਦੇ ਹਾਂ। ਠੀਕ ਹੈ, ਬਜ਼ੁਰਗ ਵੀ ਆ ਜਾਂਦੇ ਆ, ਕਿਉਂਕਿ ਜਿਹੜੇ ਛੋਟੇ ਬੱਚੇ ਹੁੰਦੇ ਉਹਨਾਂ ਨੂੰ ਨਹੀਂ ਦਿੰਦੇ ਗੇ, ਕਿਉਂਕਿ ਜਿਵੇਂ ਆਪਾਂ ਨੋਰਮਲ ਕਰਦੇ ਹਾਂ, ਪਾਰੇ ਵਾਲਾ, ਮਰਕਰੀ ਵਾਲਾ ਥਰਮਾਮੀਟਰ ਯੂਜ਼ ਕਰਦੇ ਹਾਂ, ਤਾਂ ਉਹ ਦੰਦੀ ਵਗੈਰਾ ਵੱਢ ਸਕਦੇ, ਜਿਹਦੇ ਕਰਕੇ ਪਾਰਾ ਉਹਨਾਂ ਦੀ ਬੋਡੀ 'ਚ ਜਾਣ ਦੇ ਕੀ ਹੁੰਦਾ, ਖਤਰਾ ਵੱਧ ਜਾਂਦਾ ਹੈ। ਇਸ ਕਰਕੇ ਆਪਾਂ ਕੀ ਕਰਦੇ ਹਾਂ, ਔਰਲ ਟੈਂਪਰੇਚਰ ਬੱਚਿਆਂ ਵਾਸਤੇ ਨਹੀਂ ਮੇਜਰ ਕਰਦੇ ਗੇ, ਵੱਡਿਆਂ ਵਾਸਤੇ ਕਰਦੇ ਆ, ਜਿਹਨੂੰ ਕਹਿ ਦਿੰਦੇ ਬਾਲਗਾਂ ਵਾਸਤੇ। ਹੁਣ ਨੈਕਸਟ ਇਹਦੇ ਵਿੱਚ ਕੁਐਸਚਨ ਪੁੱਛਿਆ ਕਿਵੇਂ ਗਿਆ, ਕਹਿੰਦਾ ਵਿਚ ਟੈਂਪਰੇਚਰ ਰੂਟ ਇਜ਼ ਦਾ ਮੋਸਟ ਕਨਵੀਨੀਅੰਟ। ਕਨਵੀਨੀਅੰਟ ਦਾ ਮਤਲਬ ਹੁੰਦਾ ਕਿ ਸੌਖਾ ਢੰਗ। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਕਿ ਇੱਕ ਲਾਈਨ ਯਾਦ ਰੱਖਣੀ ਹੈ, ਸੌਖੇ ਢੰਗ ਵਾਸਤੇ ਕਿਹੜਾ ਹੁੰਦਾ, ਔਰਲ, ਜਿਹਨੂੰ ਕਹਿ ਦਿੰਦੇ ਆ ਮੂੰਹ ਰਾਹੀਂ। ਨੈਕਸਟ ਆ ਕੁਐਸਚਨ ਬੜਾ ਵਧੀਆ ਹੈ। ਮੰਨ ਲਓ ਜੇ ਤੁਸੀਂ ਮੂੰਹ ਦੇ ਰਾਹੀਂ ਚੈੱਕ ਕਰਾਉਣਾ ਬੋਡੀ ਦਾ ਤਾਪਮਾਨ, ਤਾਂ ਤੁਸੀਂ ਮੰਨ ਲਓ ਪਾਣੀ ਪੀ ਗਏ। ਪਾਣੀ ਪੀਣ ਨਾਲ ਕੀ ਹੋਊਗਾ, ਜਿਹੜੀਆਂ ਆਪਣੀਆਂ ਲੰਗਸ ਵਗੈਰਾ ਹੋਣਗੀਆਂ ਕੁਛ ਦੇਰ ਵਾਸਤੇ ਕੀ ਹੋ ਜਾਂਦੀਆਂ ਨੇ, ਠੰਡੀਆਂ ਹੋ ਜਾਂਦੀਆਂ ਨੇ। ਉਹ ਕਹਿੰਦਾ ਵੀ ਪਾਣੀ ਪੀਣ ਤੋਂ ਕਿੰਨੇ ਮਿੰਟ ਬਾਅਦ ਆਪਾਂ ਟੈਂਪਰੇਚਰ ਆਪਣਾ ਚੈੱਕ ਕਰਾ ਸਕਦੇ ਹਾਂ, ਤਾਂ 15 ਮਿੰਟ ਬਾਅਦ ਚੈੱਕ ਕਰਾ ਸਕਦੇ ਹਾਂ। ਮੰਨ ਲਓ ਮੈਂ ਪਾਣੀ ਪੀ ਲਿਆ, ਮੈਂ ਬੁਖਾਰ ਚੈੱਕ ਕਰਾਉਣਾ, ਤਾਂ ਮੈਨੂੰ 15 ਮਿੰਟ ਵੇਟ ਕਰਨੀ ਪਊਗੀ, ਜੇ ਮੈਂ ਐਕੂਰੇਟ ਉਹਦੀ ਕੀ ਲੈ ਕੇ ਆਉਣੀ ਆ, ਰੀਡਿੰਗ ਲੈ ਕੇ ਆਉਣੀ ਆ, ਸਹੀ ਰੀਡਿੰਗ ਲੈ ਕੇ ਆਉਣੀ ਆ। ਤਾਂ ਇਹ ਵੀ ਕੁਐਸਚਨ ਕਿਤੇ ਨਾ ਕਿਤੇ ਆਇਆ ਹੋਇਆ। ਇਹ ਏਮਸ ਦੇ ਕੁਐਸਚਨ ਨੇ ਸਾਰੇ ਭਾਈ। ਏਮਸ ਦੇ ਕੁਐਸਚਨ ਜੇ ਇੰਨੇ ਸੌਖੇ ਆ ਸਕਦੇ ਆ, ਤਾਂ ਵਾਰਡ ਐਂਡ ਦੇ ਤਾਂ ਇਸ ਤੋਂ ਸੌਖੇ ਆਉਣਗੇ। ਇਸ ਕਰਕੇ ਘਬਰਾਉਣਾ ਨਹੀਂ, ਅਪ ਰਹਿਣਾ, ਅਤੇ ਤਿਆਰੀ ਤੁਹਾਡੀ ਫੁੱਲ ਆ, ਮੈਨੂੰ ਇੰਨਾ ਪਤਾ, ਜਿਹੜੇ ਇਸ ਚੈਨਲ ਤੋਂ ਤਿਆਰੀ ਕਰ ਰਹੇ ਆ। ਨੈਕਸਟ ਦੇਖੋ ਭਾਈ, ਕੁਐਸਚਨ ਕਿਵੇਂ ਪੁੱਛਿਆ ਗਿਆ, ਆ ਵੀ ਪੁੱਛ ਸਕਦਾ ਵੀ ਜਿਹੜਾ ਔਰਲ ਟੈਂਪਰੇਚਰ ਆ ਕਿਹੜੀ ਕਿਹੜੀ ਕੰਡੀਸ਼ਨ ਦੇ ਵਿੱਚ ਆਪਾਂ ਨਹੀਂ ਮੇਜਰ ਕਰ ਸਕਦੇ। ਇੱਕ ਤਾਂ ਉਦੋਂ ਨਹੀਂ ਕਰ ਸਕਦੇ ਜਦੋਂ ਕਿਸੇ ਪੇਸ਼ੈਂਟ ਨੂੰ ਕੀ ਲੱਗੀ ਹੋਈ ਆ, ਆਕਸੀਜਨ ਲੱਗੀ ਹੋਈ ਹੈ, ਬਨੌਟੀ ਸਾਹ ਵਗੈਰਾ ਦਿੰਦੇ ਰਹਿੰਦੇ ਆਪਾਂ, ਜਾਂ ਬੱਚਿਆਂ ਨੂੰ ਜਿਹਨਾਂ ਦੀ ਉਮਰ ਕੀ ਹੈ 4 ਸਾਲ ਤੋਂ ਘੱਟ ਹੈ, ਜਾਂ ਇੱਕ ਬਿਮਾਰੀ ਹੁੰਦੀ ਆ ਕੋਮਾਟੋਸ, ਉਹਦੇ ਵਿੱਚ ਨਹੀਂ ਲੈ ਸਕਦੇ।
ਤਾਂ ਸਾਰੇ ਇਹਦੇ 'ਚ ਕੀ ਹੋ ਜੂਗੀ, ਆਲ ਆਫ ਦਾ ਅਬਵ ਆ ਜਾਊਗਾ। ਠੀਕ ਹੈ, ਕੁਐਸਚਨ ਕਿਸੇ ਤਰ੍ਹਾਂ ਵੀ ਪੁੱਛ ਸਕਦਾ। ਦੇਖੋ ਔਰਲ ਤੇ ਕਿੰਨੇ ਕੁਐਸਚਨ ਪੁੱਛ ਲਏ ਉਹਨੇ, 3-4 ਢੰਗ ਨਾਲ ਪੁੱਛ ਲਏ। ਨੈਕਸਟ ਆ ਗਿਆ ਬਾਈ ਮੋਸਟ ਇੰਪੋਰਟੈਂਟ, ਜਿਹੜਾ ਬੱਚਿਆਂ ਵਾਸਤੇ ਹੁੰਦਾ, ਜਿਹਨੂੰ ਕਹਿ ਦਿੰਦੇ ਆ ਰੈਕਟਲ। ਰੈਕਟਲ ਹੁੰਦਾ ਗੁੱਦਾ, ਜਿੱਥੋਂ ਆਪਣਾ ਕੀ ਆ ਵੇਸਟ ਪਦਾਰਥ ਵਗੈਰਾ ਨਿਕਲਦੇ ਰਹਿੰਦੇ ਆ। ਤੁਸੀਂ ਸਮਝਦਾਰ ਹੋ, ਸਾਰੇ ਸਮਝ ਗਏ ਹੋਵੋਗੇ। ਤਾਂ ਬੇਸਿਕਲੀ ਇਹਦੇ ਵਿੱਚ ਕਿਉਂ ਮਾਪਿਆ ਜਾਂਦਾ, ਕਿਉਂਕਿ ਇਹ ਸਭ ਤੋਂ ਗਰਮ ਜਗ੍ਹਾ ਹੁੰਦੀ ਆ। ਦੇਖੋ ਬੱਚੇ ਨੂੰ ਮਾਪ ਰਹੇ ਆ, ਬੱਚਿਆਂ ਨੂੰ ਛੋਟੇ ਹੁੰਦੇ ਇੱਥੇ ਹੀ ਮਾਪਦੇ ਆ। ਇਹਦੇ ਵਿੱਚ ਕੀ ਹੁੰਦਾ ਕਿ ਬੱਚਿਆਂ ਨੂੰ ਬੁਖਾਰ ਬਹੁਤ ਜਲਦੀ ਹੋ ਜਾਂਦਾ, ਅਤੇ ਬੱਚਿਆਂ ਨੂੰ ਜਿਹੜਾ ਬੁਖਾਰ ਦੀ ਰੀਡਿੰਗ ਲੈਣੀ, ਐਕੂਰੇਟ ਰੀਡਿੰਗ ਲੈਣੀ ਬਹੁਤ ਜ਼ਰੂਰੀ ਹੋ ਜਾਂਦੀ ਆ, ਕਿਉਂਕਿ ਬੱਚਿਆਂ ਦੀ ਬਿਮਾਰੀ ਬਹੁਤ ਜਲਦੀ ਵਿਗੜ ਜਾਂਦੀ ਹੈ। ਇਸ ਕਰਕੇ ਆਪਾਂ ਕੀ ਕਰਦੇ ਹਾਂ, ਬਿਲਕੁਲ ਐਕੂਰੇਟ ਰੀਡਿੰਗ ਲੈਂਦੇ ਹਾਂ। ਤਾਂ ਮੇਰੀ ਗੱਲ ਧਿਆਨ ਰੱਖਿਓ, ਬੱਚਿਆਂ ਦੀ ਬਿਮਾਰੀ ਵਿਗੜ ਜਾਂਦੀ ਆ, ਇਸ ਕਰਕੇ ਆਪਾਂ ਕੀ ਲੈਂਦੇ ਹਾਂ, ਬਿਲਕੁਲ ਸਹੀ ਰੀਡਿੰਗ ਲੈਂਦੇ ਹਾਂ। ਤਾਂ ਕੁਐਸਚਨ ਪੁੱਛਿਆ ਜਾ ਸਕਦਾ ਕਿ ਬਿਲਕੁਲ ਐਕੂਰੇਟ ਰੀਡਿੰਗ ਲੈਣ ਦਾ ਢੰਗ ਕਿਹੜਾ, ਤਾਂ ਉਹ ਹੈਗਾ ਰੈਕਟਲ ਟੈਂਪਰੇਚਰ। ਇਹ ਕੁਐਸਚਨ ਵੀ ਆਇਆ ਹੋਇਆ ਏਮਸ ਦੇ ਵਿੱਚ। ਕਹਿੰਦਾ ਵੀ ਗੁੱਦੇ ਤੋਂ ਤਾਪਮਾਨ ਕਿਉਂ ਲੈਂਦੇ ਆ, ਕਿਉਂਕਿ ਇਹ ਬਹੁਤ ਗਰਮ ਹੁੰਦਾ ਹੈ, ਅਤੇ ਛੋਟੀ ਉਮਰ ਦੇ ਜਿਹੜੇ ਬੱਚੇ ਹੁੰਦੇ ਉਹਨਾਂ ਵਾਸਤੇ ਇਹ ਮਾਪਣ ਦਾ ਸਭ ਤੋਂ ਕੀ ਹੈ, ਸੌਖਾ ਢੰਗ ਹੈ। ਤਾਂ ਇਹਦਾ ਟੈਂਪਰੇਚਰ ਨਾਰਮਲ ਕੀ ਹੁੰਦਾ, 97 ਡਿਗਰੀ ਤੋਂ ਲੈ ਕੇ 100 ਡਿਗਰੀ ਫਾਰਨਹੀਟ ਤੱਕ ਹੁੰਦਾ ਹੈ। ਠੀਕ ਹੈ ਜੀ। ਤਾਂ ਕੁਐਸਚਨ ਕਿਵੇਂ ਆਇਆ ਹੋਇਆ ਤੁਸੀਂ ਦੇਖ ਲਓ। ਕਹਿੰਦਾ ਵਿਚ ਟੈਂਪਰੇਚਰ ਰੂਟ ਇਜ਼ ਦਾ ਮੋਸਟ ਐਕੂਰੇਟ। ਤਾਂ ਤੁਹਾਨੂੰ ਮੈਂ ਦੱਸਿਆ ਕਿ ਸਭ ਤੋਂ ਐਕੂਰੇਟ ਕਦੋਂ ਆਉਂਦਾ, ਜਦੋਂ ਰੈਕਟਲ ਤੋਂ ਮਾਪਦੇ ਆ, ਜਿਹਨੂੰ ਕਹਿ ਦਿੰਦੇ ਗੁੱਦਾ। ਠੀਕ ਹੈ ਜੀ। ਨੈਕਸਟ ਆ ਗਿਆ ਬਈ ਐਗਜ਼ਲਰੀ। ਐਗਜ਼ਲਰੀ ਦੇ ਵਿੱਚ ਕੀ ਹੋ ਜਾਂਦਾ ਕਿ ਜਿਵੇਂ ਮੰਨ ਲਓ ਬੱਚੇ ਕੀ ਕਰਦੇ ਆ, ਬਹੁਤ ਸ਼ਰਾਰਤੀ ਹੁੰਦੇ ਆ। ਉਹ ਨਾ ਤਾਂ ਮੂੰਹ ਦੇ ਵਿੱਚ ਚੈੱਕ ਕਰਾਉਂਦੇ ਆ ਬੁਖਾਰ, ਅਤੇ ਐਡਾ ਵੱਡਾ ਬੱਚਾ ਨਾ ਤਾਂ ਗੁੱਦੇ ਤੋਂ ਕਰਾਊਗਾ, ਕਿਉਂਕਿ ਸ਼ਰਮ ਮਹਿਸੂਸ ਕਰਦੇ ਆ ਬੱਚੇ। ਤਾਂ ਉਹਨਾਂ ਦੇ ਵਾਸਤੇ ਸਭ ਤੋਂ ਸੌਖਾ ਢੰਗ ਕੀ ਹੁੰਦਾ, ਜਿਹਨੂੰ ਕਹਿ ਦਿੰਦੇ ਆਪਾਂ ਐਗਜ਼ਲਰੀ ਕਹਿ ਦਿੰਦੇ ਆ, ਜਾਂ ਆਪਾਂ ਅੰਡਰ ਆਰਮਸ ਦੇ ਅੰਡਰ ਕਹਿ ਦਿੰਦੇ ਆ ਕਿ ਬੱਚੇ ਤੋਂ ਚੈੱਕ ਕਰਾ ਲਾ। ਤਾਂ ਬੱਚਾ ਈਜ਼ੀਲੀ ਮੰਨ ਵੀ ਜਾਂਦੇ ਨੇ। ਤਾਂ ਇੱਥੋਂ ਯਾਦ ਰੱਖ ਲਿਓ ਕਿ ਜਿਹੜੇ ਬੱਚੇ ਜਿਵੇਂ 4 ਸਾਲ ਤੋਂ ਉੱਪਰ ਚਲੇ ਗਏ ਅਤੇ 10 ਸਾਲ ਤੋਂ ਥੱਲੇ ਨੇ, ਉਹ ਕੀ ਕਰਦੇ ਨੇ, ਇਹਦੇ ਮਤਲਬ ਕਿ ਆਪਾਂ ਕਿਹੜਾ ਢੰਗ ਅਪਣਾਉਣੇ, ਉਹਦੇ ਵਾਸਤੇ ਐਗਜ਼ਲਰੀ ਟੈਂਪਰੇਚਰ ਮਾਪਦੇ ਹਾਂ। ਪਰ ਇਹ ਸਭ ਤੋਂ ਕੀ ਆ, ਘੱਟ ਭਰੋਸੇਮੰਦ ਹੈ, ਕਿਉਂਕਿ ਇਹਦੇ ਵਿੱਚ ਕੀ ਹੈ, ਐਗਜ਼ੈਕਟ ਰੀਡਿੰਗ ਨਹੀਂ ਆਉਂਦੀਗੀ, ਕਿਉਂਕਿ ਇਹਦੇ ਵਿੱਚ ਨਾ ਕਈ ਫੈਕਟਰ ਇਫੈਕਟ ਕਰਦੇ ਆ। ਜਿਵੇਂ ਮੰਨ ਲਓ ਆਪਾਂ ਕਾਫੀ ਦਿਨ ਹੋ ਗਏ ਆਪਾਂ ਇਸ਼ਨਾਨ ਨਹੀਂ ਕੀਤਾ, ਜਾਂ ਆਪਾਂ ਸਫਾਈ ਨਹੀਂ ਹੈਗੀ ਆਪਣੀ, ਤਾਂ ਉਹਦੇ ਕਰਕੇ ਕੀ ਹੋਊਗਾ, ਟੈਂਪਰੇਚਰ ਵੱਧ ਘੱਟ ਦੱਸੂਗਾ। ਜਿਵੇਂ 1-2 ਡਿਗਰੀ ਸੈਲਸੀਅਸ ਦਾ ਕੀ ਹੋ ਜਾਊਗਾ, ਫਰਕ ਪੈ ਜਾਊਗਾ। ਮਤਲਬ ਕਿ ਸਹੀ ਐਕੂਰੇਟ ਰੀਡਿੰਗ ਨਹੀਂ ਇਹ ਲੈ ਕੇ ਆਉਂਦਾ। ਕਿਹੜਾ ਢੰਗ, ਐਗਜ਼ਲਰੀ। ਠੀਕ ਹੈ ਜੀ। ਇਹ ਕੁਐਸਚਨ ਵੀ ਪੁੱਛਿਆ ਗਿਆ ਕਿਤੇ ਨਾ ਕਿਤੇ। ਨੈਕਸਟ ਲਾਸਟ ਹੈਗਾ ਭਾਈ ਪੈਨਿਕ। ਟਾਈਪੈਨਿਕ ਦੇ ਵਿੱਚ ਕੀ, ਪੈਨਿਕ ਮਤਲਬ ਇੱਥੇ ਯਾਦ ਰੱਖ ਲਿਓ, ਪੈਨਿਕ ਦਾ ਮਤਲਬ ਕੀ ਹੁੰਦਾ ਕਿ ਜਦੋਂ ਕੋਈ ਬੰਦਾ ਮੰਨ ਲਓ ਕਿ ਬੇਹੋਸ਼ ਪਿਆ ਹੈ, ਉਹਦੇ ਆਪਾਂ ਨਾ ਤਾਂ ਮੂੰਹ ਰਾਹੀਂ ਚੈੱਕ ਕਰ ਸਕਦੇ ਹਾਂ, ਨਾ ਆਪਾਂ ਅੰਡਰ ਆਰਮਸ ਤੋਂ ਚੈੱਕ ਕਰ ਸਕਦੇ ਹਾਂ। ਤਾਂ ਉਹਦੇ ਕਿੱਥੇ ਕੀਤਾ ਜਾਂਦਾ, ਮਰੀਜ਼ ਦੀ ਜਿਹੜੀ ਕੰਨ ਹੁੰਦਾ ਨਾ, ਕੰਨ ਦੀ ਬਾਹਰਲੀ ਸਤ੍ਹਾ ਤੋਂ, ਮਤਲਬ ਕਿ ਜ਼ਿਆਦਾ ਅੰਦਰ ਨਹੀਂ, ਸਿਰਫ ਬਾਹਰ ਵਾਲਾ ਜਿੱਥੇ ਜਗ੍ਹਾ ਹੁੰਦੀ ਆ ਉਹ ਗਰਮ ਹੁੰਦੀ ਆ, ਜਿਹਦੇ ਕੰਨ ਦੇ ਵਿਚਕਾਰ। ਤਾਂ ਉਸ ਤੋਂ ਜਿਹੜਾ ਪੜਦਾ ਹੁੰਦਾ, ਪੜਦੇ ਤੋਂ ਕੀ ਮਾਪਿਆ ਜਾਂਦਾ, ਆਪਣੀ ਬੋਡੀ ਦਾ ਟੈਂਪਰੇਚਰ ਮਾਪਿਆ ਜਾਂਦਾ। ਤਾਂ ਯਾਦ ਰੱਖਿਓ, ਇਹ ਕੁਐਸਚਨ ਪੁੱਛਿਆ ਜਾ ਸਕਦਾ ਕਿ ਜਦੋਂ ਕੋਈ ਮਰੀਜ਼ ਬੇਹੋਸ਼ ਹੋ ਗਿਆ ਅਤੇ ਉਹਦਾ ਆਪਾਂ ਟੈਂਪਰੇਚਰ ਮਾਪਣਾ, ਤਾਂ ਕਿੱਥੋਂ ਮਾਪਾਂਗੇ ਆਪਾਂ, ਉਸ ਨੂੰ ਕੀ ਕਹਿੰਦੇ ਆ, ਟਾਈਪੈਨਿਕ ਟੈਂਪਰੇਚਰ ਕਹਿ ਦਿੰਦੇ ਆ। ਓਕੇ ਜੀ। ਟੈਂਪਰੇਚਰ ਬਾਰੇ ਤੁਹਾਨੂੰ ਸਾਰੀ ਨੌਲੇਜ ਮਿਲ ਗਈ ਹੋਊਗੀ। ਆ ਦੇਖੋ ਕੁਐਸਚਨ ਪੁੱਛਿਆ ਗਿਆ, ਕਹਿੰਦਾ ਵੀ ਹੁੰਦਾ ਕੀ ਆ, ਟਾਈਪੈਨਿਕ ਥਰਮੋਮੀਟਰ ਕਾਹਦੇ ਵਾਸਤੇ ਮਾਪਿਆ ਜਾਂਦਾ, ਕਹਿੰਦਾ ਮੈਜ਼ਰ ਕਰਨ ਵਾਸਤੇ ਕਿਹਨੂੰ, ਟੈਂਪਰੇਚਰ ਨੂੰ, ਈਅਰ ਤੋਂ। ਅਤੇ ਜਿਹੜਾ ਆਹ ਮਾਪ ਰਹੇ ਆ ਨਾ, ਦੇਖੋ ਆਵੇ ਜਿਹੜਾ ਆਹ ਇੰਸਟਰੂਮੈਂਟ ਯੂਜ਼ ਹੋ ਰਿਹਾ, ਇਹਦੇ ਬਾਰੇ ਪੁੱਛ ਰਿਹਾ। ਕਹਿੰਦਾ ਹੁੰਦਾ ਕੀ ਆ, ਜਿਹੜਾ ਕਿ ਟੈਂਪਰੇਚਰ ਮਾਪਦਾ ਕਿੱਥੋਂ, ਕੰਨ ਤੋਂ, ਜਿਹਨੂੰ ਕਹਿ ਦਿੰਦੇ ਆ ਟਾਈਪੈਨਿਕ ਥਰਮੋਮੀਟਰ। ਥੋੜ੍ਹਾ ਜਿਹਾ ਅਲੱਗ ਹੁੰਦਾ ਨਾਰਮਲ ਦੇ ਨਾਲੋਂ। ਆਹ ਤੁਹਾਨੂੰ ਮੈਂ ਰੀਡਿੰਗ ਦਿੱਤੀ ਹੋਈ ਆ, ਇਹਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ ਹੈ, ਬਸ ਸਿਰਫ ਨਾਰਮਲ ਵਾਲੀ ਯਾਦ ਰੱਖ ਲਿਓ ਕਿ ਨਾਰਮਲ ਕਿੰਨੀ ਹੁੰਦੀ ਹੈ, 37 ਡਿਗਰੀ ਸੈਲਸੀਅਸ ਵਾਲੀ। ਫਾਰਨਹਾਈਟ ਦੇ ਵਿੱਚ ਵੀ ਯਾਦ ਰੱਖਿਓ। ਠੀਕ ਹੈ ਜੀ। ਟੈਂਪਰੇਚਰ ਵਾਲਾ ਹੋ ਗਿਆ ਖਤਮ ਟੌਪਿਕ ਆਪਣਾ। ਨੈਕਸਟ ਜਿਹੜਾ ਦੂਜਾ ਵਾਈਟਲ ਸਾਈਨ ਹੈ ਉਹ ਹੈਗਾ ਪਲਸ। ਪਲਸ ਕੀ ਚੀਜ਼ ਹੁੰਦੀ ਆ, ਹੁਣ ਸਾਰਿਆਂ ਨੇ ਕਿਹਾ ਹੋਊਗਾ ਪਲਸ ਆਪਾਂ ਦੇਖੋ ਨਬਜ਼ ਜਿਹਨੂੰ ਕਹਿ ਦਿੰਦੇ ਆ। ਆਪਾਂ ਕਹਿ ਦਿੰਦੇ ਨੇ ਯਾਰ ਫਲਾਨਾ ਡਾਕਟਰ ਬੜਾ ਸਿਆਣਾ, ਨਬਜ਼ ਚੈੱਕ ਕਰਕੇ ਆਪਾਂ ਨੂੰ ਦਵਾਈ ਦੇ ਦਿੰਦਾ। ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀਗਾ, ਨਬਜ਼ ਵਗੈਰਾ ਨੂੰ ਦੇਖ ਕੇ ਹੀ ਦਵਾਈ ਦੇ ਦਿੰਦੇ ਸੀਗੇ, ਕਿਉਂਕਿ ਉਦੋਂ ਕਿਹੜਾ ਕੋਈ ਇੰਸਟਰੂਮੈਂਟ ਹੁੰਦੇ ਸੀਗੇ। ਠੀਕ ਹੈ। ਤਾਂ ਨਬਜ਼ ਕੀ ਹੁੰਦੀ ਹੈ, ਬੇਸਿਕਲੀ ਨਾ ਆਪਣੇ ਸਰੀਰ ਦੇ ਵਿੱਚ ਲੈਫਟ ਹੈਂਡ ਸਾਈਡ 'ਤੇ ਇੱਕ ਵੈਂਟਰੀਕਲ ਹੁੰਦੀ ਆ, ਅਤੇ ਉਹਦੇ ਦੁਆਰਾ ਨਬਜ਼ ਮਤਲਬ ਕਿ ਉਹਦੇ ਥਰੂ ਚੱਲਦੀ ਹੈ, ਜਿਹੜਾ ਖੂਨ ਦਾ ਵਹਾਅ ਹੁੰਦਾ ਉਹਦੇ ਥਰੂ ਆਪਣੀ ਨਬਜ਼ ਜਿਹੜੀ ਹੁੰਦੀ ਹੈ ਧੜਕਦੀ ਹੈ। ਤਾਂ ਨਬਜ਼ ਬੇਸਿਕਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਦਿਲ ਦੇ ਧੜਕਣ ਨੂੰ ਦਰਸਾਉਂਦੀ ਆ। ਜੋ ਆਪਣਾ ਦਿਲ 1 ਮਿੰਟ ਦੇ ਵਿੱਚ ਕਿੰਨਾ ਧੜਕਦਾ ਹੈ, ਤਾਂ ਉਸ ਚੀਜ਼ ਨੂੰ ਕੀ ਕਹਿ ਦਿੰਦੇ ਆ, ਪਲਸ ਰੇਟ ਕਹਿ ਦਿੰਦੇ ਆ, ਜਾਂ ਕਹਿ ਦਿੰਦੇ ਆ ਨਬਜ਼ ਰੇਟ। ਠੀਕ ਹੈ ਜੀ। ਨਬਜ਼ ਦੀ ਰੇਂਜ। ਤਾਂ ਹੁਣ ਇੱਕ ਸਭ ਤੋਂ ਮਹੱਤਵਪੂਰਨ ਚੀਜ਼ ਆ, ਕਹਿੰਦਾ ਸਟ੍ਰੋਕ ਵੋਲੀਅਮ। ਜਿਹੜਾ ਸਟ੍ਰੋਕ ਵੋਲੀਅਮ ਹੁੰਦਾ ਇਸ ਨਬਜ਼ ਦੀ ਦਰ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਸਟ੍ਰੋਕ ਵੋਲੀਅਮ ਕੀ ਹੁੰਦਾ, ਸਟ੍ਰੋਕ ਵੋਲੀਅਮ ਬੇਸਿਕਲੀ ਨਾ ਤੁਹਾਨੂੰ ਮੈਂ ਦੱਸ ਦਿੰਦਾ, ਵੈਸੇ ਇੰਨਾ ਡੀਪਲੀ ਜਾਣ ਦੀ ਜ਼ਰੂਰਤ ਨਹੀਂ ਗੀ। ਜਿਹੜਾ ਆਪਣਾ ਦਿਲ ਹੁੰਦਾ ਨਾ, ਦਿਲ ਉਹ ਪੰਪ ਕਰਦਾ ਬਲੱਡ ਨੂੰ ਪੰਪ ਕਿਉਂ ਕਰਦਾ, ਪ੍ਰੈਸ਼ਰ ਦਿੰਦਾ ਤਾਂ ਜੋ ਬਲੱਡ ਸਾਰੀਆਂ ਨਾੜੀਆਂ ਤੱਕ ਪਹੁੰਚ ਸਕੇ। ਜੇ ਮੰਨ ਲਓ ਆਪਣਾ ਦਿਲ ਧੜਕਣਾ ਬੰਦ ਹੋ ਜੇ ਨਾ, ਆਪਾਂ ਮਰ ਜਾਵਾਂਗੇ, ਆਪਣੀ ਮੌਤ ਹੋ ਜਾਊਗੀ, ਕਿਉਂਕਿ ਉਹ ਬਲੱਡ ਪੰਪ ਨਹੀਂ ਕਰੂਗਾ, ਸਰਕੂਲੇਟ ਨਹੀਂ ਹੋਊਗਾ, ਜਾਂ ਤਾਂ ਆਪਾਂ ਨੂੰ ਪੈਰਾਲਾਈਜ਼ ਹੋ ਜਾਊਗਾ, ਜਾਂ ਆਪਣਾ ਕੀ ਹੈ ਕੋਈ ਨਸ ਫੜ ਸਕਦੀ ਆ। ਤਾਂ ਸਮਝ ਗਏ। ਸਟ੍ਰੋਕ ਵੋਲੀਅਮ ਕੀ ਹੁੰਦਾ ਕਿ ਬੋਡੀ ਦੇ ਵਿੱਚ ਨਾ ਖੂਨ ਨੂੰ ਪੰਪ ਕਰਨ ਵਾਸਤੇ ਦਿਲ ਕੰਮ ਕਰਦਾ, ਉਸ ਨੂੰ ਕਹਿ ਦਿੰਦੇ ਆ ਸਟ੍ਰੋਕ ਵੋਲੀਅਮ। ਠੀਕ ਹੈ। ਬਾਕੀ ਵੈਸੇ ਬਹੁਤ ਡਿਟੇਲ 'ਚ ਹੁੰਦਾ, ਮੈਂ ਇੰਨਾ ਡਿਟੇਲ 'ਚ ਨਹੀਂ ਤੁਹਾਨੂੰ ਦੱਸੂਗਾ। ਉਸ ਤੋਂ ਬਾਅਦ ਕਹਿੰਦਾ ਵੀ ਜਿਹੜਾ ਪਲਸ ਰੇਟ ਉਹਨੂੰ ਮਾਪਿਆ ਕਿਵੇਂ ਜਾਂਦਾ, ਤਾਂ ਉਹਨੂੰ ਮਾਪਦੇ ਆ
BPM, ਇਹਨੂੰ ਕਹਿ ਦਿੰਦੇ ਆ ਬੀਟ ਪਰ ਮਿੰਟ। ਆਪਣੀ ਜਿਹੜੀ ਪਲਸ ਰੇਟ ਹੁੰਦੀ ਆ ਉਹਨੂੰ ਕੀ ਕਹਿੰਦੇ ਬੀਟਸ ਪਰ ਮਿੰਟ, ਮਤਲਬ ਕਿ 1 ਮਿੰਟ ਦੇ ਵਿੱਚ ਆਪਣਾ ਦਿਲ ਕਿੰਨਾ ਧੜਕਦਾ ਹੈ, ਉਸ ਤੋਂ ਕੀ ਮਾਪਦੇ ਆ ਆਪਾਂ, ਦਿਲ ਦੀ ਧੜਕਣ, ਜਿਹਨੂੰ ਕਹਿ ਦਿੰਦੇ ਆ ਪਲਸ ਰੇਟ। ਠੀਕ ਹੈ, ਸਾਰਾ ਕੁਝ ਯਾਦ ਰੱਖਣਾ ਤੁਸੀਂ। ਇਹਦੇ ਵਿੱਚ ਹੁਣ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ, ਕਹਿੰਦਾ ਪੈਰੀਫੇਰਲ ਪਲਸ ਹੁੰਦੀ ਹੈ। ਪੈਰੀਫੇਰਲ ਪਲਸ ਕੀ ਹੈ, ਜਿੰਨੀਆਂ ਵੀ ਨਾੜੀਆਂ ਦੇਖੋ ਰੈੱਡ ਰੈੱਡ ਤੁਹਾਨੂੰ ਦਿਖ ਰਹੀਆਂ ਨੇ, ਸਾਰੀਆਂ ਕੀ ਨੇ, ਪੈਰੀਫੇਰਲ ਪਲਸ ਹੁੰਦੀਆਂ ਨੇ। ਕਹਿੰਦਾ ਕੀ ਹੈ, ਕਹਿੰਦਾ ਇੱਕ ਨਬਜ਼ ਦਾ ਘੇਰਾ ਹੈ ਜੋ ਕਿ ਸਰੀਰ ਦੇ ਵਿੱਚ, ਜਿਵੇਂ ਪੈਰਾਂ ਦੇ ਵਿੱਚ ਆ, ਗਰਦਨ ਦੇ ਵਿੱਚ ਆ, ਬਾਹਾਂ ਦੇ ਵਿੱਚ ਆ, ਰਿਸਟ ਦੇ ਵਿੱਚ ਆ, ਕਿਤੇ ਵੀ ਆ, ਫੁੱਟ ਦੇ ਵਿੱਚ ਹੈ, ਤਾਂ ਸਾਰੇ ਨੂੰ ਕੀ ਕਹਿ ਦਿੰਦੇ ਆ, ਪੈਰੀਫੇਰਲ ਪਲਸ ਕਹਿ ਦਿੰਦੇ ਆ। ਨੈਕਸਟ ਹੈਗਾ ਭਾਈ ਆਪਟੀਕਲ ਪਲਸ, ਜਿਹਨੂੰ ਕਹਿ ਦਿੰਦੇ ਆ ਸੈਂਟਰਲ ਨਬਜ਼ ਕਹਿ ਦਿੰਦੇ ਆ, ਮੇਨ ਨਬਜ਼। ਇਹ ਹੁੰਦਾ ਵੀ ਦਿਲ ਜਿਹੜਾ ਆਪਣਾ ਦਿਲ ਦੇ ਬਿਲਕੁਲ ਚੋਟੀ 'ਤੇ ਹੁੰਦੀ ਆ, ਉਹਨੂੰ ਕਹਿ ਦਿੰਦੇ ਆ ਆਪਣੀ ਆਪਟੀਕਲ ਪਲਸ ਕਹਿ ਦਿੰਦੇ ਆ। ਨੈਕਸਟ ਦੇਖਦੇ ਹਾਂ ਆਪਾਂ, ਮੇਨ ਆਪਾਂ ਯਾਦ ਰੱਖਣਾ ਕਿ ਜਿਹੜੀ ਨੋਰਮਲ ਪਲਸ ਰੇਟ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ, ਉਹ ਹੁੰਦੀ ਹੈ 60 ਤੋਂ ਲੈ ਕੇ 100 ਤੱਕ, ਮਤਲਬ ਕਿ 1 ਮਿੰਟ ਦੇ ਵਿੱਚ ਘੱਟੋ ਘੱਟ 60 ਵਾਰ ਧੜਕਣਾ ਜ਼ਰੂਰੀ ਹੈ ਦਿਲ ਦਾ, ਵੱਧ ਤੋਂ ਵੱਧ 100 ਵਾਰੀ। ਜੇ 100 ਤੋਂ ਵੱਧ ਧੜਕੂਗਾ ਤਾਂ ਵੀ ਪ੍ਰੋਬਲਮ ਹੈ, ਜੇ 60 ਤੋਂ ਘੱਟ ਧੜਕੂਗਾ ਤਾਂ ਵੀ ਕੀ ਆ, ਪ੍ਰੋਬਲਮ ਹੈ। ਤਾਂ ਨੋਰਮਲ ਰੇਂਜ ਯਾਦ ਰੱਖਣੀ ਹੈ, ਬੜੀ ਵਾਰ ਕੁਐਸਚਨ ਪੁੱਛਿਆ ਗਿਆ 60 ਤੋਂ ਲੈ ਕੇ 100 ਤੱਕ। ਬਾਕੀ ਇਹ ਡਿਪੈਂਡ ਕਰਦਾ, ਬਜ਼ੁਰਗਾਂ ਦੇ ਵਿੱਚ ਅਲੱਗ ਹੁੰਦਾ ਹੈ, ਬੁੱਢਿਆਂ ਦੇ ਵਿੱਚ ਅਲੱਗ ਹੁੰਦਾ, ਬੱਚਿਆਂ 'ਚ ਅਲੱਗ ਹੁੰਦਾ ਹੈ, ਔਰਤਾਂ 'ਚ ਅਲੱਗ ਹੁੰਦੀ ਹੈ, ਮਰਦਾਂ 'ਚ ਅਲੱਗ ਹੁੰਦੀ ਹੈ। ਉਹ ਵੀ ਮੈਂ ਦੱਸੂਗਾ ਡਿਟੇਲ ਦੇ ਵਿੱਚ, ਪਰ ਇੰਨੀ ਡਿਟੇਲ 'ਚ ਸ਼ਾਇਦ ਨਾ ਪੁੱਛਣ ਵਾਰ ਅਟੈਂਡੈਂਟ ਦੇ ਵਿੱਚ। ਤੁਸੀਂ ਨਾਰਮਲ ਯਾਦ ਰੱਖਿਓ 60 ਤੋਂ ਲੈ ਕੇ 100 ਤੱਕ। ਨਾਲ ਡਿਪੈਂਡ ਕਰਦਾ ਰਿਦਮ ਦੇ ਉੱਪਰ, ਰਿਦਮ ਹੁੰਦਾ ਤਾਲ, ਮਤਲਬ ਕਿ ਨਿਯਮਤ ਵੀ ਹੋ ਸਕਦੀ ਹੈ, ਬੇਨਿਯਮਤ ਵੀ ਹੋ ਸਕਦੀ ਹੈ। ਕਿ ਮੰਨ ਲਓ ਕੋਈ ਬੰਦਾ ਹੈ, ਉਹ ਬੰਦਾ ਇਹਦੇ ਵਿੱਚ ਕੀ ਆ ਕਿ ਬਹੁਤ ਜ਼ਿਆਦਾ ਡਰ ਗਿਆ ਕਿਸੇ ਚੀਜ਼ ਨੂੰ ਦੇਖ ਕੇ, ਤਾਂ ਆਪਣੀ ਪਲਸ ਰੇਟ ਕੀ ਹੁੰਦੀ, ਦਿਲ ਦੀ ਧੜਕਣ ਕੀ ਹੋ ਜਾਂਦੀ ਹੈ, ਵੱਧ ਜਾਂਦੀ ਆ, ਜਾਂ ਕਿਵੇਂ ਆ, ਘਟ ਵੀ ਸਕਦੀ ਆ। ਤਾਂ ਡਿਪੈਂਡ ਕਰਦਾ ਕਿਹਦੇ ਉੱਪਰ, ਰਿਦਮ ਦੇ ਉੱਪਰ ਵੀ ਡਿਪੈਂਡ ਕਰਦਾ ਹੈ। ਤਾਂ ਜਿਵੇਂ ਜਿਹੜਾ ਆਪਣਾ ਨਬਜ਼ ਦੇ ਆਪਾਂ ਜਦੋਂ ਆਪਾਂ ਉਹਨੂੰ ਮਾਪਦੇ ਹਾਂ ਆਮ ਤੌਰ 'ਤੇ, ਉਹਨੂੰ ਕੀ ਕਹਿ ਦਿੰਦੇ ਆ, ਪੈਲਪੇਸ਼ਨ ਕਹਿ ਦਿੰਦੇ ਆ। ਕੀ ਕਹਿੰਦੇ ਆ, ਇਹ ਵਰਡ ਯਾਦ ਰੱਖਿਓ। ਪੈਲਪੇਸ਼ਨ ਕੀ ਹੁੰਦਾ ਕਿ ਨਬਜ਼ ਦਾ ਮੁਲਾਂਕਣ ਕਰਨਾ, ਠੀਕ ਹੈ, ਕਾਹਦੇ ਵਜੋਂ, ਭਾਵਨਾ ਵਜੋਂ, ਮਤਲਬ ਆਪਣੀ ਫੀਲਿੰਗਸ ਹੁੰਦੀਆਂ ਨੇ। ਆਪਾਂ ਜਦੋਂ ਬਹੁਤ ਖੁਸ਼ ਹਾਂ ਜਾਂ ਇੱਕਦਮ ਡਰ ਗਏ ਜਾਂ ਕਿਸੇ ਚੀਜ਼ ਤੋਂ ਆਪਾਂ ਨੂੰ ਫੋਬੀਆ ਹੈ, ਉਦੋਂ ਕੀ ਆਪਣੀ ਪਲਸ ਰੇਟ ਵਧਣ ਦੇ ਚਾਂਸ ਹੁੰਦੇ ਨੇ। ਤਾਂ ਠੀਕ ਹੈ, ਆਪਣੀਆਂ ਕੀ ਫੀਲਿੰਗਸ 'ਤੇ ਡਿਪੈਂਡ ਕਰਦੀ ਆ, ਜਿਹਨੂੰ ਕਹਿ ਦਿੰਦੇ ਆ ਪੈਲਪੇਸ਼ਨ। ਹੁਣ ਨੈਕਸਟ ਕਿਹੜੇ ਫੈਕਟਰ ਹੁਣ ਡਿਪੈਂਡ ਕਰਦੇ ਆ ਜਾਂ ਅਫੈਕਟ ਕਰਦੇ ਆਪਣੇ ਪਲਸ ਰੇਟ ਨੂੰ, ਉਮਰ ਕਰਦੀ ਹੈ। ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ, ਕਹਿੰਦਾ ਵੀ ਬੱਚਿਆਂ ਦੇ ਵਿੱਚ ਕੀ ਹੁੰਦਾ ਹੈ, ਜਿਹੜੀ ਇਹ ਪਲਸ ਰੇਟ ਹੁੰਦੀ ਹੈ 100 ਤੋਂ ਲੈ ਕੇ 160 ਹੁੰਦੀ ਹੈ। BPM ਦਾ ਮਤਲਬ ਕੀ ਆ, ਬੀਟ ਪਰ ਮਿੰਟ, ਬੀਟਸ ਪਰ ਮਿੰਟ ਹੈ ਨਾ, ਧੜਕਦਾ ਇੱਕ ਮਿੰਟ ਦੇ ਵਿੱਚ। ਜਦ ਕੀ ਕਹਿੰਦਾ ਜਦੋਂ ਮਤਲਬ ਨੌਜਵਾਨਾਂ ਦੀ ਗੱਲ ਕਰੀਏ, ਜਿਹੜੇ ਆਪਾਂ ਤੁਹਾਡੇ ਵਰਗੇ ਬੱਚੇ ਆ, ਉਹਨਾਂ ਦੀ ਹੈਗੀ 60 ਤੋਂ ਲੈ ਕੇ 100, ਠੀਕ ਹੈ, 60 ਤੋਂ ਲੈ ਕੇ 100 ਹੈ। ਅਤੇ ਜਿਹੜੇ ਹੁਣ ਦੇਖੋ ਜਿਹੜੀਆਂ ਔਰਤਾਂ ਹੁੰਦੀਆਂ, ਔਰਤਾਂ ਦੀ ਪਲਸ ਰੇਟ ਨੋਰਮਲ ਕੰਪੈਰੀਜ਼ਨ ਕਰੀਏ ਆਪਾਂ ਮਰਦਾਂ ਦੇ ਨਾਲੋਂ, ਕਿਉਂਕਿ ਔਰਤਾਂ ਸੈਂਸਿਟਿਵ ਹੁੰਦੀਆਂ ਥੋੜ੍ਹੀਆਂ ਜਿਹੀਆਂ, ਅਤੇ ਇਸ ਕਰਕੇ ਉਹਨਾਂ ਦੀ ਪਲਸ ਰੇਟ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ। ਜਿਵੇਂ ਮੰਨ ਲਓ ਤੁਸੀਂ ਯਾਦ ਰੱਖਣਾ ਹੋਇਆ ਰੱਖ ਲਿਓ, ਵੈਸੇ ਇੰਨੀ ਲੋੜ ਨਹੀਂ ਗੀ। 78 ਤੋਂ ਲੈ ਕੇ 82, ਅਤੇ ਮਰਦਾਂ ਦੀ ਹੁੰਦੀ ਹੈ 70 ਤੋਂ ਲੈ ਕੇ 72 ਧੜਕਣ ਪ੍ਰਤੀ ਮਿੰਟ, ਜਿਹਨੂੰ ਕਹਿ ਦਿੰਦੇ ਆ BPM, ਬੀਟਸ ਪਰ ਮਿੰਟ। ਮੈਂ BPM ਵਾਰ ਤਾਂ ਬੋਲ ਰਿਹਾ ਕਿਉਂਕਿ ਪੇਪਰ 'ਚ ਕੁਐਸਚਨ ਪੁੱਛਿਆ ਜਾ ਸਕਦਾ ਕਿ ਪਲਸ ਰੇਟ ਮੇਜਰ ਕਰਨ ਦਾ ਯੂਨਿਟ ਕੀ ਹੈ, ਤਾਂ ਉਹਨੂੰ ਉੱਥੇ ਹੋ ਸਕਦਾ ਕਿ ਧੜਕਣ ਪ੍ਰਤੀ ਮਿੰਟ ਵੀ ਲਿਖ ਸਕਦਾ ਪੰਜਾਬੀ ਦੇ ਵਿੱਚ, ਅੰਗਰੇਜ਼ੀ ਦੇ ਵਿੱਚ ਲਿਖਿਆ ਹੋਊਗਾ BPM, ਬੀਟਸ ਪਰ ਮਿੰਟ। ਹੁਣ ਕਿਹੜੇ ਫੈਕਟਰ ਇਫੈਕਟ ਕਰਦੇ ਐਕਸਰਸਾਈਜ਼, ਮੰਨ ਲਓ ਕੋਈ ਬੰਦਾ ਦੌੜ ਰਿਹਾ ਹੈ, ਰਨਿੰਗ ਕਰ ਰਿਹਾ ਹੈ, ਤਾਂ ਉਹਦੀ ਹਾਰਟ ਬੀਟ ਆਟੋਮੈਟਿਕਲੀ ਕੀ ਹੋ ਜੂਗੀ, ਤੇਜ਼ ਹੋ ਜੂਗੀ, ਕਿਉਂਕਿ ਆਪਾਂ ਸਾਹ ਕੀ ਕਰਾਂਗੇ, ਤੇਜ਼ ਲਵਾਂਗੇ। ਜਾਂ ਮੰਨ ਲਓ ਕੋਈ ਬੁਖਾਰ ਹੈ, ਜਿਵੇਂ ਬੁਖਾਰ ਵਗੈਰਾ ਹੋ ਗਿਆ, ਉਹਦੇ ਵਿੱਚ ਕੀ ਆ, ਪਲਸ ਰੇਟ ਆਪਣੀ ਕੀ ਆ, ਵੱਧ ਜਾਂਦੀ ਹੈ। ਜਾਂ ਸਟਰੈਸ ਹੁੰਦੀ, ਜਦੋਂ ਆਪਾਂ ਨੂੰ ਸਟਰੈਸ ਹੁੰਦੀ ਹੈ, ਵੀ ਟੈਨਸ਼ਨ ਤਣਾਅ ਹੋ ਗਿਆ ਆਪਾਂ ਨੂੰ, ਤਾਂ ਬੇਸਿਕਲੀ ਜਦੋਂ ਆਪਾਂ ਨੂੰ ਸਟਰੈਸ ਹੁੰਦੀ ਨਾ, ਆਪਣਾ ਸਰੀਰ ਕਿੱਥੇ ਚਲਾ ਜਾਂਦਾ, ਫਾਈਟ ਫਲਾਈਟ ਮੋਡ 'ਚ ਚਲਾ ਜਾਂਦਾ ਹੈ। ਇੱਕ ਬੇਸਿਕਲੀ ਮੈਡੀਕਲ ਦੀ ਟਰਮ ਆ, ਫਾਈਟ ਫਲਾਈਟ ਮੋਡ ਚਲਾ ਜਾਂਦਾ ਹੈ, ਠੀਕ ਹੈ। ਫਲਾਈਟ ਮੋਡ ਨਾ ਕਹਿ ਦਿਓ ਭਾਈ, ਮੋਬਾਈਲ ਵਾਲਾ ਫਲਾਈਟ ਮੋਡ ਅਲੱਗ ਹੁੰਦਾ, ਉਹ ਤਾਂ ਮਤਲਬ ਸਮਝ ਲਓ ਜੇ ਫਲਾਈਟ ਮੋਡ 'ਤੇ ਹੋ ਗਏ ਤਾਂ ਬਾਬੇ ਕੋਲੇ ਪਹੁੰਚ ਜਾਂਗੇ। ਫਲਾਈਟ ਮੋਡ ਨਹੀਂ ਕਹਿਣਾਗਾ, ਫਾਈਟ ਫਲਾਈਟ ਮੋਡ ਹੁੰਦਾ, ਜਿਹਦੇ ਵਿੱਚ ਕੀ ਹੁੰਦਾ, ਜਿਹੜਾ ਆਪਣਾ ਨਾ ਐਡਰਨਲ ਗਲੈਂਡ ਹੁੰਦਾ, ਜਿਹੜਾ ਚਲੋ ਛੱਡੋ ਹੁਣ ਇੰਨਾ ਤੁਸੀਂ ਡਿਟੇਲ 'ਚ ਨਾ ਕਰੋ, ਬਸ ਇੰਨਾ ਸਮਝ ਲਓ ਕਿ ਇਹਦੇ ਵਿੱਚ ਕੀ ਹੁੰਦਾ, ਬਲੱਡ ਪ੍ਰੈਸ਼ਰ ਕੀ ਆਪਣਾ ਵੱਧ ਜਾਂਦਾ ਹੈ, ਧੜਕਣ ਵੀ ਵੱਧ ਜਾਂਦੀ ਆ, ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ, ਕਿਹਦੇ ਵਿੱਚ, ਸਟਰੈਸ ਦੇ ਵਿੱਚ। ਤਾਂ ਯਾਦ ਰੱਖਣਾ, ਪੁੱਛਿਆ ਜਾ ਸਕਦਾ ਕਿ BP ਜਾਂ ਪਲਸ ਰੇਟ ਕਦੋਂ ਵੱਧਦੀ ਆ, ਜਦੋਂ ਆਪਾਂ ਨੂੰ ਕੀ ਹੋਵੇ, ਸਟਰੈਸ ਹੋਵੇ। ਤਾਂ ਹੀ ਆਉਂਦੇ ਨਾ, ਸਟਰੈਸ ਨਹੀਂ ਲੈਣੀ ਚਾਹੀਦੀਗੀ, ਤਾਂ ਟੈਨਸ਼ਨ ਨਹੀਂ ਲੈਣੀਗੀ। ਜੋਬ ਤੁਹਾਨੂੰ ਮਿਲੂਗੀ, ਜਿਹੜਾ ਬੰਦਾ ਮਿਹਨਤ ਕਰ ਰਿਹਾ ਉਹਨੂੰ ਕਿਤੇ ਨਾ ਕਿਤੇ ਜਾ ਕੇ ਫਲ ਜ਼ਰੂਰ ਮਿਲੂਗਾ। ਇਸ ਕਰਕੇ ਤੁਸੀਂ ਮਿਹਨਤ ਜਾਰੀ ਰੱਖੋ, ਫਲ ਦੇਣਾ ਉਹਦਾ ਕੰਮ ਹੈ, ਆਪਣਾ ਕੰਮ ਸਿਰਫ ਮਿਹਨਤ ਕਰਨਾ ਹੈ। ਅਤੇ ਟੈਨਸ਼ਨ ਲੈ ਕੇ ਨਹੀਂ ਪੜ੍ਹਨਾ ਗਾ, ਇੰਜੋਏ ਨਾਲ ਪੜ੍ਹਨਾ, ਨਜ਼ਾਰੇ ਲੈ ਕੇ ਪੜ੍ਹੋ। ਹੁਣ ਨੈਕਸਟ ਕੀ ਆ, ਕਹਿੰਦਾ ਵੀ ਟੈਂਪਰਲ ਹੋ ਗਿਆ, ਰੇਡੀਅਲ ਹੋ ਗਿਆ, ਕਾਰਡੀਓਡ ਹੋ ਗਿਆ, ਫੈਮਰਲ ਹੋ ਗਈ। ਇਹ ਕੀ ਚੀਜ਼ਾਂ ਨੇ, ਤਾਂ ਸਾਰੀਆਂ ਕੀ ਆ, ਪਲਸ ਦੇ ਪੁਆਇੰਟ ਹੁੰਦੇ ਨੇ, ਜਿਹਨੂੰ ਪਲਸ ਸਾਈਟ ਵੀ ਕਹਿ ਦਿੰਦੇ ਆ, ਮਤਲਬ ਜਗ੍ਹਾ ਜਿੱਥੇ ਤੋਂ ਆਪਾਂ ਪਲਸ ਨੂੰ ਕੀ ਕਰ ਸਕਦੇ ਹਾਂ, ਮਾਪ ਸਕਦੇ ਹਾਂ। ਤਾਂ ਅੱਗੇ ਜਾ ਕੇ ਤੁਹਾਨੂੰ ਪੜ੍ਹਾਉਣਾ ਮੈਂ, ਕੁਐਸਚਨ ਪੁੱਛਿਆ ਜਾ ਸਕਦਾ। ਪਹਿਲਾ ਹੈਗਾ ਭਾਈ ਆਪਣਾ ਜਿਹੜਾ ਪਲਸ ਦਾ ਹੈਗਾ ਜਗ੍ਹਾ ਹੈਗੀ ਆ, ਉਹ ਹੈਗੀ ਆ ਕੈਰੋਟਿਡ ਹੈਗੀ ਆ, ਕੈਰੋਟਿਡ ਪਲਸ, ਜਿਹਨੂੰ ਕਹਿੰਦੇ ਨੇ CP, ਕੈਰੋਟਿਡ ਪਲਸ। ਇਹ ਕੀ ਹੁੰਦਾ, ਕਹਿੰਦਾ ਕਿ ਦਬਾਅ ਦਾ ਸੰਕੇਤ ਹੈ ਜੋ ਕਿ ਕੈਰੋਟਿਡ ਨਾੜੀ ਦੇ ਉੱਪਰ ਪ੍ਰਾਪਤ ਕੀਤਾ ਜਾਂਦਾ। ਕੈਰੋਟਿਡ ਨਾੜੀ ਹੁੰਦੀ ਹੈ ਭਾਈ ਆ ਗਲੇ ਦੇ ਵਿੱਚ, ਰਾਈਟ ਹੈਂਡ ਸਾਈਡ 'ਤੇ, ਆਹ ਦੇਖੋ
ਇਹ 2 ਉਂਗਲਾਂ ਨਾਲ ਆਪਾਂ ਦਬਾ ਦਿੰਦੇ ਹਾਂ, 2 ਉਂਗਲਾਂ ਨਾਲ ਦਬਾ ਦੇ ਕੇ ਆਪਾਂ ਦੇਖਦੇ ਹਾਂ ਵੀ ਕਿੰਨਾ ਕੁ ਬੀਟ ਕਰ ਰਹੀ ਹੈ। ਤੁਸੀਂ ਆਪਣੇ ਆਪ ਦਾ ਕਰਕੇ ਦੇਖ ਲਿਓ, ਵੀਡੀਓ ਵੇਲੇ ਦੇਖ ਲਿਓ ਚਾਹੇ ਬਾਅਦ 'ਚ ਦੇਖ ਲਿਓ, ਬਾਕੀ ਪੇਪਰ 'ਚ ਜਾ ਕੇ ਤਾਂ ਵੱਧ ਹੀ ਜਾਣੀ ਆ। ਆਹ ਦੇਖੋ, ਇਹ ਹੈ ਕੈਰੋਟਿਡ ਨਾੜੀ ਆਪਣੀ, ਜਿਹਦੇ ਉੱਪਰ ਆਪਾਂ ਕੀ ਹੈ 2 ਉਂਗਲਾਂ ਰੱਖਾਂਗੇ ਤਾਂ ਆਪਾਂ ਨੂੰ ਕੀ ਹੋ ਜੂਗੀ, ਆਪਣੀ ਪਲਸ ਰੇਟ ਪਤਾ ਚੱਲ ਜੂਗੀ। ਠੀਕ ਹੈ ਜੀ। ਨੈਕਸਟ ਦੇਖਦੇ ਹਾਂ ਭਾਈ ਐਪੀਕਲ। ਐਪੀਕਲ ਬਹੁਤ ਸਿੰਪਲ ਹੈ, ਕਿਉਂਕਿ ਉਹ ਨੋਰਮਲ ਆਪਾਂ ਜਦੋਂ ਵੀ ਡਾਕਟਰ ਕੋਲ ਜਾਂਦੇ ਹਾਂ ਹਮੇਸ਼ਾ ਆਪਣੇ ਖੱਬੇ ਵਾਲੇ ਪਾਸੇ ਕੀ ਲਾਉਂਦਾ, ਉਹ ਕੀ ਕਰਦਾ, ਉਹ ਆਪਣਾ ਸਟੈਟੋਸਕੋਪ ਲਗਾਉਂਦਾ ਹੈ, ਕਿਉਂਕਿ ਆਪਣੇ ਖੱਬੇ ਵਾਲੇ ਪਾਸੇ ਕੀ ਹੁੰਦੀ ਹੈ, ਐਪੀਕਲ ਪਲਸ ਹੁੰਦੀ ਹੈ, ਜਿਹਦੇ ਤੋਂ ਆਪਾਂ ਪਤਾ ਲਗਾ ਸਕਦੇ ਹਾਂ ਕਿ ਜਿਹੜਾ ਬੰਦਾ ਹੈ ਉਹਦਾ ਦਿਲ ਦੀ ਧੜਕਣ ਨੋਰਮਲ ਚੱਲ ਰਹੀ ਹੈ, ਵੱਧ ਰਹੀ ਹੈ, ਘਟ ਰਹੀ ਹੈ, ਕੀ ਹੋ ਰਿਹਾ। ਤਾਂ ਐਪੀਕਲ ਪੁੱਛਿਆ ਜਾ ਸਕਦਾ, ਕਿਉਂਕਿ ਐਪੀਕਲ ਕੀ ਹੁੰਦੀ ਹੈ, ਨੋਰਮਲ ਜਿੰਨੇ ਵੀ ਡਾਕਟਰ ਹੈਗੇ ਆ ਜਨਰਲ ਮੈਡੀਸਨ ਦੇ, ਉਹ ਕੀ ਕਰਦੇ ਆ, ਹਮੇਸ਼ਾ ਚੈੱਕ ਕਰਦੇ ਆ ਐਪੀਕਲ ਪਲਸ ਤੋਂ। ਨੈਕਸਟ ਹੈਗੀ ਹੈ ਟੈਂਪਰਲ। ਟੈਂਪਰਲ ਹੁੰਦੀ ਹੈ ਅਸਥਾਈ, ਮਤਲਬ ਕਿ ਪਰਮਾਨੈਂਟ ਨਹੀਂ ਰਹਿੰਦੀ ਗੀ ਇਹ ਚੀਜ਼। ਜਿਵੇਂ ਮੰਨ ਲਓ ਜਿਹੜਾ ਆਪਣਾ ਸਿੱਧੇ ਤੌਰ 'ਤੇ ਆਪਾਂ ਕਹਿ ਦਈਏ ਵੀ ਕੰਨ ਦੇ ਉੱਪਰ ਤੇ ਜਿਹੜਾ ਆਪਣਾ ਮੱਥਾ ਹੈ, ਮੱਥੇ ਨੂੰ ਆਪਾਂ ਮੰਦਰ ਕਹਿ ਦਿੰਦੇ ਹਾਂ ਅਗਰ ਪੰਜਾਬੀ 'ਚ ਗੱਲ ਕਰੀਏ, ਤਾਂ ਮੱਥੇ ਤੇ ਕੰਨ ਦੇ ਵਿਚਕਾਰ ਜਿਹੜੀ ਜਗ੍ਹਾ ਹੁੰਦੀ ਆ, ਦੇਖੋ ਆਹ ਪੁਆਇੰਟ ਹੈ, ਆਹ ਪੁਆਇੰਟ ਨੂੰ ਕੀ ਕਹਿ ਦਿੰਦੇ ਆ, ਟੈਂਪਰਲ। ਠੀਕ ਹੈ, ਟੈਂਪਰਲ ਨਾੜੀ ਕਹਿ ਦਿੰਦੇ ਆ, ਉਹਦੇ ਉੱਪਰ ਆਪਾਂ ਹੱਥ ਰੱਖਾਂਗੇ ਤਾਂ ਆਪਾਂ ਨੂੰ ਕੀ ਪਤਾ ਚੱਲ ਜੂਗੀ, ਪਲਸ ਚੱਲ ਜੂਗੀ ਪਤਾ। ਨੈਕਸਟ ਹੈਗਾ ਰੇਡੀਅਲ। ਰੇਡੀਅਲ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਦੋਂ ਵੀ ਆਪਾਂ ਬੀਪੀ ਵਗੈਰਾ ਮੇਜਰ ਕਰਦੇ ਆ ਨਾ, ਉਦੋਂ ਰੇਡੀਅਲ ਦੇ ਉੱਪਰ ਹੱਥ ਰੱਖਦੇ ਹਾਂ ਆਪਾਂ। ਠੀਕ ਹੈ, ਰੇਡੀਅਲ ਕੀ ਹੁੰਦਾ, ਕਹਿੰਦਾ ਗੁੱਟ ਦੇ ਅੰਦਰੂਨੀ ਪਹਿਲੂ ਤੇ ਅੰਗੂਠੇ ਵਾਲੇ ਪਾਸੇ। ਠੀਕ ਹੈ, ਆ ਰਿਹਾ ਭਾਈ ਅੰਗੂਠੇ ਵਾਲੇ ਪਾਸੇ ਤੇ ਗੁੱਟ ਦੇ ਅੰਦਰੂਨੀ ਹਿੱਸੇ ਨਾਲ, ਇਹਨੂੰ ਆਪਾਂ ਦਬਾ ਕੇ ਰੱਖਾਂਗੇ 2 ਉਂਗਲਾਂ ਦੇ ਨਾਲ, ਆਪਣਾ ਕੀ ਪਤਾ ਚੱਲ ਜੂਗੀ, ਰੇਡੀਅਲ ਪਲਸ ਪਤਾ ਚੱਲ ਜੂਗੀ। ਤਾਂ ਸਾਰੀਆਂ ਹੀ ਪਲਸ ਤੁਸੀਂ ਯਾਦ ਰੱਖਣਾ ਜਿਹੜੀਆਂ ਇੰਪੋਰਟੈਂਟ ਨੇ। ਆਹ ਇੰਨੀ ਇੰਪੋਰਟੈਂਟ ਨਹੀਂ ਹੈਗੀ, ਇਸ ਕਰਕੇ ਮੈਂ ਜ਼ਿਆਦਾ ਨਹੀਂ ਇਹਦੇ ਬਾਰੇ ਲਿਖਿਆ। ਇਹ ਹੈਗੀ ਆ ਬ੍ਰੈਚੀਅਲ ਪਲਸ। ਇਹ ਬ੍ਰੈਚੀਅਲ ਨਾੜੀ ਹੁੰਦੀ ਆ ਆਪਣੀ, ਸਮਝ ਲਓ ਵੀ ਕੂਹਣੀ ਦੇ ਜੋੜ ਦੇ ਬਿਲਕੁਲ ਓਪੋਜ਼ਿਟ। ਮੰਨ ਲਓ ਆਹ ਆਪਣੀ ਕੂਹਣੀ ਆ, ਕੂਹਣੀ ਦਾ ਉੱਪਰ ਵਾਲਾ ਹਿੱਸਾ, ਇਹਦੇ ਵਿੱਚ ਇੱਕ ਨਾੜੀ ਹੁੰਦੀ ਆ ਬ੍ਰੈਚੀਅਲ ਨਾੜੀ, ਉਹਦੇ ਉੱਪਰ ਹੱਥ ਰੱਖਾਂਗੇ ਤਾਂ ਉਹਨੂੰ ਕਹਿ ਦਿੰਦੇ ਆ ਬ੍ਰੈਚੀਅਲ ਪਲਸ। ਠੀਕ ਹੈ, ਤਾਂ ਮੇਜਰ ਕਰਨ ਦਾ ਤਰੀਕਾ ਸਾਰਿਆਂ ਦੇ ਸੇਮ ਹੈ, 2 ਉਂਗਲਾਂ ਰੱਖਣੀਆਂ ਬਸ। ਹੁਣ ਜਿਹੜੀ ਮੇਨ ਇੰਪੋਰਟੈਂਟ ਚੀਜ਼ ਆ ਜਿਹੜੀ ਤੁਸੀਂ ਨੋਟ ਕਰਨੀ ਆ, ਉਹ ਹੈਗੀ ਆ ਭਾਈ ਜਿਹੜੀ ਕਹਿੰਦਾ ਨੋਰਮਲ ਜਾਂ ਸਧਾਰਨ ਬੀਪੀ ਪਲਸ ਰੇਟ ਕਿਹੜੀ ਹੈ, 60 ਤੋਂ ਲੈ ਕੇ 100 ਤੱਕ। ਠੀਕ ਹੈ ਜੀ। ਤੇ ਕਹਿੰਦਾ ਵੀ 1-2 ਟਰਮਾਂ ਯੂਜ਼ ਕੀਤੀਆਂ ਗਈਆਂ, ਇਹ ਪੁੱਛੀਆਂ ਜਾ ਸਕਦੀਆਂ। ਕਹਿੰਦਾ ਟੈਚੀਕਾਰਡੀਆ ਕੀ ਹੁੰਦਾ, ਟੈਚੀਕਾਰਡੀਆ ਹੁੰਦਾ ਜਦੋਂ ਕਿ ਨੋਰਮਲ ਦੇ ਨਾਲੋਂ ਕੀ ਹੋਵੇ, ਵੱਧ ਹੋਵੇ। ਠੀਕ ਹੈ, ਜਿਹੜੀ ਪਲਸ ਰੇਟ ਹੈਗੀ ਆਪਣੀ 100 ਤੋਂ ਵੱਧ ਗਈ, ਕਿਉਂਕਿ ਨੋਰਮਲ ਹੈਗੀ 60 ਤੋਂ 100 ਤੋਂ ਵੱਧ ਗਈ, ਉਹਨੂੰ ਕੀ ਕਹਿ ਦਿੰਦੇ ਆ, ਟੈਚੀਕਾਰਡੀਆ। ਜੇ 60 ਤੋਂ ਘੱਟ ਗਈ ਉਹਨੂੰ ਕੀ ਕਹਿ ਦਿੰਦੇ ਆ, ਬ੍ਰੈਡੀਕਾਰਡੀਆ। ਬਹੁਤ ਮੋਸਟ ਇੰਪੋਰਟੈਂਟ ਵਰਡ ਨੇ, ਦੋਨੋਂ ਪੁੱਛੇ ਜਾ ਸਕਦੇ ਨੇ, ਟੈਚੀਕਾਰਡੀਆ ਤੇ ਬ੍ਰੈਡੀਕਾਰਡੀਆ। ਤਾਂ ਬ੍ਰੈਡੀਕਾਰਡੀਆ ਮਤਲਬ ਕੀ ਹੈ, ਬੈਠ ਗਿਆ। ਇੱਥੇ ਯਾਦ ਰੱਖ ਲਿਓ, ਇੱਕ ਤੁਹਾਨੂੰ ਮੈਂ ਟ੍ਰਿਕ ਵੀ ਦੱਸ ਦਿੰਦਾ। ਦੇਖੋ ਜੀਕੇ ਕਈ ਬੱਚੇ ਮੈਸੇਜ ਕਰਦੇ ਸਰ ਵੀ ਜੀਕੇ ਨਾ ਸਾਨੂੰ ਐਂ ਲੱਗਦਾ ਵੀ ਅਸੀਂ ਅਗਲਾ ਪੜ੍ਹੀ ਜਾਂਦੇ ਹਾਂ, ਅੱਗਾ ਦੌੜ ਤੇ ਪਿੱਛਾ ਚੌੜ। ਉਹ ਭਾਈ ਪੇਪਰ ਦੇ ਵਿੱਚ ਜਾ ਕੇ ਤੁਹਾਨੂੰ ਪੱਕਾ ਯਾਦ ਰਹੂਗਾ। ਬਾਕੀ ਜੇ ਤੁਹਾਨੂੰ ਜੀਕੇ ਪੜ੍ਹਨ ਦਾ ਤਰੀਕਾ ਸਿੱਖਣਾ ਤਾਂ ਮੇਰੇ ਚੈਨਲ 'ਤੇ ਇੱਕ ਵੀਡੀਓ ਪਈ ਹੈ, ਨਦੀਆਂ ਦੇ ਨਾਮ ਤੇ ਆਪਣਾ 12 ਜਿਹੜੀਆਂ ਆਪਣੀਆਂ ਮਿਸਲਾਂ ਹੋਈਆਂ। ਜੀਕੇ ਹਮੇਸ਼ਾ ਪੜ੍ਹਨੀ ਆ ਟ੍ਰਿਕਸ ਦੇ ਨਾਲ, ਜਾਂ ਕੋਈ ਫਨੀ ਟ੍ਰਿਕਸ ਬਣਾ ਲਓ, ਜਾਂ ਆਪਣੇ ਫਰੈਂਡ ਦੇ ਬਾਰੇ ਸੋਚ ਲਓ ਜਿਨ੍ਹਾਂ ਬਾਰੇ ਤੁਸੀਂ ਯਾਦ ਕਰਕੇ ਤੁਹਾਨੂੰ ਹਮੇਸ਼ਾ ਕੋਈ ਚੀਜ਼ ਗੱਲ ਯਾਦ ਰਹਿੰਦੀ ਆ, ਜਾਂ ਤੁਸੀਂ ਲਾਈਫ ਦੇ ਨਾਲ ਕੀ ਕਰ ਲਓ, ਉਹਦਾ ਤਾਲਮੇਲ ਬਿਠਾ ਲਓ, ਕੋਈ ਗੱਲ ਯਾਦ ਰੱਖ ਲਓ। ਹੁਣ ਜਿਵੇਂ ਮੈਂ ਤੁਹਾਨੂੰ ਕਹਿਤਾ ਬ੍ਰੈਡੀਕਾਰਡੀਆ ਕਿ ਮੰਨ ਲਿਆ ਕਿ ਬੱਬਾ ਹੋ ਗਿਆ, ਬੱਬੇ ਤੋਂ ਕੀ ਆਪਾਂ ਬੈਠ ਦਾ ਮਤਲਬ ਕੀ ਆ, ਬੈਠ ਗਈ। ਕਹਿੰਦਾ ਆਪਾਂ ਕਹਿੰਦੇ ਨਾ ਆਪਣਾ ਦਿਲ ਜਾ ਬੈਠੀ ਜਾਂਦਾ, ਅੱਜ ਯਾਰ ਟੈਨਸ਼ਨ ਹੋ ਰਹੀ ਆ, ਮਤਲਬ ਕਿ ਘਟ ਰਿਹਾ ਦਿਲ ਮੇਰਾ। ਤਾਂ ਜਦੋਂ ਘਟ ਗਈ ਉਹਨੂੰ ਕੀ ਕਹਿੰਦੇ, ਬ੍ਰੈਡੀਕਾਰਡੀਆ। ਟੈਚੀਕਾਰਡੀਆ ਮਤਲਬ ਕੀ ਆ ਕਿ ਟੈਚੀ ਚੱਕ ਲਈ, ਆਪਾਂ ਜਾ ਤਾਂ ਚੱਲੇ ਟੈਚੀ ਚੱਕ ਕੇ, ਮਤਲਬ ਚੱਕਤੀ ਤਾਂ ਚੱਕਿਆ ਗਿਆ, ਤਾਂ ਉਹ ਕੀ ਹੋ ਗਿਆ ਆਪਣਾ ਟੈਚੀਕਾਰਡੀਆ, ਮਤਲਬ ਪਲਸ ਰੇਟ ਕੀ ਆ, ਵੱਧ ਗਈ। ਠੀਕ ਹੈ, ਟੈਚੀ ਤੋਂ ਯਾਦ ਰੱਖ ਲਿਓ, ਤੇ ਬ੍ਰੈਡੀਕਾਰਡੀਆ ਮਤਲਬ ਬੈਠ ਗਿਆ, ਦਿਲ ਮੇਰਾ ਬੈਠੀ ਜਾਂਦਾ। ਠੀਕ ਹੈ, ਘਾਉ ਮਾਊ ਜਿਹਾ ਕਰਦਾ ਅੱਜ। ਆਹ ਦੇਖੋ ਨੋਰਮਲ ਪਲਸ ਰੇਟ ਕੀ ਹੁੰਦੀ ਹੈ, ਕਹਿੰਦਾ ਤਾਂ 60 ਤੋਂ ਲੈ ਕੇ 100 ਤੱਕ। ਨੋਰਮਲ ਯਾਦ ਰੱਖਿਓ ਭਾਈ, 60 ਤੋਂ ਲੈ ਕੇ 100 ਤੱਕ। ਬਸ ਤੁਸੀਂ ਐਂ ਯਾਦ ਰੱਖ ਲਿਓ, ਨੋਰਮਲ ਅਗਰ ਯਾਦ ਨਹੀਂ ਰਹਿੰਦੀ ਤੁਸੀਂ ਐਂ ਯਾਦ ਰੱਖ ਲਿਓ ਵੀ ਜੇ ਮੇਰੇ ਘੱਟੋ ਘੱਟ 60 ਨੰਬਰ ਆ ਗਏ ਵਾਰ ਟੈਂਡਰ ਦੇ ਵਿੱਚ ਤਾਂ ਮੇਰੇ ਚਾਂਸ ਬਣ ਗਏ ਆ ਵੀ ਪੇਪਰ ਦੇ ਵਿੱਚ ਮੈਂ ਪਾਸ ਹੋ ਜਾਵਾਂ। ਤੇ ਜੇ ਮੇਰੇ 100 ਆ ਗਏ ਫਿਰ ਤਾਂ ਮੇਰੀ ਹੋ ਜੂਗੀ ਬੱਲੇ ਬੱਲੇ, ਮੇਰੀ ਤੂਤੀ ਬੋਲ ਜੂਗੀ। ਫਿਰ ਤਾਂ ਮੈਂ ਸਰ ਨੂੰ ਵੀ ਵਧਾਈਆਂ ਦਊਂਗਾ ਵੀ ਸਰ ਜੀ ਤੁਸੀਂ ਵਧੀਆ ਕੰਮ ਕਰਾਇਆ। ਨੈਕਸਟ ਹੈਗਾ ਭਾਈ ਥਰਡ ਜਿਹੜਾ ਸਿਸਟਮ ਹੈਗਾ ਉਹ ਹੈਗਾ ਰੈਸਪੀਰੇਸ਼ਨ ਸਿਸਟਮ, ਜਿਹਨੂੰ ਕਹਿ ਦਿੰਦੇ ਆ ਸਾਹ ਦੀ ਪ੍ਰਣਾਲੀ, ਸਾਹ ਲੈਣਾ। ਤਾਂ ਸਾਹ ਲੈਣ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ ਭਾਈ ਆਪਣੀ ਆਰ, ਜਿਹਨੂੰ ਕਹਿ ਦਿੰਦੇ ਆ ਰੈਸਪੀਰੇਸ਼ਨ ਰੇਟ, ਕਿ ਆਪਾਂ ਕਿੰਨਾ ਸਾਹ ਫੂਕਦੇ ਹਾਂ ਇੱਕ ਟਾਈਮ ਦੇ ਵਿੱਚ, 1 ਮਿੰਟ ਦੇ ਵਿੱਚ। ਹੁਣ ਸਭ ਤੋਂ ਪਹਿਲੀ ਜਿਹੜੀ ਚੀਜ਼ ਪਤਾ ਹੋਣੀ ਚਾਹੀਦੀ ਹੈ ਭਾਈ, ਜਦੋਂ ਆਪਾਂ ਸਾਹ ਲੈਂਦੇ ਹਾਂ ਤਾਂ ਆਕਸੀਜਨ ਨੂੰ ਕੀ ਕਰਦੇ ਆ, ਅੰਦਰ ਲੈ ਕੇ ਜਾਂਦੇ ਹਾਂ, ਤੇ ਕਾਰਬਨ ਡਾਈਆਕਸਾਈਡ ਨੂੰ ਕੀ ਕਰਦੇ ਆ, ਬਾਹਰ ਛੱਡਦੇ ਹਾਂ। ਤੇ ਆਪਣੇ ਬਿਲਕੁਲ ਓਪੋਜ਼ਿਟ ਜਿਹੜੇ ਪੌਦੇ ਹੁੰਦੇ ਆ, ਦਰਖਤ ਹੁੰਦੇ, ਉਹ ਕੀ ਕਰਦੇ ਆ, ਆਕਸੀਜਨ ਛੱਡ ਦਿੰਦੇ ਆ ਤੇ ਕਾਰਬਨ ਡਾਈਆਕਸਾਈਡ ਲੈ ਲੈਂਦੇ ਆ। ਤਾਂ ਹੀ ਕਹਿੰਦੇ ਨਾ ਕਿ ਜੰਗਲ ਕਿਉਂ ਜ਼ਰੂਰੀ ਹੈ, ਕਿਉਂ ਪੌਦੇ ਜ਼ਰੂਰੀ ਆ, ਵੱਧ ਤੋਂ ਵੱਧ ਦਰਖਤ ਲਿਆਓ। ਠੀਕ ਆ, ਜਿਵੇਂ ਹਰਿਆਲੀ ਸਿਸਟਮ ਚੱਲਿਆ ਸੀ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਤਾਂ ਜ਼ਰੂਰੀ ਆ ਭਾਈ ਸਰ ਕਿ ਇੱਕ ਤਾਂ ਦਰਖਤ ਲਾਉਂਦੇ ਰਹੋ। ਜੇ ਤੁਸੀਂ ਜੰਮੇ ਹੋ ਇਸ ਦੁਨੀਆ 'ਤੇ ਤਾਂ 1-2 ਦਰਖਤ ਲਾ ਕੇ ਜਾਇਓ। ਠੀਕ ਹੈ,
ਹੁਣ ਇੱਥੇ ਯਾਦ ਰੱਖ ਲਿਓ ਭਾਈ, ਰੈਸਪੀਰੇਸ਼ਨ ਰੇਟ ਕੀ ਹੁੰਦਾ ਵੀ ਸਾਹ ਲੈਣ ਦੀ ਦਰ ਨੂੰ ਕਹਿ ਦਿੰਦੇ ਆ, ਜਿਹਨੂੰ ਕਹਿ ਦਿੰਦੇ ਆ ਆਰ ਸ਼ਾਰਟ ਫਾਰਮ ਦੇ ਵਿੱਚ। ਤੇ ਅਗਲਾ ਹੈਗਾ ਵੈਂਟੀਲੇਸ਼ਨ। ਵੈਂਟੀਲੇਸ਼ਨ ਤੁਹਾਡੇ ਨਾਮ ਤੋਂ ਹੀ ਕਲੀਅਰ ਹੈ। ਮੰਨ ਲਓ ਕਿਸੇ ਨੂੰ ਸਾਹ ਲੈਣ 'ਚ ਪ੍ਰੋਬਲਮ ਹੁੰਦੀ ਆ, ਜਾਂ ਮੰਨ ਲਓ ਕਿ ਜਿਹੜੇ ਫੇਫੜੇ ਹਵਾ ਨੂੰ ਅੰਦਰ ਲੈ ਕੇ ਜਾਂਦੇ ਆ, ਠੀਕ ਹੈ, ਬਾਹਰ ਕੱਢਦੇ ਆ, ਉਹਦੀ ਜਿਹੜੀ ਗਤੀ ਦਰਸਾਉਂਦੀ ਆ ਉਹਨੂੰ ਕੀ ਕਹਿ ਦਿੰਦੇ ਆ, ਵੈਂਟੀਲੇਸ਼ਨ। ਗਤੀ ਮਤਲਬ ਗਤੀ ਕਿਉਂ ਹੁੰਦੀ ਆ, ਗਤੀ ਦਾ ਮਤਲਬ ਕੀ ਹੁੰਦਾ ਕਿ ਸਪੀਡ। ਮੰਨ ਲਓ ਕੋਈ ਚੀਜ਼ ਅੰਦਰ ਜਾ ਰਹੀ ਹੈ, ਬਾਹਰ ਆ ਰਹੀ ਹੈ, ਅੰਦਰ ਜਾ ਰਹੀ ਹੈ, ਬਾਹਰ ਆ ਰਹੀ ਹੈ, ਇਹ ਪ੍ਰੋਸੈਸ ਕੀ ਚੱਲਦਾ ਰਹਿੰਦਾ, ਕੰਟੀਨਿਊਸਲੀ ਚੱਲਦਾ ਰਹਿੰਦਾ, ਕਿਉਂਕਿ ਆਪਾਂ ਸਾਹ ਲੈਂਦੇ ਰਹਿੰਦੇ ਹਾਂ ਨਾ। ਜੇ ਤਾਂ ਸਾਹ ਰੁਕ ਗਏ ਫਿਰ ਕੀ ਹੋ ਜਾਊਗੀ, ਰਾਮ ਨਾਮ ਸੱਤ, ਕਿਉਂਕਿ ਸਾਹ ਲਈ ਜਾਵਾਂਗੇ ਕੀ ਹੋਊਗੀ, ਗਤੀ ਹੋਊਗੀ, ਤਾਂ ਉਹਨੂੰ ਕਹਿ ਦਿੰਦੇ ਆ ਵੈਂਟੀਲੇਸ਼ਨ। ਹੁਣ ਆਹ ਦੋ ਬਹੁਤ ਇੰਪੋਰਟੈਂਟ ਹੈਗੇ ਆ ਲਾਸਟ ਵਾਲੇ, ਇੰਨੇ ਇੰਪੋਰਟੈਂਟ ਨੇ। ਜਿਵੇਂ ਮੈਂ ਤੁਹਾਨੂੰ ਪਿੱਛੇ ਬ੍ਰੈਚੀਕਾਰਡੀਆ ਤੇ ਉਹ ਕਰਾਇਆ, ਉਵੇਂ ਇਹ ਬਹੁਤ ਇੰਪੋਰਟੈਂਟ ਨੇ। ਇੱਕ ਹੈਗਾ ਹਾਈਪਰ ਵੈਂਟੀਲੇਸ਼ਨ। ਹਾਈਪਰ ਦੇਖੋ ਨਾਮ ਫੇਰ ਆ ਗਿਆ, ਹਾਈਪਰ ਮਤਲਬ ਕਿ ਬਹੁਤ ਉੱਪਰ। ਤਾਂ ਹਾਈਪਰ ਵੈਂਟੀਲੇਸ਼ਨ ਕੀ ਹੋ ਗਿਆ, ਕਹਿੰਦਾ ਇੱਕ ਬਹੁਤ ਤੇਜ਼ ਅਤੇ ਡੂੰਘੀ ਸਾਹ ਲੈਣ ਦੀ ਪ੍ਰਕਿਰਿਆ। ਮੰਨ ਲਓ ਕੋਈ ਬੰਦਾ, ਜਿਵੇਂ ਕਈਆਂ ਨੂੰ ਸੁਪਨਾ ਆਉਂਦਾ, ਸੁਪਨੇ ਤੋਂ ਇੱਕਦਮ ਉੱਠਦਾ, ਉਹਨੂੰ ਐਂ ਲੱਗਦਾ ਵੀ ਸਭ ਕੁਝ ਰੀਅਲ ਸੀਗਾ, ਉਹਨਾਂ ਦੀ ਦਿਲ ਦੀ ਧੜਕਣ ਬਹੁਤ ਵੱਧ ਜਾਂਦੀ ਆ, ਜਾਂ ਉਹਨਾਂ ਦੀ ਸਾਹ ਲੈਣ ਦੀ ਦਰ ਕੀ ਹੋ ਜਾਂਦੀ ਆ, ਬਹੁਤ ਜਲਦੀ ਜਲਦੀ ਸਾਹ ਲੈਂਦੇ ਆ। ਜਾਂ ਕਈ ਕਹਿੰਦੇ ਆ ਕਿ ਇਹ ਦੌੜਦੇ, ਜਦੋਂ ਆਪਾਂ ਕੋਈ ਐਥਲੀਟ ਵਗੈਰਾ ਦੌੜ ਕੇ ਆਉਂਦੇ ਆ, ਤਾਂ ਉਹਨਾਂ ਦੇ ਸਾਹ ਲੈਣ ਦੀ ਦਰ ਕੀ ਹੁੰਦੀ ਆ, ਬਹੁਤ ਜ਼ਿਆਦਾ ਤੇਜ਼ ਹੁੰਦੀ ਆ, ਤਾਂ ਉਹਨੂੰ ਕਹਿ ਦਿੰਦੇ ਆ ਹਾਈਪਰ ਵੈਂਟੀਲੇਸ਼ਨ। ਤਾਂ ਯਾਦ ਰੱਖਿਓ। ਸੈਕਿੰਡ ਹੈਗਾ ਭਾਈ ਹਾਈਪੋ ਵੈਂਟੀਲੇਸ਼ਨ। ਹਾਈਪੋ ਵੈਂਟੀਲੇਸ਼ਨ ਕੀ ਹੋ ਗਿਆ ਕਿ ਬਹੁਤ ਘੱਟ ਦਰ, ਕੋਈ ਬੰਦਾ ਬਹੁਤ ਹੌਲੀ ਹੌਲੀ ਸਾਹ ਲੈਂਦਾ, ਬਹੁਤ ਮਤਲਬ ਕਿ ਸਲੋ ਸਾਹ ਲੈਣ ਦੀ ਪ੍ਰਕਿਰਿਆ ਨੂੰ ਆਪਾਂ ਕਹਿ ਦਾਂਗੇ ਕਿ ਹਾਈਪੋ ਵੈਂਟੀਲੇਸ਼ਨ। ਤਾਂ ਦੋਨੇ ਯਾਦ ਰੱਖਿਓ ਭਾਈ, ਪੇਪਰ ਦੇ ਵਾਸਤੇ ਦੋਨੇ ਇੰਪੋਰਟੈਂਟ ਨੇ। ਹੁਣ ਆਪਾਂ ਟਾਈਪ ਆਫ ਬਰੀਥਿੰਗ ਪੜ੍ਹ ਲੈਂਦੇ ਹਾਂ ਵੀ ਸਾਹ ਲੈਣ ਦੀ ਪ੍ਰਕਿਰਿਆਵਾਂ ਕਿਹੜੀਆਂ ਕਿਹੜੀਆਂ। ਦੋ ਹੁੰਦੀਆਂ, ਇੱਕ ਹੁੰਦੀ ਆ ਕੋਸਟਲ, ਠੀਕ ਹੈ, ਜਿਹਨੂੰ ਕਹਿ ਦਿੰਦੇ ਆ ਥੋਰੈਕਿਕ, ਠੀਕ ਹੈ। ਇਹ ਆਮ ਹੁੰਦੀ ਹੈ, ਜਿਵੇਂ ਮੰਨ ਲਓ ਤੁਸੀਂ ਦੇਖਿਆ ਹੋਊਗਾ ਆਪਾਂ ਸੁੱਤੇ ਪਏ ਹੁੰਦੇ ਹਾਂ, ਚਾਹੇ ਤੁਸੀਂ ਆਪਣੇ ਆਪ ਨੂੰ ਦੇਖ ਲਿਓ, ਚਾਹੇ ਤੁਸੀਂ ਆਪਣੇ ਬ੍ਰਦਰ ਸਿਸਟਰ ਨੂੰ ਦੇਖ ਲਿਓ, ਮਦਰ ਫਾਦਰ ਨੂੰ ਦੇਖ ਲਿਓ। ਨੋਰਮਲੀ ਕੀ ਹੁੰਦਾ ਵੀ ਜਿਹੜੇ ਜਵਾਨ ਹੁੰਦੇ ਆ, ਉਹਨਾਂ ਦੀ ਜਿਹੜੀ ਸਾਹ ਲੈਂਦੇ ਨਾ, ਜਿਹੜੀ ਚੈਸਟ ਮੂਵ ਕਰਦੀ ਆ ਅਪ ਡਾਊਨ, ਜ਼ਿਆਦਾਤਰ ਬੱਚਿਆਂ ਵਿੱਚ ਹੁੰਦਾ। ਵੈਸੇ ਮੈਂ ਦੇਖਿਆ ਵੀ ਬੱਚਿਆਂ ਦੀ ਜਿਹੜੀ ਸਾਹ ਲੈਣ ਦੇ ਵਿੱਚ ਆਪਾਂ ਨੂੰ ਨੋਰਮਲੀ ਪਤਾ ਚੱਲ ਜਾਂਦਾ ਕਿ ਬੱਚੇ ਦੀ ਛਾਤੀ ਉੱਪਰ ਨੀਚੇ ਬਹੁਤ ਹੁੰਦੀ ਆ, ਤਾਂ ਉਹਨੂੰ ਕਹਿ ਦਿੰਦੇ ਭਾਈ ਕੋਸਟਲ, ਠੀਕ ਹੈ। ਤਾਂ ਕੋਸਟਲ ਕਲੀਅਰ ਆ ਤੁਹਾਨੂੰ। ਨੈਕਸਟ ਹੈਗਾ ਭਾਈ ਥੋੜਾ ਸੈਕਿੰਡ ਵਨ ਹੈਗਾ ਡਾਇਆਫਰਮੈਟਿਕ। ਡਾਇਆਫਰਮੈਟਿਕ ਕੀ ਚੀਜ਼ ਹੁੰਦੀ ਆ, ਜਿਵੇਂ ਆਹ ਦੇਖੋ ਇੱਕ ਝਿੱਲੀ ਹੁੰਦੀ ਆ ਆਪਣੀ, ਜਿਹੜੇ ਲੰਗਸ ਹੁੰਦੇ ਨਾ, ਲੰਗਸ ਦੇ ਬਾਹਰ ਇੱਕ ਨਾ ਝਿੱਲੀ ਹੁੰਦੀ ਆ ਬੜੀ, ਤਾਂ ਉਹ ਮਤਲਬ ਕਿ ਏਅਰ ਨੂੰ ਅੰਦਰ ਲੈ ਕੇ ਜਾਂਦੀ ਆ, ਫਿਰ ਫਿਲਟਰ ਕਰਦੀ ਆ। ਫਿਲਟਰ ਕਿਉਂ ਕਰਦੇ ਆ, ਕਿਉਂਕਿ ਜਿਹੜੀ ਵੀ ਆਪਾਂ ਸਾਹ ਲੈਂਦੇ ਆ, ਹਵਾ ਦੇ ਵਿੱਚ ਕੀ ਹੋ ਸਕਦੇ ਆ, ਕੀਟਾਣੂ ਵਗੈਰਾ ਹੋ ਸਕਦੇ ਆ, ਮਿੱਟੀ ਦੇ ਕਣ ਹੋ ਸਕਦੇ ਆ, ਉਹਨਾਂ ਨੂੰ ਕੀ ਕਰਦੀ ਆ, ਇਹ ਛਾਣ ਕੇ ਅੰਦਰ ਭੇਜਦੀ ਆ। ਦੇਖੋ ਪਰਮਾਤਮਾ ਨੇ ਕਿੰਨਾ ਵਧੀਆ ਸਿਸਟਮ ਬਣਾਇਆ ਇਨਸਾਨ, ਠੀਕ ਹੈ। ਤਾਂ ਇਸ ਸਰੀਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਤੇ ਮਤਲਬ ਪ੍ਰੋਪਰ ਦੇਖੋ ਕਿੰਨਾ ਕੁ ਵਧੀਆ ਕੰਮ ਕਰਦੇ ਆ, ਛਾਣ ਕੇ ਫਿਰ ਅੰਦਰ ਜਾਂਦੀ ਆ, ਤਾਂ ਉਹਨੂੰ ਕਹਿ ਦਿੰਦੇ ਆ ਡਾਇਆਫਰਮੈਟਿਕ, ਠੀਕ ਹੈ। ਤੈਨੂੰ ਯਾਦ ਰੱਖ ਲਿਓ ਇੱਥੋਂ ਬਸ। ਡਾਇਆਫਰਮੈਟਿਕ ਹੁੰਦਾ ਕੀ ਆ, ਜਿਹੜੀ ਕਹਿੰਦਾ ਵੀ ਸਾਹ ਲੈਣ ਦੀ ਸਭ ਤੋਂ ਕਹਿੰਦਾ ਪ੍ਰਭਾਵਸ਼ਾਲੀ ਮਾਸਪੇਸ਼ੀ ਆ, ਜਿਹੜੀ ਕਹਿੰਦਾ ਫੇਫੜਿਆਂ ਦੇ ਆਧਾਰ 'ਤੇ ਇੱਕ ਵਿਸ਼ਾਲ ਗੁੰਬਦ ਦੇ ਤੌਰ 'ਤੇ ਹੁੰਦੀ ਆ। ਮਤਲਬ ਕਿ ਜਿਹੜੇ ਫੇਫੜੇ ਹੁੰਦੇ ਆ, ਫੇਫੜਿਆਂ ਦੇ ਬਾਹਰ ਉਹਨੂੰ ਕਵਰ ਕਰਦੀ ਆ, ਠੀਕ ਆ ਜੀ, ਕਲੀਅਰ। ਇਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਨੈਕਸਟ। ਹੁਣ ਕਹਿੰਦਾ ਵੀ ਕਿਵੇਂ ਮੈਜ਼ਰ ਕਰ ਸਕਦੇ ਹਾਂ, ਅਸੈਸਮੈਂਟ ਕਿਵੇਂ ਕਰ ਸਕਦੇ ਹਾਂ ਆਪਾਂ, ਮੁਲਾਂਕਣ ਜਿਹਨੂੰ ਕਹਿ ਦਿੰਦੇ ਆ। ਕਹਿੰਦਾ ਵੀ ਜਿਵੇਂ ਮੰਨ ਲਓ ਹੁਣ ਕਿਸੇ ਦੀ ਆਪਾਂ ਨਾ ਮਤਲਬ ਕਿ ਸਾਹ ਲੈਣ ਦੀ ਪ੍ਰਕਿਰਿਆ ਨੂੰ ਮਾਪਣਾ ਹੈ, ਤੇ ਜੇ ਕੋਈ ਬੰਦਾ ਦੌੜ ਕੇ ਆਇਆ ਤਾਂ ਵੀ ਉਹਦੀ ਸਾਹ ਆਟੋਮੈਟਿਕਲੀ ਕੀ ਹੋਊਗਾ, ਅਪ ਹੋਊਗਾ, ਹੈ ਨਾ, ਹਾਈ ਲੈਵਲ 'ਤੇ ਹੋਊਗਾ। ਤੇ ਜੇ ਕਿਸੇ ਬੰਦੇ ਨੂੰ ਵੈਸੇ ਪ੍ਰੋਬਲਮ ਹੈ ਤਾਂ ਉਹਦੀ ਸਾਹ ਘੱਟ ਵੀ ਹੋ ਸਕਦਾ। ਤਾਂ ਆਪਾਂ ਕੀ ਕਹਿੰਦੇ, ਉਹਨੂੰ ਕਹਿੰਦੇ ਵੀ 10 ਮਿੰਟ ਵਾਸਤੇ ਆਰਾਮ ਕਰ ਲਾ, ਕਿਉਂਕਿ ਜਦੋਂ 10 ਮਿੰਟ ਆਰਾਮ ਕਰ ਲਊਗਾ ਉਹਦੀ ਬੋਡੀ ਕੀ ਆ ਜਾਊਗੀ, ਨੋਰਮਲ ਹੋ ਜਾਊਗੀ। ਤਾਂ ਫਿਰ ਆਪਾਂ ਜਿਹੜਾ ਮੈਜ਼ਰ ਕਰਾਂਗੇ ਉਹ ਬਿਲਕੁਲ ਕੀ ਆਊਗੀ, ਬਿਲਕੁਲ ਐਕੂਰੇਟ ਆਊਗੀ, ਬਿਲਕੁਲ ਸਹੀ ਆਊਗੀ ਦਰ ਸਾਹ ਲੈਣ ਦੀ। ਇਸ ਕਰਕੇ ਕਹਿੰਦਾ ਮਰੀਜ਼ ਨੂੰ ਕੀ ਕਰਨਾ ਚਾਹੀਦਾ, ਆਰਾਮ ਕਰਨਾ ਚਾਹੀਦਾ ਹੈ। ਜਾਂ ਆਪਾਂ ਬੇਸਿਕਲੀ ਜੇ ਛੋਟੇ ਬੱਚਿਆਂ 'ਚ ਦੇਖੀਏ ਤਾਂ ਕਹਿੰਦਾ ਛਾਤੀ ਨੂੰ ਦੇਖ ਕੇ, ਪੇਟ ਦੀ ਗਤੀ ਨੂੰ ਦੇਖ ਕੇ ਵੀ ਆਪਾਂ ਅਨੁਮਾਨ ਲਗਾ ਲੈਂਦੇ ਹਾਂ ਵੀ ਇਹ ਨੋਰਮਲ ਧੜਕ ਰਿਹਾ ਜਾਂ ਨੋਰਮਲ ਸਾਹ ਲੈ ਰਿਹਾ ਜਾਂ ਨਹੀਂ ਲੈ ਰਿਹਾ ਗਾ। ਜਾਂ ਆਪਾਂ ਕੀ ਕਰਦੇ ਹਾਂ, ਚੈੱਕ ਕਰਦੇ ਹਾਂ ਜਿਹੜੀ ਉਹਦੀ ਨੋਰਮਲ ਰੇਂਜ ਹੁੰਦੀ ਆ, ਰੇਟ ਦਰ ਹੁੰਦੀ ਆ, ਜਾਂ ਰਿਦਮ ਵਗੈਰਾ ਚੈੱਕ ਕਰਦੇ ਹਾਂ, ਤਾਲਮੇਲ ਵੀ ਨਿਯਮਤ ਸਹੀ, ਮਤਲਬ ਵਾਰ-ਵਾਰ ਲੈ ਰਿਹਾ ਸਾਹ ਕਿ ਨਹੀਂ ਲੈ ਰਿਹਾ। ਜੇ ਇੱਕਦਮ ਵੀ ਹੌਲੀ ਹੌਲੀ ਲੈ ਰਿਹਾ ਤਾਂ ਬਹੁਤ ਔਖੇ ਸਾਹ ਲੈ ਰਿਹਾ, ਠੀਕ ਹੈ। ਅਤੇ ਸਾਰੀਆਂ ਕੀ ਹੁੰਦੀਆਂ ਨੇ, ਅਸੈਸਮੈਂਟ ਹੁੰਦੀਆਂ ਨੇ ਸਾਹ ਲੈਣ ਨੂੰ ਮੁਲਾਂਕਣ ਕਰਨ ਵਾਸਤੇ। ਹੁਣ ਪੜ੍ਹਦੇ ਹਾਂ ਆਪਾਂ ਰੇਟ। ਕਹਿੰਦਾ ਰੇਟ ਨੂੰ ਕਿਵੇਂ ਦਰਸਾਇਆ ਗਿਆ, RPM, ਠੀਕ ਹੈ, ਰੈਸਪੀਰੇਸ਼ਨ ਪਰ ਮਿੰਟ। ਤੁਹਾਨੂੰ ਮੈਂ ਹੁਣ ਦੱਸ ਕੇ ਹਟਿਆ, ਸਾਰੀਆਂ ਚੀਜ਼ਾਂ ਪਰ ਮਿੰਟ 'ਤੇ ਹੁੰਦੀਆਂ ਨੇ, ਬਸ ਉਹਦੇ ਅੱਗੇ ਚੇਂਜ ਹੋ ਜਾਊਗਾ, ਚਾਹੇ ਤੁਸੀਂ ਬਲੱਡ ਪ੍ਰੈਸ਼ਰ ਲੈ ਲਓ, ਚਾਹੇ ਕੁਛ ਵੀ ਲੈ ਲਓ, ਟੈਂਪਰੇਚਰ ਲੈ ਲਓ। ਹੁਣ ਆਪਾਂ ਜਿਹੜਾ ਪੜ੍ਹਨਾ ਹੈ, ਕਹਿੰਦਾ ਵੀ ਜਿਹੜੀ ਸਾਹ ਦੀ ਦਰ ਹੁੰਦੀ ਨਾ, ਕਹਿੰਦਾ ਉਮਰ ਦੇ ਘਟਣ ਮਤਲਬ ਜੇ ਆਪਣੀ ਉਮਰ ਘਟਣ ਨਾਲ ਕਹਿੰਦਾ ਸਾਹ ਦੀ ਦਰ ਕੀ ਹੋ ਜਾਂਦੀ ਹੈ, ਵੱਧ ਜਾਂਦੀ ਆ, ਠੀਕ ਹੈ। ਜਿਵੇਂ ਹੁਣ ਆਪਾਂ ਬੁੱਢੇ ਹੋ ਗਏ ਤਾਂ ਆਪਣੀ ਕੀ ਹੈ, ਜਿਹੜੀ ਸਾਹ ਦੀ ਦਰ ਹੋਊਗੀ ਵੱਧ ਜੂਗੀ, ਠੀਕ ਹੈ। ਫਸਟ ਗੱਲ ਕਰਦੇ ਹਾਂ ਆਪਾਂ, ਜਿਹੜੀ ਪਹਿਲੀ ਹੈਗੀ ਕਹਿੰਦੇ ਹੈਗਾ ਯੂਪਨੀਆ ਕੀ ਹੁੰਦਾ, ਕਹਿੰਦਾ ਜਿਹੜੀ ਨੋਰਮਲ, ਜਿਵੇਂ ਆਪਾਂ ਨੋਰਮਲ ਸਾਹ ਲੈਂਦੇ ਹਾਂ, ਜਿਵੇਂ ਆਪਾਂ ਜਵਾਨ ਆ, ਬਿਲਕੁਲ ਤੰਦਰੁਸਤ ਆ ਆਪਣਾ ਸਰੀਰ, ਤਾਂ ਉਹਨੂੰ ਕਹਿ ਦਾਂਗੇ ਯੂਪਨੀਆ ਕੀ ਹੁੰਦਾ, ਨੋਰਮਲ ਸਾਹ ਲੈਣ ਦੀ ਪ੍ਰਕਿਰਿਆ। ਇੱਕ ਹੁੰਦਾ ਬ੍ਰੈਡੀਪੀਨੀਆ ਕੀ ਹੁੰਦਾ, ਤੁਹਾਨੂੰ ਮੈਂ ਹੁਣ ਦੱਸ ਕੇ ਹਟਾਂ, ਬ੍ਰੈਡੀ ਮਤਲਬ ਕਿ ਬੈਠ ਗਿਆ, ਮਤਲਬ ਕਿ ਹੌਲੀ ਚੀਜ਼, ਹੌਲੀ ਸਾਹ ਲੈਣਾ। ਇੱਕ ਹੁੰਦਾ ਟੈਚੀ ਚੱਕ ਲਈ ਉਹਨੇ, ਤਾਂ ਮਤਲਬ ਕਿ ਬਹੁਤ ਤੇਜ਼ ਸਾਹ ਲੈ ਰਿਹਾ।
ਬਸ ਲਾਸਟ ਵਾਲਾ ਬਹੁਤ ਇੰਪੋਰਟੈਂਟ ਹੈ। ਲਾਸਟ ਵਾਲਾ ਕਿਉਂ ਇੰਪੋਰਟੈਂਟ ਹੈ? ਇੱਕ ਨਵੀਂ ਚੀਜ਼ ਹੈ, ਕਹਿੰਦਾ ਅਪੀਨੀਆ। ਅਪੀਨੀਆ ਕੀ ਹੁੰਦਾ? ਅਪੀਨੀਆ ਹੁੰਦਾ ਕਹਿੰਦਾ ਸਾਹ ਲੈਣ ਦੀ ਅਸਥਾਈ ਤੌਰ 'ਤੇ, ਜਿਵੇਂ ਆਪਾਂ ਨੀਂਦ ਦੇ ਦੌਰਾਨ ਸਾਹ ਲੈਣੇ ਆ, ਜਿਵੇਂ ਆਪਾਂ ਨੀਂਦ ਦੇ ਦੌਰਾਨ ਸਾਹ ਲੈਂਦੇ ਰਹਿੰਦੇ ਹਾਂ, ਕਈ ਵਾਰ ਮੂੰਹ ਖੁੱਲ੍ਹਾ ਰਹਿ ਜਾਂਦਾ ਆਪਣਾ ਆਟੋਮੈਟਿਕਲੀ, ਪਰ ਕਈਆਂ ਦੇ ਵਿੱਚ ਨਾ ਪ੍ਰੋਬਲਮ ਹੋ ਸਕਦੀ ਆ। ਅਪੀਨੀਆ ਦੇ ਵਿੱਚ ਵੀ ਪ੍ਰੋਬਲਮ ਹੋ ਸਕਦੀ ਹੈ। ਡਾਇਗਰਾਮ ਤੋਂ ਦਿਖਾਉਣਾ ਤੁਹਾਨੂੰ ਮੈਂ। ਨੋਰਮਲ ਕੀ ਹੁੰਦਾ, ਜਦੋਂ ਆਪਾਂ ਸੁੱਤੇ ਪਏ ਹੁੰਦੇ ਆਪਣਾ ਮੂੰਹ ਵਗੈਰਾ ਕਈ ਵਾਰ ਖੁੱਲ੍ਹ ਜਾਂਦਾ, ਤਾਂ ਆਹ ਦੇਖੋ ਜਿਹੜੀ ਆਹ ਦੋ ਚੀਜ਼ਾਂ ਜਾ ਰਹੀਆਂ ਨਾ, ਆਹ ਦੇਖੋ ਨੱਕ ਰਾਹੀਂ ਵੀ ਲੈ ਸਕਦੇ ਹਾਂ ਅਤੇ ਆਪਾਂ ਉਹਦੇ ਰਾਹੀਂ ਮੂੰਹ ਰਾਹੀਂ ਵੀ ਲੈ ਸਕਦੇ ਹਾਂ। ਪਰ ਨੋਰਮਲੀ ਕਈਆਂ ਨੂੰ ਪ੍ਰੋਬਲਮ ਹੋ ਜਾਂਦੀ ਹੈ, ਸਲੀਪ ਅਮੀਨੀਆ ਹੁੰਦਾ, ਕਈਆਂ ਨੂੰ ਪ੍ਰੋਬਲਮ ਹੁੰਦੀ ਆ। ਉਹਨਾਂ ਦੇ ਵਿੱਚ ਕੀ ਹੁੰਦਾ, ਇਹ ਤਾਂ ਖੁੱਲ੍ਹੀ ਹੁੰਦੀ ਹੈ ਲੇਕਿਨ ਅੱਗੇ ਜਾ ਕੇ ਕੀ ਹੋ ਜੂਗੀ, ਬੰਦ ਹੋ ਜੂਗੀ ਉਹ ਨਾੜੀ, ਇਸ ਕਰਕੇ ਉਹਨੂੰ ਸਾਹ ਲੈਣ 'ਚ ਤਕਲੀਫ ਹੋ ਸਕਦੀ ਆ। ਉਹਨੂੰ ਕਹਿ ਦਿੰਦੇ ਆ ਸਲੀਪ ਅਮੀਨੀਆ। ਤਾਂ ਯਾਦ ਰੱਖਿਓ ਭਾਈ ਇਹਨੂੰ। ਨੈਕਸਟ ਆ ਦੇਖ ਲਿਓ ਤੁਸੀਂ, ਇਹ ਜਿਹੜਾ ਟੇਬਲ ਆ ਪੜ੍ਹ ਲਿਓ, ਜੇ ਲੋੜ ਹੋਈ ਤਾਂ ਯਾਦ ਕਰ ਲਿਓ, ਵੈਸੇ ਨੋਰਮਲ ਵਾਲਾ ਯਾਦ ਰੱਖ ਲਿਓ। ਹੁਣ ਆਪਾਂ ਕਹਿੰਦੇ ਆ ਵੀ ਆਹ ਪੁੱਛ ਰਿਹਾ, ਕਹਿੰਦਾ ਨੋਰਮਲ ਰੈਸਪੀਰੇਸ਼ਨ ਰੇਂਜ, ਮਤਲਬ ਕਿ ਨੋਰਮਲ ਸਾਹ ਲੈਣ ਦੀ ਕਹਿੰਦਾ ਵੀ 12 ਤੋਂ ਲੈ ਕੇ 20 ਬਰੀਥਸ ਪਰ ਮਿੰਟ, ਮਤਲਬ ਕਿ ਘੱਟੋ ਘੱਟ 12 ਵਾਰੀ ਆਪਾਂ ਬਰੀਥ ਕਰ ਸਕਦੇ ਹਾਂ 1 ਮਿੰਟ ਦੇ ਵਿੱਚ, ਵੱਧ ਤੋਂ ਵੱਧ 20 ਵਾਰੀ। ਜੇ 20 ਤੋਂ ਵੱਧ ਲੈ ਰਹੇ ਹਾਂ ਤਾਂ ਵੀ ਪ੍ਰੋਬਲਮ ਆ, ਜੇ 12 ਤੋਂ ਘੱਟ ਲੈ ਰਹੇ ਹਾਂ ਤਾਂ ਵੀ ਪ੍ਰੋਬਲਮ ਹੈ। ਤਾਂ ਰੇਂਜ ਜ਼ਰੂਰ ਯਾਦ ਰੱਖਣੀ ਹੈ, ਕਾਹਦੀ? ਸਾਹ ਲੈਣ ਦੀ। ਲਾਸਟ ਆ ਗਿਆ ਭਾਈ ਆਪਣਾ ਬਲੱਡ ਪ੍ਰੈਸ਼ਰ, ਜਿਹਨੂੰ ਕਹਿੰਦੇ BP, ਜਿਹੜਾ ਪੇਪਰ ਦੇ ਨੇੜੇ ਆ ਕੇ ਵਧੂਗਾ ਹੀ ਵਧੂਗਾ ਸਾਰਿਆਂ ਦਾ, ਇਹ ਮੇਰੀ ਗਰੰਟੀ ਹੈ। ਠੀਕ ਹੈ, ਬਲੱਡ ਪ੍ਰੈਸ਼ਰ। ਬਲੱਡ ਪ੍ਰੈਸ਼ਰ ਕੀ ਹੁੰਦਾ ਬੇਸਿਕਲੀ ਤੁਹਾਨੂੰ ਮੈਂ ਦੱਸ ਦਿੰਦਾ। ਬਲੱਡ ਪ੍ਰੈਸ਼ਰ ਤੁਸੀਂ ਹੁਣ ਤੱਕ ਸੁਣਦੇ ਆਏ ਹੋ। ਬਲੱਡ ਪ੍ਰੈਸ਼ਰ ਕੀ ਹੁੰਦਾ, ਜਦੋਂ ਵੀ ਉਹ ਪੰਪ ਕਰਦਾ ਆਪਣਾ ਜਿਹੜਾ ਆਪਣਾ ਹਾਰਟ ਹੈ ਨਾ, ਪੰਪ ਕਰਦਾ ਬਲੱਡ ਨੂੰ, ਤਾਂ ਬਲੱਡ ਦੇ ਜਿਹੜੇ ਕਣ ਹੁੰਦੇ ਆ, ਲਾਲ ਰਕਤ ਹੋ ਗਏ, ਉਹ ਮੂਵ ਕਰਦੇ ਆ। ਜਦੋਂ ਮੂਵ ਕਰਦੇ ਆ ਉਹ ਕੀ ਕਰਦੇ, ਦਬਾਅ ਪਾ ਦਿੰਦੇ ਆ ਕਿਹਦੇ ਉੱਪਰ? ਇੱਕ ਆਪਣੀ ਨਾੜੀ ਹੁੰਦੀ ਆ, ਠੀਕ ਹੈ, ਜਿਹੜੀ ਆਪਣੀ ਨਾੜੀ ਹੁੰਦੀ ਆ, ਨਾੜੀਆਂ ਦੇ ਉੱਪਰ ਕੀ ਕਰਦੇ ਆ, ਬਹੁਤ ਜ਼ਿਆਦਾ ਦਬਾਅ ਪਾਉਂਦੇ ਆ। ਠੀਕ ਹੈ, ਨੋਰਮਲ ਤਾਂ ਜਿੰਨਾ ਦਬਾਅ ਪਰਮਾਤਮਾ ਨੇ ਦੱਸਿਆ ਵੀ ਓਨਾ ਹੀ ਪਾਉਣਾ, ਜੇ ਉਹ ਤੋਂ ਵੱਧ ਘੱਟ ਪਾਉਣਗੇ ਤਾਂ ਉਹ ਕੀ ਹੋਊਗਾ, ਬਲੱਡ ਪ੍ਰੈਸ਼ਰ ਆਪਣਾ ਵਧੂਗਾ ਅਤੇ ਘਟੂਗਾ। ਤਾਂ ਯਾਦ ਰੱਖ ਲਿਓ ਬਸ, ਜਦੋਂ ਵੀ ਉਹ ਸਾਹ ਰਕਤ ਵਾਲੇ ਕਣ ਮੂਵ ਕਰਦੇ ਆ ਤਾਂ ਆਪਣੀਆਂ ਜਿਹੜੀਆਂ ਨਾੜੀਆਂ ਹੁੰਦੀਆਂ, ਨਾੜੀਆਂ ਦੇ ਵਿੱਚ ਮੂਵ ਕਰਦੇ ਆ, ਤਾਂ ਉਹ ਨੋਰਮਲ ਅਗਰ ਮੂਵ ਕਰ ਰਿਹਾ ਤਾਂ ਕੋਈ ਪ੍ਰੋਬਲਮ ਨਹੀਂ। ਜੇ ਉਹ ਜ਼ਿਆਦਾ ਦਬਾਅ ਪਾ ਰਹੇ ਆ ਤਾਂ ਵੱਧ ਜੂਗਾ, ਜੇ ਘੱਟ ਦਬਾਅ ਪਾ ਰਿਹਾ ਤਾਂ ਘੱਟ ਜੂਗਾ ਭਾਈ। ਉਹਨੂੰ ਕਹਿੰਦੇ ਬਲੱਡ ਪ੍ਰੈਸ਼ਰ BP। ਅਤੇ ਇਹਨੂੰ ਮਾਪਣ ਦਾ ਜਿਹੜਾ ਸਿਸਟਮ ਹੁੰਦਾ ਭਾਈ, ਇਹ ਹੁੰਦਾ MM, ਮਿਲੀਮੀਟਰ ਆਫ HG। HG ਹੁੰਦਾ ਭਾਈ ਹੀਮੋਗਲੋਬਿਨ ਕਹਿ ਸਕਦੇ ਹਾਂ ਆਪਾਂ ਇਹਨੂੰ। ਠੀਕ ਹੈ, ਲਹੂ ਦੀ ਦਰ ਹੁੰਦੀ ਆ, ਜਿਹਨੂੰ ਆਪਾਂ ਮਾਪਦੇ ਹਾਂ ਸਪੈਨੋਮੀਟਰ ਦੇ ਉੱਪਰ। ਉਹ ਤੁਹਾਨੂੰ ਮੈਂ ਕਰਵਾਇਆ ਸੀ 1 ਮਿੰਟ ਦੇ ਵਿੱਚ, ਉਹਨੂੰ ਪੜ੍ਹ ਲਿਓ ਅੱਗੇ ਜਾ ਕੇ। ਹੁਣ ਪੜ੍ਹਦੇ ਹਾਂ ਹੁੰਦਾ ਕਿਹੜਾ ਕਿਹੜਾ, ਵੱਧ ਵੀ ਜਾਂਦਾ ਘੱਟ ਵੀ ਜਾਂਦਾ, ਪਰ ਉਹਦੇ ਵਾਸਤੇ ਇੱਕ ਮੈਡੀਕਲ ਟਰਮ ਹੈ, ਕਹਿੰਦਾ ਸਿਸਟੋਲਿਕ ਦਬਾਅ। ਠੀਕ ਹੈ, ਸਿਸਟੋਲਿਕ ਦਬਾਅ ਕੀ ਹੁੰਦਾ, ਜਿਹੜੇ ਨੂੰ ਕਹਿੰਦੇ ਆ ਉੱਪਰਲਾ BP। ਆਪਾਂ ਕਹਿੰਦੇ ਨੇ ਕਿ ਆਪਣਾ ਉੱਪਰਲਾ BP ਆ। ਵੈਸੇ ਨੋਰਮਲ ਰੇਂਜ ਹੁੰਦੀ ਆ 120 ਤੋਂ ਲੈ ਕੇ 80, ਵੱਧ ਤੋਂ ਵੱਧ 120, ਘੱਟੋ ਘੱਟ 80। ਤਾਂ ਜਿਹੜਾ ਉੱਪਰਲਾ ਰੇਂਜ ਆ ਉਹਨੂੰ ਕਹਿ ਦਿੰਦੇ ਆ ਸਿਸਟੋਲਿਕ ਦਬਾਅ। ਠੀਕ ਹੈ, ਇੱਕ ਹੁੰਦਾ ਡਾਇਸਟੋਲਿਕ। ਠੀਕ ਹੈ, ਉਹ ਹੁੰਦਾ ਥੱਲੇ ਵਾਲਾ, ਜਿਹਦੇ ਵਿੱਚ ਕੀ ਹੁੰਦਾ, ਹੇਠਲਾ। ਠੀਕ ਹੈ ਜੀ, ਤਾਂ ਸਮਝ ਗਏ ਮੇਰੀ ਗੱਲ ਵੀ ਥੱਲੇ ਵਿੱਚ ਕੀ ਹੋਊਗਾ, ਦਿਲ ਜਿਹੜਾ ਆਪਣਾ ਪੰਪ ਪ੍ਰੋਪਰ ਨਹੀਂ ਕਰੂਗਾ, ਕੁਛ ਦੇਰ ਵਾਸਤੇ ਕੀ ਕਰੂਗਾ, ਉਹ ਰੈਸਟ ਕਰ ਲਊਗਾ। ਨੈਕਸਟ ਭਾਈ ਕਹਿੰਦਾ BP ਨੂੰ ਜਿਹੜਾ ਮਾਪਣ ਵਾਸਤੇ ਵਰਤਿਆ ਜਾਂਦਾ ਹੋਊਗਾ ਸਫਾਈਨੋਮੀਟਰ। ਭਾਈ ਇਹਦਾ ਨਾਮ ਦਾ ਬੜਾ ਔਖਾ, ਲੈ ਲਿਓ। ਬਾਕੀ ਆਪਾਂ ਕਹਿ ਦਿੰਦੇ ਇਹਨੂੰ ਬਲੱਡ ਪ੍ਰੈਸ਼ਰ ਮੇਜਰ ਕਰਨ ਵਾਲਾ ਯੰਤਰ। ਤਾਂ ਨੋਰਮਲ ਹੁੰਦਾ 120 ਅਤੇ 80 mmHg। ਇਹ ਜ਼ਰੂਰ ਯਾਦ ਰੱਖਣਾ, ਜਿਹਨੂੰ ਕਹਿੰਦੇ ਆ ਆਮ ਬਲੱਡ ਪ੍ਰੈਸ਼ਰ ਦੀ ਰੇਂਜ। ਨੈਕਸਟ ਦੇਖੋ ਇਹਦੇ ਵਿੱਚ ਕੀ ਆ ਗਿਆ, ਫੇਰ ਆ ਗਏ ਭਾਈ ਤੁਹਾਡੇ ਹਾਈਪਰਟੇਸ਼ਨ। ਠੀਕ ਹੈ, ਹਾਈਪਰਟੈਂਸ਼ਨ ਕੀ ਹੋਇਆ, ਹਾਈ ਬਲੱਡ ਪ੍ਰੈਸ਼ਰ। ਮਤਲਬ ਨਾਮ ਤੋਂ ਹੀ ਕਲੀਅਰ ਹੈ, ਬੰਦਾ ਬਹੁਤ ਗੁੱਸੇ 'ਚ ਆ, ਬਹੁਤ ਟੈਨਸ਼ਨ ਆ ਉਹਨੂੰ ਪੇਪਰ ਦੀ, ਉਹ ਕਹਿੰਦਾ ਮੈਂ ਸਾਰੇ ਚੈਨਲ ਦੇਖ ਲੈਣੇ ਆ, ਤਾਂ ਉਦੋਂ ਕੀ ਹੋ ਜਾਊਗਾ, ਹਾਈਪਰ ਹੋ ਜਾਊਗਾ। ਇੰਨੇ ਚੈਨਲ ਦੇਖ ਲਏ, ਉਹਨੂੰ ਸਮਝ ਨਹੀਂ ਆਉਣਾ ਮੈਂ ਕੀ ਪੜ੍ਹਾਂ ਕੀ ਨਾ ਪੜ੍ਹਾਂ, ਬੇਕਾਬੂ ਹੋ ਜਾਊਗਾ। ਬਸ ਯਾਦ ਰੱਖ ਲਿਓ, ਬਾਹਲੇ ਚੈਨਲ ਦੇਖ ਲਏ ਸ਼ੇਰਵਾਨੀ ਵਾਲੇ ਤਾਂ ਬੇਕਾਬੂ ਹੋ ਜਾਊਗਾ ਉਹ। ਅਤੇ ਬੇਕਾਬੂ ਹੋ ਜਾਊਗਾ, ਉਹਦੇ ਵਾਸਤੇ ਕੀ ਹੋ ਜਾਊਗੀ, ਪ੍ਰੋਬਲਮ ਖੜੀ ਹੋ ਜਾਊਗੀ। ਤਾਂ ਉਹਨੂੰ ਕਹਿੰਦੇ ਆ ਹਾਈਪਰਟੈਂਸ਼ਨ। ਠੀਕ ਹੈ ਜੀ, ਵੱਧ BP। ਠੀਕ ਹੈ, ਹਾਈਪੋਟੈਂਸ਼ਨ ਮਤਲਬ ਘੱਟ ਬਲੱਡ ਪ੍ਰੈਸ਼ਰ, ਘੱਟ ਬਲੱਡ ਪ੍ਰੈਸ਼ਰ, ਜਿਵੇਂ 90-60 ਤੋਂ ਘੱਟ। ਠੀਕ ਹੈ, ਇਹਨੂੰ ਇੱਕ ਡਾਕਟਰੀ ਸ਼ਬਦ ਹੈ, ਜਿਹਨੂੰ ਕਹਿੰਦੇ ਮੈਡੀਕਲ ਟਰਮ। ਤਾਂ ਹੁਣ ਦੇਖਦੇ ਆ ਭਾਈ ਕੁਐਸਚਨ ਕਿਵੇਂ ਆਇਆ ਹੋਇਆ। ਕਹਿੰਦਾ ਹਾਈਪਰ ਮਤਲਬ ਵੱਧ ਜੂਗਾ, ਤਾਂ ਹਮੇਸ਼ਾ ਕੀ ਆਊਗਾ, ਗ੍ਰੇਟਰ ਦੈਨ 140 ਅਤੇ 90 ਤੋਂ। ਠੀਕ ਹੈ, ਨੋਰਮਲ ਰੇਂਜ ਵੀ ਯਾਦ ਰੱਖਣੀ ਆਪਾਂ 120 ਅਤੇ 60। ਠੀਕ ਹੈ, ਕਹਿੰਦਾ ਭਾਈ, ਕਹਿੰਦਾ ਹਾਈਪੋਟੈਂਸ਼ਨ ਕੀ ਹੁੰਦਾ, ਜਦੋਂ 90 ਅਤੇ 60 ਤੋਂ ਘੱਟ ਗਿਆ ਉਹ ਕੀ ਹੋਊਗਾ, ਹਾਈਪੋਟੈਂਸ਼ਨ ਮਤਲਬ ਘੱਟ ਬਲੱਡ ਪ੍ਰੈਸ਼ਰ। ਹਾਈਪਰ ਆ ਗਿਆ ਭਾਈ, ਫਿਰ ਤੁਹਾਡਾ ਵੱਧ ਗਿਆ, ਗ੍ਰੇਟਰ ਦੈਨ। ਹਾਈਪਰ ਹੋ ਗਿਆ ਬੰਦਾ ਬਹੁਤ ਜ਼ਿਆਦਾ ਚੈਨਲ ਦੇਖ ਕੇ, ਤਾਂ ਵੱਧ ਜੂਗਾ। ਤਾਂ ਸਾਰੇ ਕੁਐਸਚਨ ਕਿਸੇ ਤਰ੍ਹਾਂ ਵੀ ਕਿਸੇ ਐਂਗਲ ਤੋਂ ਜਿਵੇਂ ਮਰਜ਼ੀ ਆ ਜਾਣ, ਜੇ ਤੁਸੀਂ ਇੰਜੋਏ ਕਰਕੇ ਪੜ੍ਹੋਗੇ, ਟ੍ਰਿਕਸ ਦੇ ਨਾਲ ਪੜ੍ਹੋਗੇ, ਫ੍ਰੀ ਮਾਈਂਡ ਹੋ ਕੇ ਪੜ੍ਹੋਗੇ, 101% ਗਰੰਟੀ ਆ। ਪੇਪਰ ਨਾ ਕਲੀਅਰ ਹੋਇਆ ਨਾ ਤਾਂ ਮੈਸੇਜ ਕਰ ਦਿਓ, ਚੈਨਲ 'ਤੇ ਵੀਡੀਓ ਪਾਉਣੀ ਬੰਦ ਕਰ ਦੂੰ। ਜੇ ਤੁਸੀਂ ਮੇਰੇ ਤਰੀਕੇ ਨਾਲ ਪੜ੍ਹੋਗੇ ਜਾਂ ਸੈਲਫ ਸਟੱਡੀ ਕਰੋਗੇ ਜਿਵੇਂ ਮੈਂ ਦੱਸੀ ਆ,
ਪੜ੍ਹ ਜਿੱਥੇ ਮਰਜ਼ੀ ਲਓ, ਜਿੱਥੋਂ ਤੁਹਾਨੂੰ ਸਮਝ ਆ ਰਿਹਾ ਵਧੀਆ ਤਰੀਕੇ ਦੇ ਨਾਲ 100%। ਆਹ ਦੇਖ ਲਓ ਭਾਈ, ਇਹ ਕੀ ਕਰ ਰਹੀ ਆ, BP ਮੈਜ਼ਰ ਕਰ ਰਹੀ ਆ। ਕਿਉਂਕਿ ਮੈਂ ਤੁਹਾਨੂੰ ਡਾਇਗਰਾਮ ਤਾਂ ਦਿਖਾ ਰਿਹਾ, ਐਂਡ 'ਤੇ ਮੈਂ ਪੁੱਛੂੰਗਾ ਇੱਕ ਕੁਐਸਚਨ। ਵੀਡੀਓ ਦਾ ਐਂਡ ਹੋਣ ਜਾ ਰਿਹਾ, ਹਰ ਇੱਕ ਬੰਦੇ ਨੇ ਮੈਸੇਜ ਕਰਨਾ ਹੈ, ਕਿਉਂਕਿ ਮੈਸੇਜ ਨਾਲ ਹੀ ਪਤਾ ਚੱਲੂਗਾ ਕਿ ਤੁਹਾਡੀ ਕਿੰਨੀ ਤਿਆਰੀ ਹੈ ਅਤੇ ਸਹੀ ਡਾਇਰੈਕਸ਼ਨ 'ਚ ਤੁਸੀਂ ਜਾ ਰਹੇ ਹੋ ਜਾਂ ਨਹੀਂ ਜਾ ਰਹੇ। ਕਿਉਂਕਿ ਮੈਂ ਇਕੱਲਾ ਕਮੈਂਟ ਪੜ੍ਹਦਾ, ਚਾਹੇ ਮੈਂ ਲੇਟ ਨਾਈਟ ਪੜ੍ਹਾਂ, ਅਰਲੀ ਮੋਰਨਿੰਗ ਪੜ੍ਹਾਂ, ਸੌਂਦੇ ਪੜ੍ਹਾਂ, ਜਾਗਦੇ ਪੜ੍ਹਾਂ, ਪੜ੍ਹਾਈ ਕਰਦੇ ਪੜ੍ਹਾਂ, ਰੈਸਟ ਕਰਦੇ ਪੜ੍ਹਾਂ, ਪੜ੍ਹੂੰਗਾ ਜ਼ਰੂਰ ਔਰ ਰਿਪਲਾਈ ਵੀ ਜ਼ਰੂਰ ਕਰੂੰਗਾ ਇਕੱਲੇ ਨੂੰ। ਤਾਂ ਕੁਐਸਚਨ ਮੈਂ ਪੁੱਛਿਆ ਕੀ ਹੈ ਤੁਹਾਨੂੰ, ਠੀਕ ਹੈ, ਉਹ ਅੱਗੇ ਜਾ ਕੇ ਪੁੱਛਿਆ ਹੋਊਗਾ। ਪਹਿਲਾਂ ਆਹ ਪੜ੍ਹ ਲਓ। ਕਹਿੰਦਾ ਵੈਨ ਟੇਕਿੰਗ ਏ BP ਯੂ ਸ਼ੁੱਡ ਪਲੇਸ ਯੂਅਰ ਸਟੈਟੋਸਕੋਪ ਓਵਰ ਵਿਚ ਪਲਸ। ਆਪਾਂ ਦੇਖਦੇ ਹਾਂ ਨਾ, ਜਦੋਂ BP ਮੈਜ਼ਰ ਕਰਦੇ ਹੁੰਦੇ ਆ, ਨਾਲ ਉਹ ਕੀ ਆ, ਸਟੈਟੋਸਕੋਪ ਵੀ ਆ ਦੇਖੋ ਇਹਨੇ ਕੰਨਾਂ 'ਚ ਪਾਇਆ ਹੋਇਆ ਡਾਕਟਰਨੀ ਨੇ, ਤਾਂ ਨਾਲ ਲਗਾਉਂਦੇ ਆ। ਮਤਲਬ ਉਹ ਕਹਿੰਦਾ ਪਲਸ ਕਿਹੜੀ ਹੈ ਜਿਹਦੇ ਉੱਪਰ ਲਗਾਉਂਦੇ ਆ, ਤਾਂ ਤੁਹਾਨੂੰ ਮੈਂ ਦੱਸਿਆ ਕਿਹੜੀ ਪਲਸ ਆ, ਉਹ ਬ੍ਰੈਚੀਲ ਜਿਹੜੀ ਉਹ ਦੇਖੋ ਸੈਂਟਰ ਦੇ ਵਿੱਚ ਸੀਗੀ, ਕੂਣੀ ਵਾਲੀ, ਕੂਣੀ ਦੇ ਉੱਪਰ ਉਹਦੇ 'ਤੇ ਕੀ ਰੱਖਿਆ ਜਾਂਦਾ, ਸਟੈਟੋਸਕੋਪ ਰੱਖਿਆ ਜਾਂਦਾ, ਜਿਹਦੇ ਨਾਲ ਆਪਾਂ ਕੀ ਹੈ ਨਾਲ ਉਹਦੀ ਪਲਸ ਰੇਟ ਵੀ ਚੈੱਕ ਕਰਦੇ ਹਾਂ ਅਤੇ BP ਵੀ। ਅਤੇ ਕੁਐਸਚਨ ਜਿਹੜਾ ਪੁੱਛਿਆ ਗਿਆ ਭਾਈ ਆਹ ਪਿਆ, ਤੁਹਾਨੂੰ ਇਹਦਾ ਨਾਮ ਪੜ੍ਹ ਲਿਓ, ਜਿਹੜਾ ਬੜਾ ਔਖਾ ਹੈ। ਕਹਿੰਦਾ ਇਹਨੂੰ ਕੀ ਕਹਿੰਦੇ ਆ, ਤਾਂ ਇਹਨਾਂ ਚਾਰਾਂ ਆਪਸ਼ਨਾਂ ਦੇ ਵਿੱਚੋਂ ਤੁਸੀਂ ਕੀ ਕਰਨਾ, ਸਿੰਪਲ ਲਿਖ ਦੇਣਾ A, B, C ਜਾਂ D। ਆਨਸਰ ਜ਼ਰੂਰ ਕਰਕੇ ਜਾਇਓ। ਬਾਕੀ ਜੇ ਵੀਡੀਓ ਦੇ ਵਿੱਚ ਜਿਹੜਾ ਕੰਟੈਂਟ ਵਧੀਆ ਲੱਗਾ ਹੋਵੇ, ਪੜ੍ਹਾਉਣ ਦਾ ਤਰੀਕਾ ਵਧੀਆ ਲੱਗਾ ਹੋਵੇ, ਤਾਂ ਲਾਈਕ ਸ਼ੇਅਰ ਦੱਬ ਦਿਓ। ਕਿਉਂਕਿ ਸ਼ੇਅਰ ਕਰਨ ਨਾਲ ਕੀ ਹੋਊਗਾ, ਭਲਾ ਹੋਊਗਾ। ਕਿਉਂਕਿ ਆਪਣਾ ਮਕਸਦ ਕੀ ਆ, ਕਰ ਭਲਾ ਹੋ ਭਲਾ। ਕੋਈ ਹੋਰ ਦੇਖੇ ਨਾ ਦੇਖੇ, ਪਰਮਾਤਮਾ ਜ਼ਰੂਰ ਦੇਖਦਾ ਕਿ ਤੁਸੀਂ ਕਿੰਨੇ ਹੋਨੈਸਟੀ ਦੇ ਨਾਲ ਲੋਕਾਂ ਦਾ ਭਲਾ ਕਰ ਰਹੇ ਹੋ ਜਾਂ ਮਿਹਨਤ ਕਰ ਰਹੇ ਹੋ, ਠੀਕ ਹੈ। ਤਾਂ ਫਾਰਮੂਲਾ ਯਾਦ ਰੱਖ ਲਿਓ ਭਾਈ। ਇਹ ਕੁਐਸਚਨ ਇੱਦਾਂ ਵੀ ਪੁੱਛਿਆ ਜਾ ਸਕਦਾ ਕਿ ਕਹਿੰਦਾ 37 ਡਿਗਰੀ ਸੈਲਸੀਅਸ ਨੂੰ ਅਗਰ ਕਨਵਰਟ ਕਰੀਏ ਤਾਂ ਕਹਿੰਦਾ ਵੀ ਫਾਰਨਹਾਈਟ ਦੇ ਵਿੱਚ ਕਿੰਨਾ ਹੋਊਗਾ। ਤਾਂ ਠੀਕ ਹੈ, ਵੈਸੇ ਮੈਂ ਦੱਸ ਦਿੰਦਾ, ਇਹ ਹੁੰਦਾ 98.6। ਕਨਵਰਟ ਕਰਨ ਦਾ ਫਾਰਮੂਲਾ ਹੁੰਦਾ ਕਿ ਜਿਹੜੀਆਂ 33.8 ਡਿਗਰੀਆਂ ਨੂੰ ਮਿਲਾ ਕੇ ਕੀ ਬਣਦਾ, ਇੱਕ ਫਾਰਨਹਾਈਟ ਬਣਦਾ। ਤਾਂ ਜਦੋਂ ਮੈਂ ਉਹਨੂੰ 37 'ਚ ਪਾਊਂਗਾ ਤਾਂ ਆਟੋਮੈਟਿਕਲੀ ਕਨਵਰਟ ਕਰ ਦੂਗਾ 98.6। ਤਾਂ ਬਸ ਤੁਸੀਂ ਇੰਨਾ ਯਾਦ ਰੱਖਣਾ। ਇਹ ਵੀ ਪੁੱਛਿਆ ਜਾ ਸਕਦਾ ਕਿ 1 ਫਾਰਨਹਾਈਟ ਕਿਹਦੇ ਇਕੁਅਲ ਹੁੰਦਾ, 33.8 ਡਿਗਰੀ ਸੈਲਸੀਅਸ ਦੇ ਇਕੁਅਲ ਹੁੰਦਾ। ਤਾਂ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ, ਇੰਜੋਏ ਵੀ ਕੀਤਾ ਹੋਊਗਾ। ਤਾਂ ਇੰਜੋਏ ਕਰਕੇ ਪੜ੍ਹਿਓ ਰਾਜੇ। ਪੰਜਾਬ GK ਦਾ ਵੀ ਮੈਂ ਹੱਲ ਕਰਦਾ, ਕੋਸ਼ਿਸ਼ ਕਰਦਾ ਤੁਹਾਨੂੰ ਵੱਧ ਤੋਂ ਵੱਧ ਵੀਡੀਓ ਦਿੱਤੀਆਂ ਜਾਣ। ਨਾਲ ਆਪਾਂ ਇੱਕ ਆਹ ਚੀਜ਼ ਨੂੰ ਦਿਮਾਗ 'ਚ ਬਿਠਾ ਕੇ ਰੱਖਿਓ, ਕਹਿੰਦਾ ਸਫਲਤਾ ਨੂੰ ਸਿਰ 'ਤੇ ਨਾ ਚੜ੍ਹਨ ਦਿਓ। ਇਹ ਨਾ ਹੋਵੇ ਤੁਹਾਡਾ ਕੱਲ੍ਹ ਨੂੰ ਪੇਪਰ ਕਲੀਅਰ ਹੋ ਜਾਏ, ਤੁਸੀਂ ਮੋਢਿਆਂ ਤੋਂ ਥੁੱਕਦੇ ਫਿਰੋ, ਲੋਕਾਂ ਨੂੰ ਲੋਕ ਨਾ ਸਮਝੋ। ਤਾਂ ਭਾਈ ਉਸ ਦੀ ਰਜਾ 'ਚ ਰਿਓ। ਫਲ ਦੇਣਾ ਜਾਂ ਨਾ ਦੇਣਾ, ਕਦੋਂ ਦੇਣਾ, ਕਿਸ ਟਾਈਮ ਦੇਣਾ, ਸਿਰਫ ਉਹਦੀ ਰਜਾ ਹੈ। ਉਹਦੀ ਰਜਾ 'ਚ ਰਹੋਗੇ ਤਾਂ ਖੁਸ਼ ਰਹੋਗੇ, ਜੇ ਨਹੀਂ ਰਜਾ 'ਚ ਰਹੋਗੇ ਤਾਂ ਨਹੀਂ ਖੁਸ਼ ਰਹੋਗੇ। ਤਾਂ ਨਾਲ ਕਹਿੰਦਾ ਵੀ ਅਸਫਲਤਾ ਨੂੰ ਦਿਲ ਵਿੱਚ ਨਾ ਉਤਰਨ ਦਿਓ, ਵੀ ਇੰਨੇ ਵੀ ਨਿਰਾਸ਼ ਨਾ ਹੋ ਜਾਓ ਭਾਈ ਕਿ ਮੇਰਾ ਪੇਪਰ ਹੀ ਨਹੀਂ ਕਲੀਅਰ ਹੁੰਦਾ। ਤਾਂ ਦੁਨੀਆ ਦੇ ਵਿੱਚ ਸਭ ਕੁਝ ਜੋਬ ਨਹੀਂ ਹੁੰਦੀ। ਅੱਜ ਮੈਂ ਇੱਕ ਹੁਕਮਨਾਮਾ ਵੀ ਭੇਜਿਆ ਸੀਗਾ, ਤਾਂ ਮੈਂ ਤੁਹਾਨੂੰ ਰਿਕੁਐਸਟ ਕਰਦਾ, ਜੇ ਤੁਸੀਂ ਮੈਨੂੰ ਆਪਣਾ ਵੱਡਾ ਭਰਾ ਸਮਝਦੇ ਹੋ ਤਾਂ ਸਾਰਿਆਂ ਨੇ ਹੁਕਮਨਾਮੇ ਨੂੰ ਦਿਮਾਗ 'ਚ ਰੱਖਿਓ। ਉਹਦੇ ਵਿੱਚ ਬਿਲਕੁਲ ਕਲੀਅਰ ਕੱਟ ਲਿਖਿਆ ਹੋਇਆ ਕਿ ਕਿਉਂ ਆਪਾਂ ਨੂੰ ਸੋਚਣਾ ਨਹੀਂ ਚਾਹੀਦਾ ਗਾ। ਕਿਉਂਕਿ ਆਪਣਾ ਜਿਹੜਾ ਪਰਮਾਤਮਾ ਨਾ, ਉਹ ਆਪਣੇ ਆਉਣ ਤੋਂ ਪਹਿਲਾਂ ਆਪਣੇ ਰਿਜ਼ਕ ਦੀ ਕੀ ਕਰ ਦਿੰਦਾ, ਸੇਵਾ ਕਰ ਦਿੰਦਾ, ਰਿਜ਼ਕ ਦਾ ਇੰਤਜ਼ਾਮ ਕਰ ਦਿੰਦਾ। ਜਿਵੇਂ ਕੋਈ ਬੱਚਾ ਪੈਦਾ ਹੋਣ ਤੋਂ ਪਹਿਲਾਂ ਮਾਤਾ ਦੇ ਕੋਲ ਦੁੱਧ ਆ ਜਾਂਦਾ, ਕਿਉਂਕਿ ਆਪਣੇ ਆਉਣ ਤੋਂ ਪਹਿਲਾਂ ਜੇ ਉਹਨੇ ਰਿਜ਼ਕ ਲਿਆ ਕੇ ਰੱਖ ਲਿਆ ਤਾਂ ਦੇਖੋ ਪਰਮਾਤਮਾ ਕਿੰਨਾ ਸੋਚਦਾ ਹੋਊਗਾ। ਠੀਕ ਹੈ ਭਾਈ, ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਧੰਨਵਾਦ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਵਾਸਤੇ ਸਰਬੱਤ ਦਾ ਭਲਾ।